ਘਰਾਂ ਦੇ ਵਿੱਚ ਬੈਠ ਕੇ ਅਕਾਲ ਚੈਨਲ ਦੇ ਨਾਲ ਜੁੜੀਆਂ ਹੋਈਆਂ ਸਭ ਸੰਗਤਾਂ ਨੂੰ ਜੀ ਆਇਆਂ ਨੂੰ ਜੀ। ਤੇ ਸਭ ਤੋਂ ਪਹਿਲਾਂ ਆਪ ਜੀ ਦੇ ਸੇਵਾਦਾਰ ਵੱਲੋਂ ਫਤਿਹ ਕਰੋ ਪ੍ਰਵਾਨ ਤੇ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਇਸ ਗੁਰਮਤ ਤੇ ਕਰਮਕਾਂਡ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਉਮੀਦ ਕਰਾਂਗੇ ਕਿ ਅੱਜ ਦਾ ਵੀ ਇਹ ਪ੍ਰੋਗਰਾਮ ਸਤਿਗੁਰੂ ਮਹਾਰਾਜ ਆਪਣੀ ਕਿਰਪਾ ਦੇ ਨਾਲ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਣਗੇ। ਸੋ ਜਿਸ ਤਰ੍ਹਾਂ ਕਿ ਸਾਰੇ ਸਰੋਤੇ ਜਾਣਦੇ ਹਨ ਕਿ ਹਰ ਸੋਮਵਾਰ 7:30 ਤੋਂ 8:30 ਇਸੇ ਚੈਨਲ ਦੇ ਰਾਹੀਂ, ਇਸੇ ਪਲੇਟਫਾਰਮ ਦੇ ਰਾਹੀਂ, ਇਸੇ ਪ੍ਰੋਗਰਾਮ ਦੇ ਰਾਹੀਂ ਆਪ ਜੀ ਦੀ ਹਾਜ਼ਰੀ ਭਰੀਦੀ ਹੈ। ਸੋ ਇੱਕੋ ਇੱਕ ਮਕਸਦ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਆਪ ਜੀ ਦੇ ਨਾਲ ਜੁੜ ਕੇ ਸੰਗਤਾਂ ਦੇ ਨਾਲ ਸਾਂਝ ਕੀਤੀ ਜਾ ਸਕੇ ਕਿ ਸਤਿਗੁਰੂ ਮਹਾਰਾਜ ਜੀ ਵੱਲੋਂ ਜੋ ਸਾਨੂੰ ਉਪਦੇਸ਼ ਕੀਤੇ ਗਏ ਹਨ ਜਾਂ ਸਾਡੀ ਗੁਰਮਤ ਮਰਿਆਦਾ ਅਨੁਸਾਰ ਜਿਹੜੇ ਕਾਰਜ ਇੱਕ ਸਿੱਖ ਨੂੰ ਸੋਭਦੇ ਹਨ, ਤੇ ਅਸੀਂ ਆਪਣੇ ਮਨ ਦੀ ਮੱਤ ਦੇ ਪਿੱਛੇ ਲੱਗ ਕੇ ਜਿਹੜੇ ਆਪਣੇ ਕਰਮ ਕਾਂਡਾਂ ਦੇ ਵਿੱਚ ਫਸ ਚੁੱਕੇ ਹਾਂ, ਸੋ ਉਹਨਾਂ ਦੇ ਬਾਰੇ ਆਪ ਜੀ ਨੂੰ ਸੁਚੇਤ ਕਰ ਸਕੀਏ। ਸੋ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਮੈਂ ਪਹਿਲਾਂ ਹੀ ਪ੍ਰੋਗਰਾਮ 'ਚ ਕਰਨਾ ਚਾਹਾਂਗਾ ਕਿ ਬਹੁਤ ਸਾਰਾ ਸਹਿਯੋਗ, ਬਹੁਤ ਸਾਰੇ ਪ੍ਰੋਗਰਾਮਾਂ ਦੀ ਸਰਾਹਨਾ ਜਿਹੜੀ ਹੈ ਤੁਸੀਂ ਕਰਦੇ ਹੋ। ਸੋ ਉਮੀਦ ਕਰਾਂਗੇ ਕਿ ਇਹਨਾਂ ਪ੍ਰੋਗਰਾਮਾਂ ਦੀ ਸਿਰਫ ਸ਼ਲਾਘਾ ਹੀ ਨਹੀਂ ਕਰਨੀ, ਜ਼ਰੂਰ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਗੱਲ ਆਪਾਂ ਪੱਲੇ ਵੀ ਹੈ ਬੰਨਣੀ। ਸੋ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ ਮੇਰੇ ਨਾਲ ਬੈਠੇ ਹਨ ਭਾਈ ਕਪਤਾਨ ਸਿੰਘ ਜੀ, ਤੇ ਉਹਨਾਂ ਦੇ ਨਾਲ ਬੈਠੇ ਹਨ ਸਾਡੇ ਗਿਆਨੀ ਜੀ ਕਰਨੈਲ ਸਿੰਘ ਜੀ। ਸੋ ਆਪ ਜੀ ਦਾ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਜਿੱਥੇ ਅਕਾਲ ਚੈਨਲ ਦੇ ਰਾਹੀਂ ਜੁੜੇ ਹੋਏ ਹੋ, ਦੇਖ ਰਹੇ ਹੋ ਇਹਨਾਂ ਪ੍ਰੋਗਰਾਮਾਂ ਨੂੰ, ਸੋ ਥੋੜੇ ਸਮੇਂ ਤੱਕ ਅਸੀਂ ਆਪਣੀਆਂ ਜਿਹੜੀਆਂ ਹਨ ਉਹ ਟੈਲੀਫੋਨ ਲਾਈਨਾਂ ਜਿਹੜੀਆਂ ਹਨ ਉਹ ਵੀ ਓਪਨ ਕਰ ਦੇਣੀਆਂ ਹਨ। ਸੋ ਅੱਜ ਦੇ ਵਿਸ਼ੇ ਦੇ ਉੱਪਰ ਜਾਂ ਅੱਜ ਦੇ ਇਸ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਜੇਕਰ ਆਪ ਜੀ ਸਾਡਾ ਸਹਿਯੋਗ ਕਰਨਾ ਚਾਹੋ, ਕੋਈ ਸੁਝਾਅ ਦੇਣਾ ਚਾਹੋ ਜਾਂ ਪ੍ਰੋਗਰਾਮ ਦੇ ਸੰਬੰਧੀ ਕੋਈ ਵਿਚਾਰ ਸਾਂਝੇ ਕਰਨੇ ਚਾਹੋ, ਸੋ ਤੁਸੀਂ ਵੀ ਜੀ ਆਇਆਂ ਨੂੰ ਕਹਾਂਗੇ ਜੀ, ਆ ਸਕਦੇ ਹੋ। ਸੋ ਭਾਈ ਕਪਤਾਨ ਸਿੰਘ ਜੀ, ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਜਿੱਥੇ ਮੈਂ ਆਪ ਜੀ ਦਾ ਧੰਨਵਾਦ ਕਰਨਾ ਚਾਹਾਂਗਾ, ਗਿਆਨੀ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਸਮੇਂ-ਸਮੇਂ ਤੇ ਜਦੋਂ ਵੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ, ਸੋ ਇਸ ਪਲੇਟਫਾਰਮ ਦੇ ਰਾਹੀਂ ਸੰਗਤਾਂ ਦੇ ਰੂਬਰੂ ਹੋਣ ਵਾਸਤੇ ਤੁਸੀਂ ਹਾਜ਼ਰ ਹੁੰਦੇ ਹੋ ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਆਪਾਂ ਕਿੱਥੋਂ ਕਰਾਂਗੇ? ਇਹ ਸਭ ਤੋਂ ਪਹਿਲਾਂ ਭਾਈ ਬਘੇਲ ਸਿੰਘ ਜੀ ਆਪ ਜੀ ਨੂੰ ਤੇ ਭਾਈ ਸਾਹਿਬ ਬੈਠੇ ਨੇ, ਤੇ ਜਿੰਨੀਆਂ ਵੀ ਸੰਗਤਾਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਅਕਾਲ ਚੈਨਲ ਦੇ ਇਸ ਮਾਧਿਅਮ ਰਾਹੀਂ ਸਾਡੇ ਨਾਲ ਸੰਗਤ ਕਰ ਰਹੀਆਂ ਜਾਂ ਸਾਡੇ ਨਾਲ ਜੁੜੀਆਂ, ਸਾਰਿਆਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਬਘੇਲ ਸਿੰਘ ਜੀ, ਇੱਕ ਤੇ ਜਿਹੜਾ ਸਾਡਾ ਪ੍ਰੋਗਰਾਮ ਚੱਲਦਾ, ਤੁਸੀਂ ਇਹਦਾ ਜਿਹੜਾ ਨਾਂ ਰੱਖਿਆ ਗੁਰਮਤ ਤੇ ਕਰਮਕਾਂਡ ਜੀ, ਤੇ ਜਿਹੜਾ ਕਰਮਕਾਂਡ ਆ, ਜਿਹੜਾ ਪਖੰਡ ਆ, ਜਿਹੜੇ ਭਰਮ ਭੁਲੇਖੇ ਆ, ਉਹਦੇ ਵਿੱਚੋਂ ਸਾਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜਾ ਕੱਢਿਆ ਵਾ, ਬੜਾ ਸੁਚੇਤ ਕਰਕੇ। ਤੇ ਅੱਜ ਜਿਹੜਾ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਆ, ਅੱਜ ਉਹਨਾਂ ਦਾ, ਅੱਜ ਦੇ ਦਿਨ ਜਿਹੜੀ ਆ ਇਤਿਹਾਸ ਮੁਤਾਬਕ ਜੋ ਤਰੀਕਾ ਨੇ, ਅੱਜ ਦੇ ਦਿਨ ਉਹਨਾਂ ਨੇ ਜਿਹੜੀ ਗੁਰੂ ਜੋਤ ਸੀ ਉਹ ਕੁਝ ਦਿਨ ਪਹਿਲਾਂ ਭਾਈ ਲਹਿਣੇ 'ਚ ਰੱਖ ਕੇ, ਤੇ ਅੱਜ ਦੇ ਦਿਨ ਜਿਹੜਾ ਇਹ ਪੰਜ ਭੌਤਿਕ ਸਰੀਰ ਆ, ਸਰੀਰ ਦਾ ਜਿਹੜਾ ਸੀ ਉਹਨਾਂ ਨੇ ਉਹ ਚਲਾਣਾ ਕੀਤਾ ਸੀ। ਤੇ ਅੱਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਇਤਿਹਾਸ ਤੇ ਹੀ ਆਪਾਂ ਜਿਹੜੀ ਉਹ ਝਾਤ ਮਾਰਾਂਗੇ, ਉਹਨਾਂ ਦੇ ਜੋਤੀ ਜੋਤ ਜਾਂ ਉਹਨਾਂ ਦੇ ਜੀਵਨ ਦੇ ਵਿੱਚੋਂ ਗੱਲਾਂ ਲੈ ਕੇ ਸੰਗਤ ਦੇ ਨਾਲ ਸਾਂਝੀਆਂ ਕਰਾਂਗੇ ਜੀ। ਜੀ ਬਿਲਕੁਲ ਜ਼ਰੂਰ। ਤੇ ਸੰਗਤ ਨੂੰ ਦੱਸਦੇ ਜਾਈਏ ਕਿ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਵੀ ਹੋਵੇਗਾ, ਪਰ ਜੇਕਰ ਸੰਗਤਾਂ ਨੂੰ ਜਾਣਕਾਰੀ ਨਹੀਂ ਹੈ, ਸੋ ਆਪਣੀਆਂ ਤਰੀਕਾਂ ਦੇ ਮੁਤਾਬਿਕ ਅੱਜ ਦੇ ਦਿਹਾੜੇ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸਰੀਰ ਕਰਕੇ ਜਿਹੜਾ ਹੈ ਇਸ ਦੁਨੀਆ ਨੂੰ ਵਿਦਾਇਗੀ ਦੇ ਚੁੱਕੇ ਹਨ, ਪਰ ਉਹਨਾਂ ਦੇ ਵਿਚਾਰ, ਉਹਨਾਂ ਦੇ ਸੰਸਕਾਰ ਅੱਜ ਵੀ ਜਿਉਂਦੇ ਜਾਗਦੇ ਹਨ। ਤਾਂ ਸਾਨੂੰ ਲੋੜ ਹੈ ਕਿ ਅਸੀਂ ਕੇਵਲ ਸਤਿਗੁਰੂ ਮਹਾਰਾਜ ਜੀ ਨੂੰ ਸਿਰਫ ਮੱਥੇ ਟੇਕ ਕੇ ਜਾਂ ਉਹਨਾਂ ਨੂੰ ਇੱਕ ਸ਼ਰਧਾ ਦੇ ਭਾਵਨਾ ਦੇ ਨਾਲ ਮਹਿਸੂਸ ਹੀ ਨਹੀਂ ਕਰਨਾ, ਉਹਨਾਂ ਦੀਆਂ ਦੱਸੀਆਂ ਹੋਈਆਂ ਸਿੱਖਿਆਵਾਂ ਦੇ ਉੱਪਰ ਚੱਲਣ ਦੀ ਵੀ ਕੋਸ਼ਿਸ਼ ਕਰਨੀ ਹੈ। ਤੇ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਹੈ ਕਿ ਸਾਡਾ ਜਿਹੜਾ ਪ੍ਰੋਗਰਾਮ ਗੁਰਮਤ ਤੇ ਕਰਮਕਾਂਡ ਆਪ ਜੀ ਦੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਈਦਾ ਹੈ। ਸੋ ਪਹਿਲਾਂ ਮੈਂ ਸੰਗਤਾਂ ਨੂੰ ਦੱਸਦਾ ਜਾਵਾਂ ਕਿ ਮੇਰੇ ਤੋਂ ਮਿਸਟੇਕ ਲੱਗ ਗਈ, 7:30 ਤੋਂ ਨਹੀਂ 7 ਤੋਂ 8 ਤੱਕ ਜਿਹੜਾ ਸੋਮਵਾਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਈਦਾ ਹੈ। ਸੋ 7:30 ਤੋਂ 8 ਤੱਕ ਦੇ ਜਿਹੜੇ ਉਹ ਸਵੇਰ ਦੇ ਪ੍ਰੋਗਰਾਮ ਹੁੰਦੇ ਹਨ, ਜਿਨ੍ਹਾਂ ਦੇ ਵਿੱਚ ਆਪ ਜੀ ਬਹੁਤ ਸਹਿਯੋਗ ਦੇ ਰਹੇ ਹੋ, ਉਹਨਾਂ ਦੇ ਵਿੱਚ ਵੀ ਹਾਜ਼ਰੀਆਂ ਭਰਦੇ ਹੋ, ਕਿਉਂਕਿ ਬਹੁਤ ਸਾਰੇ ਪ੍ਰੋਗਰਾਮਾਂ ਦੇ ਰਾਹੀਂ ਆਪ ਜੀ ਦੇ ਨਾਲ ਹਾਜ਼ਰੀਆਂ ਭਰੀਦੀਆਂ ਹਨ। ਸੋ ਕਈ ਵਾਰ ਸਾਡੇ ਕੋਲੋਂ ਵੀ ਜਿਹੜੀ ਮਿਸਟੇਕ ਉਹ ਲੱਗ ਜਾਂਦੀ ਹੈ। ਸੋ ਅੱਜ ਦੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕਾਲ ਬਾਰੇ। ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਪ੍ਰੋਗਰਾਮਾਂ 'ਚ ਦੱਸਦੇ ਚੁੱਕੇ ਹਾਂ ਕਿ ਸਾਡੇ ਵਿੱਚ ਇੰਨੀ ਬੁੱਧੀ ਨਹੀਂ, ਸਾਡੇ ਵਿੱਚ ਇੰਨਾ ਗਿਆਨ ਨਹੀਂ ਕਿ ਅਸੀਂ ਉਹਨਾਂ ਦੇ ਜੀਵਨ ਬਾਰੇ ਝਾਤ ਮਾਰੀਏ ਜਾਂ ਅਸੀਂ ਉਹਨਾਂ ਬਾਰੇ ਆਪ ਜੀ ਨੂੰ ਕੋਈ ਜਾਣਕਾਰੀ ਦੇ ਸਕੀਏ। ਸੋ ਇਹ ਸਤਿਗੁਰੂ ਮਹਾਰਾਜ ਜੀ ਦੇ ਉਪਦੇਸ਼ ਹਨ, ਉਹਨਾਂ ਦੀਆਂ ਸਿੱਖਿਆਵਾਂ ਹਨ, ਜਿਨ੍ਹਾਂ ਨੂੰ ਪੜ੍ਹ ਕੇ, ਸੁਣ ਕੇ ਤੇ ਕੋਸ਼ਿਸ਼ ਕਰੀਦੀ ਹੈ ਕਿ ਆਪ ਤੱਕ ਜਿਹੜਾ ਹੈ ਉਹ ਪਹੁੰਚਾਇਆ ਜਾ ਸਕੇ। ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਆਪ ਵਿੱਚ ਵਰਤ ਕੇ ਸੇਵਾ ਲੈ ਲੈਣ। ਸੋ ਆਪ ਸੰਗਤਾਂ ਤੱਕ ਕੋਈ ਚੰਗਾ ਸੁਨੇਹਾ, ਕੋਈ ਚੰਗਾ ਪ੍ਰੋਗਰਾਮ ਲੈ ਕੇ ਜਿਹੜਾ ਹੈ ਉਹ ਪਹੁੰਚ ਸਕੀਏ। ਸੋ ਅਸੀਂ ਟੈਲੀਫੋਨ ਲਾਈਨਾਂ ਵੀ ਓਪਨ ਕਰ ਦੇਣੀਆਂ ਹਨ। ਸੋ ਤੁਸੀਂ ਜੇਕਰ ਚਾਹੋ ਤਾਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਹੋ। ਤੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਹੀ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਪਲੀਜ਼ ਆਪਣੇ ਟੈਲੀਵਿਜ਼ਨ ਦੀ ਜਿਹੜੀ ਆਵਾਜ਼ ਹੈ ਬਿਲਕੁਲ ਘੱਟ ਕਰਕੇ ਟੈਲੀਫੋਨ ਦੇ ਰਾਹੀਂ ਜੇਕਰ ਤੁਸੀਂ ਚਾਹੋ ਤਾਂ ਸਾਡੇ ਨਾਲ ਸੰਪਰਕ ਕਰੋ।
ਨਹੀਂ ਤਾਂ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਖਲਲ ਪੈਂਦਾ ਹੈ, ਨਾ ਤਾਂ ਤੁਹਾਡੀ ਗੱਲਬਾਤ ਸਾਨੂੰ ਪਤਾ ਲੱਗਦੀ ਹੈ ਤੇ ਨਾ ਹੀ ਸਾਡੇ ਵਿਚਾਰ ਜਿਹੜੇ ਹਨ ਤੁਸੀਂ ਚੰਗੀ ਤਰ੍ਹਾਂ ਸੁਣ ਸਕਦੇ ਹੋ। ਸੋ ਵੈਸੇ ਸਾਡੇ ਸਰੋਤੇ ਪਹਿਲਾਂ ਹੀ ਜਾਣੀ ਜਾਣ ਹਨ, ਸਭ ਕੁਝ ਜਾਣਦੇ ਹਨ, ਪਰ ਫਿਰ ਵੀ ਕਈ ਵਾਰ ਨਵੇਂ ਸਰੋਤੇ ਪ੍ਰੋਗਰਾਮ ਦੇਖਦੇ ਹਨ, ਸੋ ਉਹਨਾਂ ਨੂੰ ਇਹ ਜਾਣਕਾਰੀ ਦੇਣੀ ਸਾਡਾ ਜ਼ਰੂਰੀ ਫਰਜ਼ ਬਣ ਜਾਂਦਾ ਹੈ। ਸੋ ਭਾਈ ਕਪਤਾਨ ਸਿੰਘ ਜੀ, ਮੈਂ ਪਹਿਲਾਂ ਤੁਹਾਡੇ ਤੋਂ ਹੀ ਗੱਲ ਸ਼ੁਰੂ ਕਰਨੀ ਚਾਹਾਂਗਾ ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਜੋਤੀ ਜੋਤ ਜਿਹੜਾ ਦਿਹਾੜਾ ਹੈ ਉਹ ਵੀ ਸੰਗਤਾਂ ਬੜੇ ਭਰਵੇਂ ਮਨ ਦੇ ਨਾਲ ਵੀ ਮਨਾ ਰਹੀਆਂ ਹਨ, ਪਰ ਸਤਿਗੁਰੂ ਮਹਾਰਾਜ ਜੀ ਦੀਆਂ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ ਸਿੱਖਿਆਵਾਂ, ਉਹਨਾਂ ਦੇ ਵਿਚਾਰ ਤੇ ਆਪਣੇ ਪ੍ਰੋਗਰਾਮ ਖਾਸ ਕਰਕੇ ਗੁਰਮਤਿ ਤੇ ਕਰਮਕਾਂਡ, ਸੋ ਜਨਮ ਤੋਂ ਲੈ ਕੇ ਜਿੰਨੀਆਂ ਵੀ ਸਾਖੀਆਂ ਆਪਣੇ ਸਾਹਮਣੇ ਆਉਂਦੀਆਂ ਜਾਂ ਗੁਰੂ ਮਹਾਰਾਜ ਜੀ ਨੇ ਖਾਸ ਤੌਰ ਤੇ ਕਰਮਕਾਂਡਾਂ ਦਾ ਬੜਾ ਖੰਡਨ ਕੀਤਾ ਹੈ। ਸੋ ਇਸ ਬਾਰੇ ਕੀ ਕਹਿਣਾ ਚਾਹੋਗੇ, ਕਿੱਥੋਂ ਵਿਚਾਰ ਸ਼ੁਰੂ ਕਰਾਂਗੇ ਅੱਜ? ਇਹ ਭਾਈ ਬਘੇਲ ਸਿੰਘ ਜੀ, ਪਹਿਲੀ ਗੱਲ ਤੇ ਇਹ ਆ, ਕਿਸੇ ਵਿਦਵਾਨ ਨੇ ਵੀ ਬੜਾ ਜ਼ਿਕਰ ਕੀਤਾ ਵੀ ਗੁਰੂ ਨਾਨਕ ਦੁਨੀਆ ਦੇ ਪੈਗੰਬਰ ਜਿਹੜੇ ਨੇ ਉਹ ਇਸ ਦੁਨੀਆ ਤੇ ਆਏ ਔਰ ਗਏ, ਉਹਨਾਂ ਦਾ ਇਤਿਹਾਸ ਲਿਖਦਾ ਹੈ, ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਇਸ ਸੰਸਾਰ ਨੂੰ ਤਾਰਨ ਵਾਸਤੇ ਆਏ ਤੇ ਉਹ ਗਏ ਨਹੀਂ ਉਹ ਗਏ ਨਹੀਂ। ਉਹਨਾਂ ਦੇ ਅੰਦਰ ਜਿਹੜੀ ਜੋਤ ਸੀ, ਗੁਰੂ ਜੋਤ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਚ ਪ੍ਰਵੇਸ਼ ਹੋ ਕੇ, ਤੇ ਜੇ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਗੱਲ ਕਰਨੀ ਹੋਵੇ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਅੱਜ ਵੀ ਸੁਭਾਏਮਾਨ ਨੇ, ਜੋ ਅਸੀਂ ਨਮਸਕਾਰ ਕਰਦੇ, ਜੇ ਅਸੀਂ ਸਤਿਕਾਰ ਕਰਦੇ, ਅਸੀਂ ਮੰਨੀਏ, ਜੇ ਸਾਡੀ ਸ਼ਰਧਾ ਭਾਵਨਾ ਇੰਨੀ ਡੀਪਲੀ ਹੋਵੇ। ਤੇ ਦੂਸਰੀ ਗੱਲ, ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਸੰਸਾਰ ਨੂੰ ਤਾਰਨ ਵਾਸਤੇ, ਸੰਸਾਰ ਦੇ ਭਲੇ ਹਿੱਤ ਇੱਕ ਐਸੀ ਸਾਨੂੰ ਜਿਹੜੀ ਸੀ ਦੁਰਲੱਭ ਜਿਹੜੀ ਉਹ ਦਾਤ ਸਾਨੂੰ ਇਹ ਬਖਸ਼ਿਸ਼ ਕਰ ਦਿੱਤੀ। ਜਦੋਂ ਵਹੀ ਦੇ ਵਿੱਚ ਕਹਿੰਦੇ ਚੁੱਭੀ ਮਾਰੀ, ਇਤਿਹਾਸ ਕਹਿੰਦਾ ਵਹੀ 'ਚ ਚੁੱਭੀ ਮਾਰੀ, ਕੋਈ ਕਹਿੰਦਾ ਉਦੋਂ ਸੱਚਖੰਡ ਗਏ ਜਾਂ ਕਿੱਥੇ ਗਏ, ਕਈ ਗੱਲਾਂ ਹੁੰਦੀਆਂ, ਪਰ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਵੀ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਜਿਹੜਾ ਆਗਮਨ ਸੀ ਉਹ ਤੇ ਨਨਕਾਣਾ ਸਾਹਿਬ ਦੀ ਧਰਤੀ ਤੇ, ਨਾਨਕ ਆਣਾ ਸਾਹਿਬ ਦੀ ਧਰਤੀ ਦੇ ਉੱਤੇ ਹੋਇਆ, ਪਰ ਜਦੋਂ ਸੁਲਤਾਨਪੁਰ ਲੋਧੀ ਉੱਥੇ ਹੀ ਉਹਨਾਂ ਨੇ ਕਰਮਕਾਂਡ ਦਾ ਜਿਹੜਾ ਭਾਈ ਬਘੇਲ ਸਿੰਘ, ਜਿਵੇਂ ਸਾਡਾ ਪ੍ਰੋਗਰਾਮ ਹੈ ਗੁਰਮਤਿ ਤੇ ਕਰਮਕਾਂਡ, ਤੇ ਉੱਥੇ ਸੀ ਉਹਨਾਂ ਨੇ ਜਿਹੜਾ ਸੀਗਾ, ਜਦੋਂ ਉਹਨਾਂ ਦੀ ਅਵਸਥਾ ਹੋਈ ਤੇ ਜੋ ਉਸ ਸਮੇਂ ਦੇ ਧਾਰਮਿਕ ਰੀਤੀ ਰਿਵਾਜ ਸਨ, ਜਿਹੜਾ ਸੀ ਵੀ ਉਹਨਾਂ ਨੂੰ ਜਨੇਊ ਪਾਉਣ ਦਾ ਜਿਹੜਾ ਧਾਰਮਿਕ ਰੀਤੀ ਰਿਵਾਜ ਸੀਗਾ, ਉਹਦੇ ਜਿਵੇਂ ਉਹ ਖੱਤਰੀਆਂ ਦੀ ਕੁੱਲ ਚੋਂ ਸਨ, ਤੇ ਉਹ ਉਦੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੀ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਸੀ ਉਹਨੂੰ ਇਹ ਨਹੀਂ ਕਿਹਾ ਵੀ ਮੈਂ ਪਾਉਣਾ ਨਹੀਂ ਜਾਂ ਤੇਰਾ ਮਾੜਾ। ਵੇਖੋ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਇੱਕ ਸਾਨੂੰ ਬੜੀ ਵਧੀਆ ਉਦਾਹਰਨ ਮਿਲਦੀ, ਕਈ ਵਾਰੀ ਅਸੀਂ ਭਾਵਕ ਹੋ ਕੇ ਕਹਿ ਲਓ ਜਾਂ ਅਸੀਂ ਕਈ ਵਾਰੀ ਨਫ਼ਰਤ ਵਾਲੇ ਬੋਲ ਦਿੰਦੇ, ਪਰ ਸਾਡੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਐਸੀਆਂ ਉਦਾਹਰਨਾਂ ਔਰ ਐਸਾ ਇਤਿਹਾਸ ਸਾਡੇ ਸਾਹਮਣੇ ਹੈ। ਉਹਨਾਂ ਨੇ ਇਹ ਨਹੀਂ ਕਿਹਾ ਵੀ ਇਹ ਤੇਰਾ ਮਾੜਾ ਵਾ ਜਾਂ ਮੈਂ ਪਾਉਣਾ ਨਹੀਂ। ਉਹ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਪਹਿਲਾਂ ਮੈਨੂੰ ਇਹ ਜਨੇਊ ਦੇ ਜਿਹੜੇ ਅਰਥ ਸਮਝਾ, ਤੇ ਮੈਂ ਇਹਦੇ ਮੈਨੂੰ ਬਾਰੇ ਦੱਸ, ਮੈਂ ਤੇ ਉਹ ਜਨੇਊ ਚਾਹੁੰਦਾ ਜਿਹੜਾ ਇਸ ਜਿੰਦ ਆਤਮਾ ਦੇ ਨਾਲ, ਇਹ ਜਿੰਦ ਦੇ ਨਾਲ ਆਤਮਾ ਦੇ ਨਾਲ ਉਸ ਪਰਮਾਤਮਾ ਦੇ ਘਰ ਤੱਕ ਜਾ ਸਕੇ। ਮੈਨੂੰ ਐਸਾ ਜੇ ਜਨੇਊ ਹੈਗਾ ਹੀ ਜਿਹਨੂੰ ਦਇਆ ਦੀ ਕਪਾਹ ਲੱਗੀ ਹੋਵੇ, ਸਬਰ ਸੰਤੋਖ ਦਾ ਜਿਹੜਾ ਵੱਟ ਚੜਿਆ ਹੋਵੇ, ਐਸੀਆਂ ਨੂੰ ਗਟਾਂ ਦਿੱਤੀਆਂ ਹੋਣ, ਐਸਾ ਜਨੇਊ ਹੈਗਾ ਤੇ ਮੈਨੂੰ ਪਾ, ਨਹੀਂ ਤੇ ਬਾਹਰੀ ਭੇਖ ਵਿਖਾਲੇ ਦੇ ਜਿਹੜੇ, ਮੈਂ ਇਹ ਨਹੀਂ ਕਿਹਾ ਮਾੜਾ ਵਾ ਤੇਰਾ ਜਾਂ ਇਹ ਨੁਕਸਾਨ ਦੇ ਕੋਈ, ਪਰ ਮੈਨੂੰ ਉਹ ਚਾਹੀਦਾ ਜਿਹੜਾ ਉਹ ਆਤਮਾ ਦੇ ਨਾਲ ਪਹੁੰਚੇ। ਕਹਿਣ ਦਾ ਮਤਲਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਹੋਸ਼ ਸੰਭਾਲੀ ਛੋਟੀ ਉਮਰ ਦੇ ਵਿੱਚ, 7 ਜਾਂ 9 ਸਾਲ ਦਾ ਜੇਕਰ ਇਤਿਹਾਸਕਾਰਾਂ ਨੇ ਕੀਤਾ, ਉਸ ਉਮਰ ਦੇ ਵਿੱਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਐਸੇ ਰੀਤੀ ਰਿਵਾਜ ਸਨ ਜਿਹੜੇ ਕੇਵਲ ਬਾਹਰਲੇ ਪੱਖ ਨਾਲ ਹੀ ਜੁੜੇ ਹੋਏ ਸਨ, ਉਹ ਉਦੋਂ ਤੋਂ ਹੀ ਸਤਿਗੁਰੂ ਨੇ ਖੰਡਨ ਕਰਨਾ ਸ਼ੁਰੂ ਕਰ ਦਿੱਤਾ। ਤੇ ਕਪਤਾਨ ਸਿੰਘ ਜੀ, ਤੁਹਾਨੂੰ ਮੈਂ ਇੱਥੇ ਰੋਕਣਾ ਚਾਹਾਂਗਾ, ਆਪਣੇ ਇੱਕ ਕਾਲਰ ਮੇਰੇ ਨਾਲ ਜੁੜ ਚੁੱਕੇ ਆ, ਤੇ ਪਹਿਲਾਂ ਆਪਾਂ ਉਧਰ ਗੱਲਬਾਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਭਾਈ ਬਘੇਲ ਸਿੰਘ ਜੀ। ਹਾਂਜੀ, ਆਪ ਜੀ ਦਾ ਸਵਾਗਤ ਹੈ ਜੀ ਅਕਾਲ ਚੈਨਲ ਤੇ ਆਪ ਜੀ ਕਿੱਥੋਂ ਬੋਲ ਰਹੇ ਆ ਤੇ ਆਪ ਜੀ ਦਾ ਨਾਮ ਵੀ ਜਰੂਰ ਦੱਸੋ ਜੀ। ਮੇਰਾ ਨਾਮ ਬਲਿਹਾਰ ਸਿੰਘ ਰੰਧਾਵਾ ਜੀ। ਮੇਰੀ ਵੱਲੋਂ ਭਾਈ ਬਘੇਲ ਸਿੰਘ ਜੀ, ਕਪਤਾਨ ਸਿੰਘ ਜੀ ਤੇ ਨਾਲ ਬੈਠੇ ਸਿੰਘ ਸਾਹਿਬ ਨੂੰ, ਤੇ ਬਾਕੀ ਸਮੂਹ ਅਕਾਲ ਚੈਨਲ ਦੇ ਸਰੋਤਿਆਂ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਅੱਜ ਆਪਣੀ ਆਵਾਜ਼ ਜਿਹੜੀ ਹੈ ਪੂਰੇ ਯੂਰਪ ਭਰ ਤੇ ਦੁਨੀਆ ਭਰ ਦੇ ਵਿੱਚ ਇੰਟਰਨੈਟ ਰਾਹੀਂ ਜਿਹੜਾ ਸੁਣਿਆ ਜਾ ਰਿਹਾ ਹੈ, ਸੋ ਅੱਜ ਦੇ ਇਸ ਪ੍ਰੋਗਰਾਮ 'ਚ ਕੀ ਕਹਿਣਾ ਚਾਹੋਗੇ? ਹਾਂਜੀ, ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਵੈਸੇ ਤਾਂ ਅਕਾਲ ਚੈਨਲ ਤੇ ਬੜੇ ਵਿਦਵਾਨ ਆ ਤੁਸੀਂ ਸਾਰੇ ਹੀ ਜੀ, ਤੇ ਮੇਰੇ ਵੀਰ ਹਰਵਿੰਦਰ ਸਿੰਘ ਵਲਹੰਟ ਨਾਲੇ ਉਹ ਬੜਾ ਅੱਛਾ ਪ੍ਰੋਗਰਾਮ ਦਿੰਦੇ ਨੇ ਜੀ। ਤੇ ਮੈਂ ਅੱਜ ਜਿਹੜਾ ਝੋਲਾ ਬਦਲਣ ਦਾ ਦਿਨ ਆ ਗੁਰੂ ਨਾਨਕ ਦੀ ਜੋਤ ਦਾ ਜੀ, ਗੱਲਾਂ ਤਾਂ ਜਿਹੜੇ ਮਰਜੀ ਆਪਾਂ ਇਸ਼ੂ ਤੇ ਕਰ ਲਈਏ, ਗੁਰੂ ਨਾਨਕ ਸਾਹਿਬ ਨੇ ਬਾਕੀ ਪੈਗੰਬਰਾਂ ਰਹਿਬਰਾਂ ਨਾਲੋਂ ਜੋ ਵੀ ਕਾਰਜ ਕੀਤੇ ਆ, ਜੋ ਵੀ ਚੋਧ ਰਚਾਏ ਆ ਜੀ, ਸਭ ਸੰਸਾਰ ਦੇ ਧਰਮਾਂ ਦੇ ਰਹਿਬਰ ਆ, ਸਤਿਕਾਰਯੋਗ ਆ, ਪਰ ਗੁਰੂ ਸਾਹਿਬ ਨੇ ਹਟ ਕੇ ਗੱਲ ਕੀਤੀ ਆ ਜੀ।
ਇਸੇ ਕਰਕੇ ਜਦੋਂ ਚੋਲਾ ਬਦਲਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਇੱਕ ਮੈਂ ਬੇਨਤੀ ਕਰਾਂ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਆਇਓ, ਆਪ ਹੀ ਅਕਾਲ ਪੁਰਖ ਆਏ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਜੀ। ਪਰ ਉਹਨਾਂ ਦੀ ਅਕਾਲ ਪੁਰਖ ਦੇ ਨਾਲ ਜਦੋਂ ਅਭੇਦਤਾ ਦੀ ਗੱਲ ਚੱਲਦੀ ਤੇ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ, ਨਾਨਕ ਸਭ ਕੁਝ ਮੇਰੇ ਕੋਲੋਂ ਲੈ ਲਿਆ, ਤੂੰ ਹੁਣ ਕਾਹਦੀ ਇੱਛਾ ਰੱਖਦਾ? ਗੁਰੂ ਨਾਨਕ ਸਾਹਿਬ ਨੇ ਕਿਹਾ, ਮੈਂ ਗੁਰੂ ਬਣ ਕੇ ਆਇਆ ਸੀ ਪਰ ਸੰਸਾਰ ਚੋਂ ਸਿੱਖ ਬਣ ਕੇ ਜਾਣਾ ਚਾਹੁੰਦਾ। ਇੱਕ ਗੱਲ ਨੋਟ ਕਰਿਓ, ਇਹ ਬੜਾ ਤਗੜਾ ਇਸ਼ੂ ਹੈ, ਇਹਦੇ ਤੇ ਆਪਾਂ ਕਰੇ ਖੇਤ ਬੋਲਾਂਗੇ ਜੀ। ਬਿਲਕੁਲ। ਤੇ ਗੁਰੂ ਬਣ ਕੇ ਆਏ ਗੁਰੂ ਨਾਨਕ ਸਾਹਿਬ ਜੀ, ਸਿੱਖ ਬਣ ਕੇ ਗਏ ਸੰਸਾਰ ਤੋਂ ਜੀ। ਤੇ ਅਕਾਲ ਪੁਰਖ ਨੇ ਕਿਹਾ ਫਿਰ ਇਹਦੀ ਵਿਧੀ ਕੀ ਆ? ਗੁਰੂ ਮਹਾਰਾਜ ਨੇ ਕਿਹਾ, ਪਰ ਮੈਨੂੰ ਦਿਸ ਨਹੀਂ ਰਿਹਾ ਸੰਸਾਰ ਦੇ ਉੱਤੇ ਬੀਜੋ ਸੂਝੇ ਕੋ ਨਹੀਂ ਬਹਿਦ ਲੀਚਾ ਪਾਏ, ਮੈਂ ਕਿਹਨੂੰ ਗੁਰੂ ਮੰਨਾਂ, ਮੈਂ ਕਿਹਦਾ ਸਿੱਖ ਬਣਾ? ਉਹ ਵੀ ਅਕਾਲ ਪੁਰਖ ਨੇ ਕਿਹਾ, ਨਾਨਕ ਤੂੰ ਆਪ ਹੀ ਵਿਧੀ ਵਿਧਾਨ ਇਹਦਾ ਕਰ। ਗੁਰੂ ਨਾਨਕ ਸਾਹਿਬ ਨੇ ਵਿਧੀ ਵਿਧਾਨ ਕਰਿਆ ਆਪਣੇ ਸਿੱਖ ਮੂਹਰੇ, ਆਪਣੇ ਸਿੱਖ ਦੇ ਵਿੱਚ ਜੋਤ ਰੱਖ ਕੇ ਗੁਰੂ ਨਾਨਕ ਸਾਹਿਬ ਨੇ ਜਦੋਂ ਨਤਮਸਤਕ ਹੋਏ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਬਣਾ ਕੇ, ਤੇ ਉਦੋਂ ਜਿੰਨੇ ਸੰਸਾਰ ਦੇ ਧਰਮ ਸੀ ਸਾਰੇ ਧਰਮਾਂ ਦੇ ਕੇਂਦਰਾਂ ਵਿੱਚ ਇੱਕ ਮੂੰਹ ਚੁੰਗਲਾਂ ਪੈ ਗਈਆਂ, ਮੂੰਹ ਤੇ ਹੱਥ ਆ ਕੇ ਲੋਕਾਂ ਨੇ ਕਿਹਾ, ਆਹ ਕੀ ਕੀਤਾ, ਆਹ ਕੀ ਕੀਤਾ? ਹੋ ਰਿਓ ਗੰਗ ਬਹਾਈ ਹੈ ਦੁਨਿਆਈ ਆਖੇ ਕਿ ਕਿਉਂ ਨਾਨਕ ਈਸ਼ਰ ਜਗਨਾਥ ਉੱਚ ਹੱਦੀ ਵੈਣ ਬਿਰਕਿਉਂ। ਜਦੋਂ ਕੋਈ ਪਿਛਲਾ ਰਿਕਾਰਡ ਤੋੜ ਦੇਵੇ ਤਾਂ ਦੁਨੀਆ ਕਹਿੰਦੀ ਵਾਹ ਵਾਹ, ਹੱਦ ਤੋਂ ਵੱਧ ਕੇ ਛਾਲ ਮਾਰ ਦਿੱਤੀ। ਇਹ ਗੁਰੂ ਨਾਨਕ ਸਾਹਿਬ ਨੇ ਹੱਦ ਤੋਂ ਵੱਧ ਕੇ ਛਾਲ ਕੀ ਮਾਰੀ ਆ? ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵ ਦੇ ਸਹਿ ਟਿੱਕਾ ਦਿੱਤੋ ਜੀਵ ਦੇ। ਅੱਜ ਤਾਈਂ ਸੰਸਾਰ ਤੇ ਕਿਸੇ ਰਹਿਬਰ ਨੇ ਆਪਣੇ ਸਿੱਖ ਨੂੰ ਮੱਥਾ ਨਹੀਂ ਸੀ ਟੇਕਿਆ। ਇਹ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖ ਦੇ ਅੱਗੇ, ਸਿੱਖ ਵਿੱਚ ਜੋਤ ਰੱਖ ਕੇ ਆਪਣੀ ਨਿਰੰਕਾਰੀ ਤੇ ਜਦੋਂ ਨਤਮਸਤਕ ਹੋਏ, ਇਹ ਦੁਨੀਆ ਦੇ ਉੱਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਸਾਰੇ ਪੈਗੰਬਰਾਂ ਨੂੰ ਮਾਤ ਪਾਇਆ ਤਾਂ ਤੁਰਕੀ ਬਾਣੀ ਵਿੱਚ ਆਉਂਦਾ ਕਿ ਅੱਜ ਸੰਸਾਰ ਤੇ ਜੋ ਗੁਰੂ ਨਾਨਕ ਸਾਹਿਬ ਨੇ ਕੀਤਾ ਨਾ, ਮੈਂ ਜਿਹੜੀ ਬੇਨਤੀ ਕਰ ਰਿਹਾ ਕਿ ਸਿੱਖ ਦਾ ਮਹੱਤਵ ਦੁਨੀਆ ਦੇ ਉੱਤੇ ਕਿਸੇ ਨਹੀਂ ਸੀ ਵਧਾਇਆ। ਇਹ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਨੇ ਇੱਕ ਸਿੱਖ ਦੀ ਮਹੱਤਤਾ ਜਿਹੜੀ ਹੈਗੀ ਆ ਵਧਾਈ ਆ ਨਾ। ਆਪਾਂ ਇਸ ਇਸ਼ੂ ਦੇ ਉੱਤੇ ਸਿੱਖਾਂ ਦੇ ਸਿੱਖ ਜਗਤ ਦੇ ਵਿੱਚ ਬੇਨਤੀ ਕਰਿਆ ਕਰੀਏ, ਸਿੱਖੋ ਪਹਿਲਾਂ ਸਿੱਖ ਸਿੱਖੇ ਦੀ, ਪਰ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹਨੇ ਆਖਿਆ ਮੈਂ ਗੁਰੂ ਬਣ ਕੇ ਆਇਆ ਪਰ ਮੈਂ ਸਿੱਖ ਬਣ ਕੇ ਜਾਣਾ ਲੋਚਦਾ। ਏਡੀ ਵੱਡੀ ਮਹੱਤਤਾ ਸਿੱਖ ਦੀ ਗੁਰੂ ਨਾਨਕ ਸਾਹਿਬ ਨੇ ਕੀਤੀ ਤੇ ਤਾਂ ਦੁਨੀਆ ਦੇ ਧਰਮਾਂ ਵਾਲੇ ਨੇ ਕਿਹਾ, ਆਹ ਕੀ ਕੀਤਾ ਗੁਰੂ ਨਾਨਕ ਨੇ, ਆਹ ਕੀ ਕੀਤਾ? ਉੱਚ ਹੱਦੀ ਬੈਣ ਵਿਰ ਕਿਉਂ, ਹੱਦ ਤੋਂ ਕਿਤੇ ਉੱਚੀ ਏਡੀ, ਜਿੰਨੀਆਂ ਵੀ ਕਿਸੇ ਨੇ ਹੱਦਾਂ ਮਿਥੀਆਂ ਸੀ ਪੈਗੰਬਰਾਂ ਨੇ, ਗੁਰੂ ਨਾਨਕ ਸਾਹਿਬ ਨੇ ਸਾਰੀਆਂ ਹੱਦਾਂ ਤੋੜ ਕੇ ਉੱਚੇ ਬੋਲ ਦਿੱਤੇ। ਕੀ ਬੋਲ ਦਿੱਤੇ? ਆਪਣੇ ਸਿੱਖ ਨੂੰ ਕਹਿਦਾ, ਤੂੰ ਮੇਰਾ ਗੁਰੂ, ਮੈਂ ਤੇਰਾ ਸਿੱਖ ਹਾਂ। ਆਪਾਂ ਇਸ ਇਸ਼ੂ ਦੇ ਉੱਤੇ ਤੁਸੀਂ ਵਿਦਵਾਨ ਬੈਠੇ ਹੋ, ਮੈਂ ਖਾਸ ਕਰਕੇ ਫੇਰ ਭਾਈ ਹਰਵਿੰਦਰ ਸਿੰਘ ਦਾ ਨਾਮ ਲੈਣਾ ਕਿਉਂਕਿ ਮੇਰੇ ਛੋਟੇ ਵੀਰ ਅਸੀਂ ਇਕੱਠੇ ਵਿਚਰੇ ਹਾਂ 30 ਸਾਲ ਤੋਂ। ਜਿੰਨਾ ਕਿ ਵੀ ਗੁਰੂ ਨੇ ਸਾਡੀ ਇਕੱਠਿਆਂ ਦੀ ਸੇਵਾ ਲਈ, ਅਸੀਂ ਬੁਲਾਰੇ ਦੇ ਤੌਰ ਤੇ ਸ਼ੋਲਡਰ ਬਾਈ ਸ਼ੋਲਡਰ ਵਿਚਰੇ ਹਾਂ। ਅੱਜ ਕੱਲ ਹੁਣ ਮੈਂ ਤੁਹਾਨੂੰ ਪਤਾ ਐਕਸੀਡੈਂਟ ਹੋਣ ਕਰਕੇ 3 ਸਾਲ ਹੋ ਗਏ ਮੈਂ ਬੈੱਡ 'ਚ ਪਿਆ। ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ, ਉਹਨਾਂ ਦੇ ਵਿਚਾਰਾਂ 'ਚ ਮੈਨੂੰ ਆਨੰਦ ਆਉਂਦਾ ਰਹਿੰਦਾ। ਤੇ ਭਾਈ ਬਗੇਲ ਸਿੰਘ ਜੀ, ਭਾਈ ਕਪਤਾਨ ਸਿੰਘ ਜੀ, ਤੁਹਾਡੇ ਪ੍ਰੋਗਰਾਮ ਸਲਾਉਣ ਯੋਗ ਆ। ਤੁਸੀਂ ਇਸੇ ਤਰ੍ਹਾਂ ਲੱਗੇ ਰਹੋ। ਮੇਰੀਆਂ ਸ਼ੁਭ ਇਛਾਵਾਂ ਤੇ ਜਿੰਨਾ ਕੁ ਵੀ ਮੇਰੇ ਕੋਲੋਂ ਬੈੱਡ ਤੇ ਪੈ ਤੋਂ ਵੀ ਜਿੰਨਾ ਕੁ ਮੇਰੇ ਕੋਲੋਂ ਸਰਦਾ, ਮੈਂ ਕਮਿਟਮੈਂਟ ਦਿੱਤੀ ਆ ਭਾਈ ਰਵਿੰਦਰ ਸਿੰਘ ਹੋਰਾਂ ਨੂੰ। ਸਮਾਂ ਆਉਣ ਤੇ ਸ਼ਾਇਦ ਮੈਂ ਤੁਹਾਡੇ ਨਾਲ ਇਸ ਤੋਂ ਵੱਧ ਹਿੱਸਾ ਪਾਇਆ ਕਰਾਂ। ਇਹ ਵਕਤ ਆਉਣ ਤੇ ਗੁਰੂ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਭਾਈ ਸਾਹਿਬ ਦਾ ਕਪਤਾਨ ਸਿੰਘ ਜੀ ਧੰਨਵਾਦ ਕਰਨਾ ਚਾਹਾਂਗਾ ਤੇ ਨਾਲ ਦੀ ਨਾਲ ਮੈਂ ਭਾਈ ਸਾਹਿਬ ਨੂੰ ਇਹ ਬੇਨਤੀ ਵੀ ਕਰਨਾ ਚਾਹਾਂਗਾ ਕਿ ਮਨ ਨੂੰ ਬੜਾ ਚੰਗਾ ਲੱਗਾ। ਤੁਸੀਂ ਦੇਖੋ ਪ੍ਰੋਗਰਾਮ ਦੇ ਵਿੱਚ ਇੱਕ ਕਿਸਮ ਦਾ ਸਾਡੇ ਨਾਲ ਹੀ ਸ਼ਰੀਕ ਹੋਏ ਆ। ਸੋ ਸਾਡਾ ਪ੍ਰੋਗਰਾਮ ਜਿਹੜਾ ਹਰ ਸੋਮਵਾਰ 7 ਤੋਂ 8 ਵਜੇ ਤੱਕ ਆਪ ਜੀ ਦੀ ਸੇਵਾ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਸੋ ਤੁਸੀਂ ਬੇਸ਼ੱਕ ਸਤਿਗੁਰੂ ਮਹਾਰਾਜ ਜੀ ਦਾ ਇਹ ਵੀ ਕੌਤਕ ਹੀ ਹੈ ਕਿ ਕਈ ਵਾਰ ਸਰੀਰ ਢਿੱਲਾ ਮੱਠਾ ਹੋਣ ਦੇ ਕਾਰਨ ਆਪਾਂ ਨਹੀਂ ਵਿਚਰ ਸਕਦੇ, ਤੇ ਤੁਸੀਂ ਟੈਲੀਫੋਨ ਦੇ ਰਾਹੀਂ ਵੀ ਜ਼ਰੂਰ ਮੈਂ ਬੇਨਤੀ ਕਰਾਂਗਾ ਕਿ ਸਾਡੇ ਪ੍ਰੋਗਰਾਮਾਂ ਦੇ ਵਿੱਚ ਜੁੜਿਆ ਕਰੋ, ਕਿਉਂਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ, ਸਾਡੇ ਨਾਲ ਵਿਦਵਾਨ ਸੱਜਣ ਬੈਠੇ ਆ। ਸੋ ਆਪਾਂ ਰਲ ਮਿਲ ਕੇ ਹੀ ਜਿਹੜਾ ਹੈ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਗੁਰੂ ਨਾਨਕ ਦਾ ਉਪਦੇਸ਼ ਜਿਹੜਾ ਹੈ ਉਹ ਇੱਕ ਯਾਦ ਕਰਾਉਣ ਦੀ ਜਿਹੜੀ ਹੈ ਬੜੀ ਸਖਤ ਜ਼ਰੂਰਤ ਹੈ ਅੱਜ ਦੇ ਸਮੇਂ ਦੇ ਵਿੱਚ। ਸੋ ਭਾਈ ਸਾਹਿਬ ਇੱਕ ਅਗਲੀ ਕਾਲ ਵੀ ਆਪਣੇ ਨਾਲ ਜੁੜ ਚੁੱਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹ ਸਾਡੀ ਉਡੀਕ ਨਹੀਂ ਕਰ ਸਕੇ ਹਨ, ਕਾਲ ਡ੍ਰੌਪ ਹੋ ਚੁੱਕੀ ਹੈ। ਸੋ ਆਪਾਂ ਆਪਣੀ ਗੱਲਬਾਤ ਨੂੰ ਜਾਰੀ ਰੱਖਾਂਗੇ। ਮੇਰਾ ਖਿਆਲ ਦੁਬਾਰਾ ਵਾਪਸ ਆ ਚੁੱਕੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਭਾਈ ਬਘੇਲ ਸਿੰਘ ਜੀ, ਤੁਹਾਨੂੰ ਵਾਹ ਵਾਹ। ਤੇ ਤੁਹਾਡੇ ਸਤਿਕਾਰਯੋਗ ਮਹਿਮਾਨਾਂ ਭੋਗਲ ਸਾਹਿਬ ਆ ਗਏ ਤੁਹਾਡੇ ਜੀ। ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭੋਗਲ ਸਾਹਿਬ ਆਪ ਜੀ ਦਾ ਸਵਾਗਤ ਕਰਦੇ ਹਾਂ ਜੀ। ਤੇ ਅੱਜ ਦੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਸੰਗਤਾਂ ਦੇ ਲਈ ਕੀ ਲੈ ਕੇ ਆਏ ਹਾਂ ਜੀ? ਜੀ ਭਾਈ ਬਘੇਲ ਸਿੰਘ ਜੀ, ਬਹੁਤ ਪਹਿਲੀ ਤੇ ਗੱਲ ਹੈ ਕਿ ਪ੍ਰੋਗਰਾਮ ਇਹ ਹੁੰਦੇ ਬਹੁਤ ਸੋਹਣੇ ਆ, ਕਿਉਂਕਿ ਸੋਹਣੇ ਇਸ ਕਰਕੇ ਲੱਗਦੇ ਨੇ ਕਿਉਂਕਿ ਸਾਨੂੰ ਇਹਦੇ ਵਿੱਚੋਂ ਸਾਰਾ ਕੁਝ ਮਿਲਦਾ ਜੋ ਗੁਰੂ ਸਾਹਿਬ ਦਾ ਸੰਦੇਸ਼ ਵਾ ਨਾ ਜੀ। ਗੁਰਮਤਿ ਤੇ ਕਰਮਕਾਂਡ, ਦੇਖੋ ਨਾਮ ਹੀ ਤੁਹਾਡੇ ਪ੍ਰੋਗਰਾਮ ਦਾ ਜਿਹੜਾ ਫਾਰਮੈਟ ਹੈ ਗੁਰਮਤਿ ਤੇ ਕਰਮਕਾਂਡ ਜੀ। ਤੇ ਬਿਲਕੁਲ ਇਦਾਂ ਦੇ ਪ੍ਰੋਗਰਾਮ ਮੈਂ ਅੱਗੇ ਪਿਛਲੀ ਵਾਰੀ ਵੀ ਕਿਹਾ ਸੀ, ਇਦਾਂ ਦੇ ਪ੍ਰੋਗਰਾਮ ਸਗੋਂ ਆਉਣੇ ਚਾਹੀਦੇ ਜੀ। ਨੇ ਤਾਂ ਕਿ ਅਸੀਂ ਸਾਡੀ ਕੌਮ ਸਿੱਖ ਕੌਮ ਜਾਗਰੂਕ ਹੋ ਜਾਈਏ, ਅਸੀਂ ਸੁਚੇਤ ਹੋ ਜਾਈਏ ਜੀ। ਗੁਰੂ ਸਾਹਿਬ ਦਾ ਜਿਹੜਾ ਸਾਨੂੰ ਸੁਨੇਹਾ ਆ ਪੈਗਾਮ ਆ ਉਹਦੇ ਪ੍ਰਤੀ ਅਸੀਂ ਸੁਚੇਤ ਹੋ ਜਾਈਏ ਜੀ। ਜਿਹੜੇ ਕਿ ਅੱਜ ਤੱਕ ਨਹੀਂ ਹੋ ਸਕੇ ਜੀ। ਤੇ ਅਸੀਂ ਅੱਜ ਕਹਿੰਦੇ ਆ ਵੀ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਹੈ ਤੇ ਮੈਂ ਤੇ ਖੁਸ਼ੀ ਮਨਾਉਣਾ, ਮੈਂ ਸੋਗ ਨਹੀਂ ਮਨਾ ਰਿਹਾ। ਕਿਉਂ ਨਹੀਂ ਮਨਾ ਰਿਹਾ ਜੀ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਇੱਕ ਕੋਈ ਸਰੀਰ ਨਹੀਂ ਹੈ ਜੀ। ਇਹ ਕੋਈ ਜਿਸਮ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਸ਼ਬਦ ਹੈ ਜੀ। ਤੇ ਜੋਤ ਹੈ ਜੀ। ਉਹ ਜੋਤ ਉਹ ਸ਼ਬਦ ਅੱਜ ਵੀ ਸਾਡੇ ਪਾਸ ਹੈ ਜੀ। ਇਸ ਕਰਕੇ ਜਗਤ ਗੁਰੂ ਨਾਨਕ ਅਸੀਂ ਬਾਬਾ ਜੀ ਤਾਈਓ ਕਹਿੰਦੇ ਆ ਤਾਂ ਇਹ ਜਗਤ ਗੁਰੂ ਨਾਨਕ ਪਾਤਸ਼ਾਹ ਨੇ, ਕਿਉਂਕਿ ਸਾਡੇ ਕੋਲ ਅੱਜ ਵੀ ਨੇ ਇਹ ਜੀ। ਸਾਡੇ ਕੋਲ ਗਏ ਨਹੀਂ ਜੀ। ਉਹ ਸਾਡੇ ਕੋਲ ਅੱਜ ਵੀ ਹੈ, ਸ਼ਬਦ ਰੂਪ ਵਿੱਚ ਹੈ, ਜੋਤ ਰੂਪ ਦੇ ਵਿੱਚ ਹੈ ਜੀ। ਬਿਲਕੁਲ। ਤੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਇਹ ਉਹਨਾਂ ਦਾ ਪੈਗਾਮ ਹੈ ਨਾ ਇਹ ਜਗਤ ਨੂੰ ਕਿ ਦੁੱਖ ਸੁੱਖ ਵੇਲੇ ਇੱਕੋ ਜਿਹਾ ਤੁਸੀਂ ਮਹਿਸੂਸ ਕਰਨਾ ਆ। ਦੁੱਖ ਵੇਲੇ ਦੁੱਖ ਨਹੀਂ ਮਹਿਸੂਸ ਕਰਨਾ, ਸੁੱਖ ਵੇਲੇ ਭੰਗੜੇ ਨਹੀਂ ਪਾਉਣੇ ਜੀ। ਦੁੱਖ ਹੋਵੇ ਚਾਹੇ ਸੁੱਖ ਹੋਵੇ, ਜਿਹੋ ਜਿਹਾ ਮਾਜੀ ਸੰਸਕਾਰ ਹੋਵੇ ਸਾਡੇ ਸਿੱਖ ਜਗਤ ਦੇ ਵਿੱਚ ਖਾਸ ਕਰਕੇ ਅਸੀਂ ਆਨੰਦ ਸਾਹਿਬ ਦਾ ਪਾਠ ਹੁੰਦਾ, ਬਾਅਦ ਚ ਫਿਰ ਅਰਦਾਸ ਹੁੰਦੀ ਆ, ਫਿਰ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਆ ਜੀ। ਇਹ ਗੁਰੂ ਨਾਨਕ ਪਾਤਸ਼ਾਹ ਦਾ ਆਪਣਾ ਸੁਨੇਹਾ ਹੀ ਆ ਨਾ ਜੀ। ਬਿਲਕੁਲ ਪੈਗਾਮ ਹੈ ਨਾ ਜੀ। ਅਸੀਂ ਦੁੱਖ ਸੁੱਖ ਨਹੀਂ ਮਨਾਉਣਾ, ਅਸੀਂ ਇੱਕੋ ਜਿਹਾ ਰਹਿਣਾ ਹੈ, ਦੁੱਖ ਵਿੱਚ ਵੀ ਸੁੱਖ ਵਿੱਚ। ਇਹ ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ ਹੈ ਜੀ। ਤੇ ਬਾਕੀ ਰਹੀ ਗੱਲ ਕਰਮਕਾਂਡਾਂ ਦੀ, ਤੇ ਕਰਮਕਾਂਡ ਤੇ ਮੈਂ ਆਪਣੇ ਭਾਈ ਬਘੇਲ ਸਿੰਘ ਜੀ, ਮੈਨੂੰ ਕਈ ਵਾਰੀ ਇੰਨਾ ਡਰ ਲੱਗਦਾ ਕਿ ਉਹ ਗੱਲ ਕੋਈ ਕਹਿਣ ਕੋਈ ਐਸਾ ਸ਼ਬਦ ਮੂੰਹ ਚੋਂ ਨਾ ਨਿਕਲ ਜਾਵੇ। ਆ ਦੇਖੋ ਰੱਖੜੀਆਂ ਆਉਣੀਆਂ ਫਾਰ ਐਗਜ਼ਾਮਪਲ, ਦੇਖੋ ਕਿੰਨਾ ਕੁਛ ਅਸੀਂ ਕਰਦੇ ਆ, ਸਾਰਾ ਕਰਮਕਾਂਡ ਹੀ ਆ। ਇਹਨਾਂ ਕੋਈ ਪੀੜਾ ਸਾਹਿਬ ਨੂੰ ਬੰਦਾ, ਕੋਈ ਬਾਹਰ ਨਿਸ਼ਾਨ ਸਾਹਿਬ ਨੂੰ, ਕੋਈ ਜਣੀ ਅਸੀਂ ਇਹਦਾ ਇਹ ਤੋਂ ਭਾਵ ਇਹ ਆ ਕਿ ਅਸੀਂ ਸੁਚੇਤ ਅਜੇ ਹੋਏ ਥੋੜੀ ਆ। ਇਹ ਭਾਈ ਆਪਣੇ ਭੋਗਲ ਸਾਹਿਬ ਜੀ ਕੋਈ ਕਵਿਤਾ ਰਾਹੀਂ ਸੰਦੇਸ਼ ਦੇ ਜੋ ਉਹ ਮੈਂ ਜ਼ਰੂਰ ਦਿਆਂਗਾ, ਜ਼ਰੂਰ ਦਿਆਂਗਾ। ਮੈਂ ਤੇ ਇਹ ਕਹਿਣਾ ਕਰੋ ਸ਼ੁਰੂ ਇਸ ਪ੍ਰੋਗਰਾਮ ਦੇ ਰਾਹੀਂ ਇਹ ਕਹਿਣਾ ਚਾਹਣਾ ਕਿ ਗੁਰੂ ਨਾਨਕ ਪਾਤਸ਼ਾਹ ਸਾਡੇ ਨਾਲ ਅੱਜ ਵੀ ਨੇ, ਔਰ ਉਹਨਾਂ ਦਾ ਜਿਹੜਾ ਸੰਦੇਸ਼ ਹੈ, ਜਿਹੜਾ ਉਹਨਾਂ ਦਾ ਉਪਦੇਸ਼ ਹੈ, ਅਸੀਂ ਉਹ ਤੇ ਪਹਿਰਾ ਦਈਏ ਤੇ ਅਸੀਂ ਆਪਣੇ ਆਪ ਨੂੰ ਸੁਚੇਤ ਕਰੀਏ ਤਾਂ ਕਿ ਇਹ ਜੀਵਨ ਇਹ ਲੋਕ ਸੁਖੀਆ ਪਰਲੋਕ ਸਹੇਲਾ ਹੋ ਜਾਏ, ਤਾਂ ਕਿ ਜੀਵਨ ਬਣ ਜਾਏ, ਜ਼ਿੰਦਗੀ ਬਣ ਜਾਏ ਜੀ। ਇਸ ਤਰ੍ਹਾਂ ਦੇ ਪ੍ਰੋਗਰਾਮ ਆਉਣੇ ਚਾਹੀਦੇ। ਸੁਨੇਹਾ ਤੇ ਮੈਂ ਭਾਈ ਕਪਤਾਨ ਸਿੰਘ ਜੀ ਜ਼ਰੂਰ ਦੇ ਕੇ ਜਾਵਾਂਗਾ, ਏਦਾਂ ਦੀ ਕੋਈ ਗੱਲ ਨਹੀਂ ਹੈ ਪਰ ਲੇਕਿਨ ਮੈਂ ਇਹ ਕਹਿਣਾ ਚਾਹਣਾ ਵੀ ਆ ਜਿਹੜੇ ਜਿਸ ਵੇਲੇ ਏਦਾਂ ਦੇ ਕਰਮਕਾਂਡਾਂ ਵਾਲੇ ਤਿਉਹਾਰ ਆਉਂਦੇ ਨੇ ਕਿ ਦਿਖਾਉਂਦੇ ਨੇ ਕਿ ਦੇਖੋ ਬੇਬੇ ਨਾਨਕੀ ਗੁਰੂ ਨਾਨਕ ਪਾਤਸ਼ਾਹ ਰੱਖੜੀ ਬੰਨ੍ਹਦੇ ਨੇ, ਮੈਂ ਹੈਰਾਨ ਹੋ ਜਾਣਾ ਵੀ ਜਿਸ ਗੁਰੂ ਨਾਨਕ ਨੇ ਇਹਨਾਂ ਧਾਗਿਆਂ ਦਾ ਜਿਹੜਾ ਤਬੀਤਾਂ ਦਾ ਖੰਡਨ ਕੀਤਾ ਹੋਵੇ, ਉਹ ਮੰਡਨ ਕਿਵੇਂ ਕਰ ਸਕਦੇ ਨੇ ਜੀ। ਭੋਗਲ ਸਾਹਿਬ ਤੇ ਮੈਂ ਬੇਨਤੀ ਕਰਨਾ ਚਾਹਾਂਗਾ, ਜਦੋਂ ਵੀ ਜਿਸ ਤਰ੍ਹਾਂ ਰੱਖੜੀ ਦੇ ਤਿਉਹਾਰ ਦੇ ਉੱਪਰ ਵੀ ਅਸੀਂ ਸਪੈਸ਼ਲ ਪ੍ਰੋਗਰਾਮ ਕੀਤੇ ਸੀਗੇ, ਸੋ ਸਮੇਂ ਦੇ ਉੱਪਰ ਜਦੋਂ ਆਪਣੇ ਨਾਲ ਦਿਹਾੜੇ ਜੁੜਦੇ ਆ ਤੇ ਆਪਾਂ ਜ਼ਰੂਰ ਇਹਨਾਂ ਦੀ ਜਿਹੜੀ ਵਿਆਖਿਆ ਵੀ ਕਰੀਦੀ ਆ ਤੇ ਸੰਗਤਾਂ ਨੂੰ ਸੁਚੇਤ ਕਰੀਦਾ। ਤੇ ਤੁਸੀਂ ਭਲੀ ਭਾਂਤੀ ਜਾਣਦੇ ਹੋ ਕਿ ਆਪਣਾ ਜਿਹੜਾ ਸਮੇਂ ਦੀਆਂ ਸੂਈਆਂ ਬਹੁਤ ਛੇਤੀ ਚੱਲ ਪੈਂਦੀਆਂ, ਸੋ ਆਪਾਂ ਬਿਲਕੁਲ ਸ਼ੋਰਟ ਸ਼ਬਦਾਂ ਦੇ ਵਿੱਚ ਮੈਂ ਚਾਹਾਂਗਾ ਕਿ ਬੇਨਤੀ ਜ਼ਰੂਰ ਕਰੋ। ਇੱਕ ਸੁਨੇਹਾ ਦੇਣਾ ਹੁਣ ਜੀ, ਉਹ ਇਹ ਆ ਬਈ ਪੀਰ ਪੈਗੰਬਰ ਜੱਗ ਤੇ ਬੜੇ ਆਏ, ਪੀਰ ਪੈਗੰਬਰ ਜੱਗ ਤੇ ਬੜੇ ਆਏ, ਆਪੋ ਆਪਣਾ ਧਰਮ ਪ੍ਰਚਾਰਦੇ ਰਹੇ, ਓਏ ਜਿਨ੍ਹਾਂ ਰੱਬ ਦੇ ਧਰਮ ਦੀ ਗੱਲ ਕੀਤੀ ਚੰਦਰੇ ਉਹਨਾਂ ਨੂੰ ਸੂਲੀ ਚਾੜਦੇ ਰਹੇ। ਬਾਬਾ ਇਹ ਇਤਿਹਾਸ ਵਾ ਸਾਡਾ। ਦੇਖੋ ਬਈ ਪੀਰ ਪੈਗੰਬਰ ਜੱਗ ਤੇ ਬੜੇ ਆਏ, ਆਪੋ ਆਪਣਾ ਧਰਮ ਪ੍ਰਚਾਰਦੇ ਰਹੇ, ਓਏ ਜਿਨ੍ਹਾਂ ਰੱਬ ਦੇ ਧਰਮ ਦੀ ਗੱਲ ਕੀਤੀ ਚੰਦਰੇ ਉਹਨਾਂ ਨੂੰ ਸੂਲੀ ਚਾੜਦੇ ਰਹੇ। ਬਈ ਨਾਮ ਬਾਣੀ ਨਾਲ ਮਨ ਜੇਕਰ ਮਾਂਜ ਲੈਂਦੇ, ਜਿਹੜਾ ਸਾਡੇ ਕੋਲ ਨਹੀਂ ਮਾਂਜਿਆ ਜਾ ਰਿਹਾ, ਆਪਾਂ ਜਿਹੜੀਆਂ ਗੱਲਾਂ ਕਰ ਰਹੇ ਆ, ਬਈ ਨਾਮ ਬਾਣੀ ਨਾਲ ਮਨ ਜੇਕਰ ਮਾਂਜ ਲੈਂਦੇ, ਸ਼ੈਤਾਨ ਬਿਰਤੀ ਦਾ ਇੰਨਾ ਨਾ ਸ਼ੋਰ ਹੁੰਦਾ, ਓਏ ਨਾਨਕ ਫਲਸਫਾ ਭੋਗਲ ਜੇ ਸਮਝ ਲੈਂਦੇ, ਅੱਜ ਖੁੱਲਿਆ ਹੀ ਸੰਸਾਰ ਦਾ ਹੋਰ ਹੁੰਦਾ। ਬਈ ਨਾਮ ਬਾਣੀ ਨਾਲ ਮਨ ਜੇਕਰ ਮਾਂਜ ਲੈਂਦੇ, ਸ਼ੈਤਾਨ ਬਿਰਤੀ ਦਾ ਇੰਨਾ ਨਾ ਸ਼ੋਰ ਹੁੰਦਾ, ਓਏ ਨਾਨਕ ਫਲਸਫਾ ਭੋਗਲ ਜੇ ਸਮਝ ਲੈਂਦੇ, ਅੱਜ ਹੁਲੀਆ ਹੀ ਸੰਸਾਰ ਦਾ ਹੋਰ ਹੁੰਦਾ। ਯਾਰੋ ਅੱਜ ਹੁਲੀਆ ਹੀ ਸੰਸਾਰ ਦਾ ਹੋਰ ਹੁੰਦਾ ਜੀ। ਸੋ ਭੋਗਲ ਸਾਹਿਬ ਸਾਨੂੰ ਪਹਿਰਾ ਦੇਣ ਦੀ ਲੋੜ ਆ ਤਾਂ ਜਾ ਕੇ ਹੁਲੀਆ ਬਦਲਣਾ ਵੀਰ
ਜੀ ਬਹੁਤ ਬਹੁਤ ਤੁਹਾਡਾ ਮੈਂ ਧੰਨਵਾਦ ਕਰਨਾ ਚਾਹਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੋ ਇਹ ਤਾਂ ਸਾਡੇ ਗੁਰਦੇਵ ਸਿੰਘ ਜੀ ਭੋਗਲ ਜਿਨ੍ਹਾਂ ਨੂੰ ਸੰਗਤਾਂ ਭਲੀ ਭਾਂਤੀ ਜਾਣਦੀਆਂ ਹਨ। ਸੋ ਕਲਮ ਦੇ ਰਾਹੀਂ ਬਹੁਤ ਸੋਹਣੇ ਸ਼ਬਦਾਂ ਦੇ ਰਾਹੀਂ ਜਿਹੜਾ ਹੈ ਹਰ ਪ੍ਰੋਗਰਾਮ ਦੇ ਵਿੱਚ ਸਹਿਯੋਗ ਕਰਦੇ ਹਨ ਤੇ ਆਪਣੇ ਜਿਹੜੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਹਨ। ਸੋ ਭਾਈ ਕਪਤਾਨ ਸਿੰਘ ਜੀ ਤੁਹਾਡੇ ਵੱਲ ਮੈਂ ਵਾਪਸ ਆਵਾਂਗਾ। ਤਾਂ ਮੇਰੇ ਨਾਲ ਪਹਿਲਾਂ ਇੱਕ ਕਾਲ ਜਿਹੜੀ ਇਟਲੀ ਤੋਂ ਸ਼ਾਇਦ ਜੁੜੀ ਹੋਈ ਆਪਾਂ ਪਹਿਲਾਂ ਉਹਨਾਂ ਨੂੰ ਲੈ ਲਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿ ਖਾਲਸਾ ਫਤਿਹ ਜੀ। ਹਾਂਜੀ ਭਾਈ ਸਾਹਿਬ ਆਪ ਜੀ ਦਾ ਨਾਮ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਜੀ? ਮੈਂ ਗੁਰਦਿਆਲ ਸਿੰਘ ਬੋਲਦਾ ਜੀ, ਪੈਰਿਸ ਤੋਂ ਜੀ। ਪੈਰਿਸ ਤੋਂ ਜੀ। ਗੁਰਦਿਆਲ ਸਿੰਘ ਜੀ ਆਪ ਜੀ ਦਾ ਜੀ ਆਇਆਂ ਨੂੰ ਕਹਿੰਦੇ ਆ ਜੀ, ਧੰਨਵਾਦ। ਤੇ ਅੱਜ ਦੇ ਇਸ ਪ੍ਰੋਗਰਾਮ 'ਚ ਜਿੰਨੀਆਂ ਵੀ ਸੰਗਤਾਂ ਆਪਾਂ ਨੂੰ ਦੇਖ ਰਹੀਆਂ ਸੁਣ ਰਹੀਆਂ, ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਸਮੇਂ-ਸਮੇਂ ਆਪ ਜੀ ਦੇ ਬਹੁਤ ਅੱਛੇ ਪ੍ਰੋਗਰਾਮ ਆਉਂਦੇ ਰਹਿੰਦੇ ਆ ਜੀ। ਤੇ ਅੱਜ ਵੀ ਮੈਂ ਕੁਦਰਤੀ ਆਪ ਜੀ ਦਾ ਪ੍ਰੋਗਰਾਮ ਹੁਣੇ ਆ ਕੇ ਦੇਖਣਾ ਸ਼ੁਰੂ ਕੀਤਾ ਸੀਗਾ ਜੀ। ਤੇ ਵਿਚਾਰ ਤੁਹਾਡੇ ਆਪਣੇ ਬਹੁਤ ਅੱਛੇ ਆ, ਜਿਹੜੇ ਮੇਰੇ ਵੀਰ ਵਿਚਾਰ ਦੇ ਕੇ ਗਏ ਉਹਨਾਂ ਦੇ ਬਹੁਤ ਅੱਛੇ। ਇੱਕ ਗੱਲ ਦਾ ਮੈਨੂੰ ਥੋੜਾ ਜਿਹਾ ਲੱਗਦਾ ਹੈ, ਉਸ ਕਰਕੇ ਮੈਂ ਆਪ ਜੀ ਨਾਲ ਗੱਲ ਕਰਨੀ ਚਾਹੁੰਦਾ ਜੀ। ਬਿਲਕੁਲ ਜ਼ਰੂਰ ਜੀ। ਕਿ ਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ, ਉਹਨਾਂ ਨੇ ਜਿਹੜਾ ਪੰਥ ਇੱਥੇ ਧਰਤੀ ਤੇ ਚਲਾਇਆ ਉਹ ਸ਼ਬਦ ਗੁਰੂ ਦਾ ਪੰਥ ਸੀ ਜੀ। ਤੇ ਦੇਹਧਾਰੀ ਗੁਰੂ ਦੀ ਜਾਂ ਤਸਵੀਰਾਂ ਦੀ ਜਾਂ ਸਟੈਚੂ ਤੋਂ ਉਹਨਾਂ ਨੇ ਸਾਨੂੰ ਦੂਰ ਕੀਤਾ ਜੀ। ਬਿਲਕੁਲ। ਤੇ ਸਾਨੂੰ ਸ਼ਬਦ ਗੁਰੂ ਦੇ ਲੜ ਜੋੜਿਆ। ਪਰ ਜਦੋਂ ਆਪਣਾ ਹੁਣ ਪ੍ਰੋਗਰਾਮ ਉੱਥੇ ਆ ਰਿਹਾ ਤਾਂ ਉਹਦੇ ਵਿੱਚ ਤਸਵੀਰ ਨੂੰ ਬਾਰ-ਬਾਰ ਦਿਖਾਇਆ ਜਾ ਰਿਹਾ ਗੁਰੂ ਨਾਨਕ ਦੇਵ ਜੀ ਨੂੰ ਜੀ। ਤੇ ਉਹਦੇ ਨਾਲ ਕੋਈ ਪ੍ਰੈਸ਼ਰ ਆਪਣੇ ਸਰੋਤਿਆਂ ਦੇ ਉੱਤੇ ਇਦਾਂ ਦਾ ਵੀ ਜਾ ਸਕਦਾ ਜਾਂ ਜਾ ਰਿਹਾ ਹੋਵੇਗਾ ਜੀ ਕਿ ਜਿਹੜੀ ਤਸਵੀਰ ਹੈ ਗੁਰੂ ਨਾਨਕ ਦੇਵ ਦੀ ਤਸਵੀਰ ਹੈ ਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਅਸਲੀ ਮੈਸੇਜ ਹੈ ਉਹ ਤੋਂ ਅਸੀਂ ਪਹੁੰਚ ਸਕਦੇ ਹਾਂ ਜੀ। ਤੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਫੋਟੋ ਦੀ ਜਗ੍ਹਾ ਤੇ ਜੇ ਸ਼ਬਦ ਗੁਰੂ ਦਾ ਪਾਲਕੀ ਸਾਹਿਬ ਦਿਖਾਤੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਿਖਾਤੇ ਜਾਣ ਜੀ। ਤੇ ਗੁਰੂ ਨਾਨਕ ਦੇਵ ਜੀ ਦੀ ਅਸਲੀ ਜਿਹੜਾ ਸਰੂਪ ਆ ਉਹ ਇਹ ਆ ਜੀ। ਇਹ ਸ਼ਬਦ ਗੁਰੂ ਤੇ ਉਹਦਾ ਆਪਾਂ ਨੂੰ ਮੈਸੇਜ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਬੜਾ ਅੱਛਾ ਜਾ ਸਕਦਾ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਭਾਈ ਸਾਹਿਬ। ਤੁਹਾਡੇ ਸੁਝਾਅ ਤੇ ਅਸੀਂ ਜ਼ਰੂਰ ਗੌਰ ਕਰਾਂਗੇ। ਸੋ ਹੋਰ ਕੁਝ ਕਹਿਣਾ ਚਾਹੁੰਦੇ ਆ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਬਘੇਲ ਸਿੰਘ ਜੀ ਮੈਂ ਇੱਥੇ ਥੋੜਾ ਜਿਹਾ ਇੱਕ ਬੇਨਤੀ ਕਰਨੀ ਚਾਹਾਂਗਾ। ਬਹੁਤ ਵਧੀਆ ਆਪੋ ਆਪਣੇ ਵਿਚਾਰ ਹੁੰਦੇ ਹੋਏ ਵਿਚਾਰ ਦੇ ਕੇ ਗਏ ਭਾਈ ਗੁਰਦਿਆਲ ਸਿੰਘ ਜੀ ਆਪਣਾ ਪੈਰਿਸ ਤੋਂ ਫਰਾਂਸ ਤੋਂ ਜੀ। ਹਾਂ ਇੱਕ ਗੱਲ ਹੈ, ਗੁਰੂ ਸਾਹਿਬ ਨੇ ਸਾਨੂੰ ਮੂਰਤੀ ਪੂਜਾ ਦਾ ਖੰਡਨ ਕੀਤਾ, ਪਰ ਕੀ ਆ ਜਿਹੜੇ ਛੋਟੇ ਬੱਚੇ ਹੁੰਦੇ ਨਾ, ਛੋਟਿਆਂ ਬੱਚਿਆਂ ਨੂੰ ਗੁਰੂ ਨਾਲ ਜੋੜਨ ਦੇ ਪਿੱਛੇ ਜੇ ਅਸੀਂ ਵੀ ਪ੍ਰੋਗਰਾਮ ਦੇ ਵਿੱਚ ਜਿਹੜੀ ਗੁਰੂ ਸਾਹਿਬ ਦੀ ਰੱਖੜੀ ਵਾਲੀ ਫੋਟੋ ਦਾ ਅਸੀਂ ਵਿਰੋਧ ਕਰਕੇ ਗਏ ਆ ਜੀ। ਉਹਦੇ 'ਚ ਕੀ ਹੁੰਦਾ, ਜਾਂ ਤੇ ਪਹਿਲਾਂ ਅਸੀਂ ਵੀ ਆਪਣੇ ਘਰਾਂ ਦੇ ਵਿੱਚ ਫੋਟੋਆਂ ਦੀ ਜਗ੍ਹਾ ਤੇ ਸ਼ਬਦ ਲਿਖ ਕੇ ਟੰਗੇ ਹੋਣ ਜੀ, ਬਾਣੀ ਦੀਆਂ ਪੰਕਤੀਆਂ ਲਿਖ ਕੇ ਟੰਗੀਆਂ ਹੋਣ ਜੀ। ਉਹਦੇ 'ਚ ਕੀ ਆ ਵੀ ਛੋਟਿਆਂ ਬੱਚਿਆਂ ਨੂੰ ਕਈ ਅਸੀਂ ਕਹਿੰਦੇ ਆ ਨਾ ਵੀ ਬੱਚਾ ਕਹਿ ਵਾਹਿਗੁਰੂ ਕਹਿ ਬਾਬੇ ਨੂੰ ਮੱਥਾ ਟੇਕ ਜੀ, ਉਹ ਕੇਵਲ ਇੱਕ ਸ਼ਰਧਾ ਭਾਵਨਾ ਵਾਸਤੇ ਵੀ ਬੱਚੇ ਸਾਡੇ ਚੰਗੇ ਬੰਨੇ ਨੂੰ ਜੁੜ ਜਾਣ ਜਾਂ ਇਹਨਾਂ ਨੂੰ ਪਤਾ ਲੱਗ ਜੇ ਵੀ ਇਹ ਗੁਰੂ ਨਾਨਕ ਆ, ਤੋਂ ਬਾਅਦ ਗੁਰੂ ਦਾ ਜਿਹੜਾ ਉਹ ਸ਼ਬਦ ਆ ਜੀ। ਤੇ ਉਹ ਇਸ ਕਰਕੇ ਜਿਹੜੀਆਂ ਫੋਟੋਆਂ ਘਰਾਂ ਦੇ ਵਿੱਚ ਵੀ ਤੁਸੀਂ ਵੇਖੋ ਸਾਰਿਆਂ ਦੇ ਘਰਾਂ 'ਚ ਲੱਗੀਆਂ ਹੁੰਦੀਆਂ ਨੇ, ਔਰ ਕਈ ਵਾਰੀ ਜਿਹੜੀ ਪਿੱਛੇ ਵੀ ਉਹ ਚਲਾਈਆਂ ਜਾਂਦੀਆਂ ਨੇ। ਪਰ ਕੀ ਆ, ਪਰ ਤੁਸੀਂ ਵੇਖੋ ਕਈ ਵਾਰੀ ਅਸੀਂ ਗੁਰਦੁਆਰਿਆਂ ਦੇ ਪ੍ਰਬੰਧ ਚੁਣੇ ਜਾਂ ਕਿਤੇ ਹੁੰਦੇ ਤੇ ਹਰ ਥਾਂ ਜਿਹੜੀਆਂ ਉਹ ਫੋਟੋਆਂ ਲੱਗੀਆਂ ਹੁੰਦੀਆਂ ਤੇ ਗੁਰਦੁਆਰਿਆਂ 'ਚ ਹੀ ਕਿੰਨਾ ਪ੍ਰਚਾਰ ਹੁੰਦਾ ਉੱਥੇ ਫੋਟੋਆਂ ਤੁਸੀਂ ਵੇਖੋ ਹਰ ਗੁਰਦੁਆਰੇ ਲੱਗੀਆਂ ਹੁੰਦੀਆਂ, ਪ੍ਰਚਾਰ ਹੁੰਦਾ। ਉਹਦੇ 'ਚ ਕੀ ਆ ਵੀ ਕੇਵਲ ਜਿਹੜਾ ਵਾ ਛੋਟੇ ਬੱਚਿਆਂ ਨੂੰ ਜੋੜਨ ਵਾਸਤੇ ਵੀ ਜਿੱਦਾਂ ਕਹਿੰਦੇ ਬੱਚਾ ਕਹਿ ਵਾਹਿਗੁਰੂ ਜਾਂ ਬਾਬਾ ਜੀ ਨੂੰ ਮੱਥਾ ਟੇਕ, ਉਸ ਕਰਕੇ ਇਹ ਚੀਜ਼ਾਂ ਜਿਹੜੀਆਂ ਉਹ ਲਾਈਆਂ ਜਾਂਦੀਆਂ ਨੇ। ਔਰ ਅਕਾਲ ਚੈਨਲ ਸ਼ੁਰੂ ਤੋਂ ਹੀ ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ ਦੇ ਰਿਹਾ, ਔਰ ਅੱਜ ਵੀ ਅਸੀਂ ਗੱਲ ਜਿਹੜੀ ਸ਼ੁਰੂ ਕੀਤੀ ਸੀ ਉਹ ਵਹੀ ਨਦੀ ਤੋਂ ਕਰਨ ਲੱਗੇ ਸੀ, ਫਿਰ ਥੋੜਾ ਸਾਨੂੰ ਜਿਹੜਾ ਉਹ ਬੈਕ ਜਾਣਾ ਪਿਆ। ਮੈਂ ਇਹ ਤੁਹਾਨੂੰ ਕਹਿ ਰਿਹਾ ਸੀ ਕਿਉਂਕਿ ਇਸ ਮੁੱਦੇ ਤੇ ਆਪਾਂ ਕਿਸੇ ਦਿਨ ਖੁੱਲ ਕੇ ਵਿਚਾਰ ਕਰਾਂਗੇ ਤੇ ਮੈਂ ਆਪਣੇ ਸਰੋਤਿਆਂ ਦਾ ਧੰਨਵਾਦ ਕਰਨਾ ਚਾਹਾਂਗਾ, ਭਾਈ ਸਾਹਿਬ ਗੁਰਦਿਆਲ ਸਿੰਘ ਜੀ ਦਾ ਵੀ ਧੰਨਵਾਦ ਕਰਨਾ ਚਾਹਾਂਗਾ। ਤੁਹਾਡਾ ਸੁਝਾਅ ਜਿਹੜਾ ਹੈ ਉਹ ਬਿਲਕੁਲ ਅਸੀਂ ਵੀ ਸੁਣ ਲਿਆ ਹੈ, ਸੰਗਤਾਂ ਨੇ ਵੀ ਜ਼ਰੂਰ ਇਸ ਨੂੰ ਸੁਣ ਲਿਆ ਹੋਵੇਗਾ। ਤੇ ਆਪਣੇ ਵੱਲੋਂ ਮੈਂ ਜ਼ਰੂਰ ਬੇਨਤੀ ਕਰਨਾ ਚਾਹਾਂਗਾ ਕਿ ਪ੍ਰੋਗਰਾਮ ਦੇ ਵਿੱਚ ਵੀ ਜਿਸ ਤਰ੍ਹਾਂ ਆਪ ਜੀ ਨੇ ਤਸਵੀਰ ਦਾ ਜ਼ਿਕਰ ਕੀਤਾ ਹੈ, ਸੋ ਅੱਜ ਦਾ ਸਾਡਾ ਮੁੱਦਾ ਇਹ ਨਹੀਂ ਹੈ, ਪਰ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਵੀ ਆਪ ਨੂੰ ਇਹ ਜਾਣਕਾਰੀ ਦੇ ਦਿੱਤੀ ਹੈ, ਪਰ ਸਾਡਾ ਜਿਹੜਾ ਮਨ ਹੈ ਜਾਂ ਖਾਸ ਤੌਰ ਤੇ ਸਾਡੇ ਜਿਹੜੇ ਬੱਚੇ ਹਨ, ਜੇਕਰ ਆਪਾਂ ਉਹਨਾਂ ਨੂੰ ਦੱਸਣਾ ਹੋਵੇ ਕਿ ਗੁਰੂ ਨਾਨਕ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਸਾਡੇ ਬਾਕੀ ਗੁਰੂ ਸਾਹਿਬਾਨ ਕਿਹੋ ਜਿਹੇ ਲੱਗਦੇ ਸਨ ਜਾਂ ਕਿਹੋ ਜਿਹੀ ਉਹਨਾਂ ਦੀ ਦਿੱਖ ਸੀ, ਕਿਉਂਕਿ ਸ਼ਬਦ ਜਾਂ ਗੁਰਬਾਣੀ ਨੂੰ ਤਾਂ ਉਹੀ ਬੰਦਾ ਸਮਝ ਸਕਦਾ ਹੈ ਜਿਸ ਨੇ ਕੋਈ ਸੰਥਿਆ ਲਈ ਹੋਵੇ ਜਾਂ ਗੁਰਬਾਣੀ ਪੜ੍ਹਨਾ ਜਾਣਦਾ ਹੋਵੇ। ਸੋ ਸ਼ਬਦ ਗੁਰੂ ਦੇ ਨਾਲ ਹੀ ਜੁੜਨਾ ਹੈ। ਉਹਨਾਂ ਫੋਟੋਆਂ ਦੇ ਅੱਗੇ ਦੀਵੇ ਜਗਾਉਣੇ, ਉਹਨਾਂ ਦੇ ਅੱਗੇ ਧੂਫਾਂ ਬਾਲਣੀਆਂ ਜਾਂ ਫੋਟੋਆਂ ਨੂੰ ਮੱਥੇ ਟੇਕਣੇ, ਉਹ ਬਿਲਕੁਲ ਗਲਤ ਹੈ। ਪਰ ਜੇਕਰ ਸਿਰਫ ਇੱਕ ਮੈਸੇਜ ਦੇ ਤੌਰ ਦੇ ਉੱਪਰ ਜਾਂ ਇੱਕ ਦੱਸਣ ਦੇ ਤੌਰ ਦੇ ਉੱਪਰ ਕਿ ਜੇਕਰ ਇਮੇਜਿਨ ਕੀਤਾ ਜਾਵੇ ਤਾਂ ਗੁਰੂ ਸਾਹਿਬਾਨ ਕਿਹੋ ਜਿਹੇ ਲੱਗਦੇ ਸਨ ਜਾਂ ਸਰੀਰਕ ਤੌਰ ਤੇ ਉਹਨਾਂ ਦੀ ਦਿੱਖ ਕਿਹੋ ਜਿਹੀ ਸੀ, ਸੋ ਉਸ ਵਕਤ ਉਸ ਕਾਰਨ ਕਰਕੇ ਜਿਹੜੀਆਂ ਫੋਟੋਆਂ ਜਿਹੜੀਆਂ ਬਣਾਈਆਂ ਜਾਂਦੀਆਂ ਹਨ। ਸੋ ਬਿਲਕੁਲ ਅਸੀਂ ਵੀ ਜਿਹੜੀ ਹੈ ਮੂਰਤੀ ਪੂਜਾ ਦੇ, ਫੋਟੋ ਪੂਜਾ ਦੇ ਬਿਲਕੁਲ ਖਿਲਾਫ ਹਾਂ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਫੋਟੋ ਦੇ ਵਿੱਚ ਨਹੀਂ ਬੈਠੇ ਹਨ। ਸਿਰਫ ਤੇ ਸਿਰਫ ਇੱਕ ਸਾਨੂੰ ਇਹ ਸੇਧ ਮਿਲਦੀ ਹੈ ਕਿ ਸਰੀਰਕ ਤੌਰ ਤੇ ਜੇਕਰ ਆਪਾਂ ਇਮੇਜਿਨ ਕਰੀਏ ਤਾਂ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਦਿੱਖ ਸੀ ਉਹ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੀ ਸੀ। ਸੋ ਦੇਖਦੇ ਹਾਂ ਕਿ ਸਾਡੇ ਨਾਲ ਅਗਲੀ ਕਾਲ ਦੇ ਉੱਪਰ ਕੌਣ ਜੁੜੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ ਭਾਈ ਸਾਹਿਬ। ਹਾਂਜੀ, ਆਪ ਜੀ ਦਾ ਨਾਮ ਦੱਸੋ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਜੀ?
ਮੈਂ ਕੁਲਵੰਤ ਸਿੰਘ ਬੋਲ ਰਿਹਾ ਸਲੋ ਤੋਂ ਭਾਜੀ। ਹਾਂਜੀ ਆਪ ਜੀ ਦਾ ਭਾਈ ਸਾਹਿਬ ਸਵਾਗਤ ਹੈ ਤੇ ਅੱਜ ਦੇ ਪ੍ਰੋਗਰਾਮ 'ਚ ਕੀ ਕਹਿਣਾ ਚਾਹੁੰਦੇ ਆ ਭਾਜੀ? ਪਤਾ ਕਿਤਾ ਮੇਰੀ ਗੱਲ ਦਾ ਇੱਕ ਮਿੰਟ, ਮੇਰੀ ਗੱਲ ਥੋੜੀ ਡਿਫਰੈਂਟ ਆ ਜੀ। ਤੇ ਦੇਖੋ ਭਾਜੀ, ਮੇਰਾ ਪਿੰਡ ਗਿੱਦੜਪਿੰਡੀ ਡਿਸਟ੍ਰਿਕਟ ਜਲੰਧਰ ਦੇ ਵਿੱਚ ਆ ਜੀ। ਸਾਡੇ ਪਿੰਡ ਦੇ ਵਿੱਚ ਬਾਬਾ ਵੀਰ ਸਿੰਘ ਦੀ ਜਗ੍ਹਾ ਜੀ। ਤੇ ਇੱਕ ਸਾਡੇ ਪਿੰਡ ਦਾ ਬਹੁਤ ਫਕੀਰ ਹੁੰਦਾ ਸੀ, 3.5 ਕਿੱਲੇ ਜ਼ਮੀਨ ਜੀ ਉਹਦੀ ਗੁਰਦੁਆਰਾ ਸਾਹਿਬ ਦੇ ਨਾਲ ਸੀ ਹਨਾ ਜੀ। ਤੇ ਉਹ ਬੰਦਾ ਇੰਨਾ ਭਗਤ ਸੀ, ਉਹ ਗਜਾ ਕਰਕੇ ਪਿੰਡ ਦੇ ਵਿੱਚੋਂ ਸ਼ਾਮ ਨੂੰ ਰੋਟੀ ਖਾਂਦਾ ਸੀ ਜੀ। ਠੀਕ ਹੈ। ਉਹ ਬੰਦਾ ਤਾਂ ਚਲੋ ਰੱਬ ਨੂੰ ਪੂਰਾ ਹੋ ਗਿਆ ਜੀ। ਉਹਦੀ ਜਿਹੜੀ ਲੜਕੀ ਸੀ ਉਹਨੇ 3.5-4 ਕਿੱਲੇ ਜੋ ਵੀ ਜ਼ਮੀਨ ਸੀ ਗੁਰਦੁਆਰਾ ਸਾਹਿਬ ਦੇ ਨਾਲ ਲਵਾਤੀ ਜੀ। ਠੀਕ ਆ ਜੀ। ਹੋਇਆ ਕਿ ਸਾਡੇ ਪਿੰਡ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਕਬਜ਼ਾ ਕਰ ਲਿਆ ਜੀ। ਗੁਰੂ ਘਰ ਦੇ ਉੱਤੇ। ਬਾਬਾ ਵੀਰ ਸਿੰਘ ਟਾਹਲੀ ਸਾਹਿਬ ਗਿੱਦੜਪਿੰਡੀ ਲਈਆਂ ਤੋਂ ਮਖੂ ਦੇ ਰੋਡ ਦੇ ਉੱਤੇ ਬਹੁਤ ਵੱਡਾ ਪਿੰਡ ਆ ਜੀ। ਜੀ। ਹੁਣ ਤੁਸੀਂ ਦੱਸੋ ਵੀ ਬਾਬੇ ਨਾਨਕ ਦਾ ਸਿਧਾਂਤ ਉੱਤੇ ਸ਼੍ਰੋਮਣੀ ਕਮੇਟੀ ਕਿੱਥੋਂ ਪੂਰਾ ਕਰ ਰਹੀ ਆ? ਜੀ। ਇੱਕ ਬੰਦਾ ਜਿਹਨੇ ਸਾਰੀ ਉਮਰ ਸਾਰਾ ਗਜਾ ਕਰਕੇ ਆਪਦਾ ਜੀਵਨ ਪੂਰਾ ਕੀਤਾ, ਇੱਕ ਉਹਦੀ ਲੜਕੀ ਉਹਨੇ 3.5 ਕਿੱਲੇ ਗੁਰੂ ਘਰ ਨੂੰ ਭੇਟ ਕੀਤੇ ਜੀ। ਹੁਣ ਸ਼੍ਰੋਮਣੀ ਕਮੇਟੀ ਨੇ ਉਸ ਗੁਰੂ ਘਰ ਦੇ ਕਬਜ਼ਾ ਕਰ ਲਿਆ। ਤੁਸੀਂ ਦੱਸੋ ਵੀ ਇਸ ਬਾਬਤ ਆਪਾਂ ਕੀ ਕਰ ਸਕਦੇ ਆ? ਜੀ ਬਿਲਕੁਲ, ਅਸੀਂ ਤੁਹਾਡੇ ਸਵਾਲ ਦਾ ਜਵਾਬ ਦੇਵਾਂਗੇ ਤੇ ਇਸ ਤੋਂ ਇਲਾਵਾ ਹੋਰ ਕੁਝ ਕਹਿਣਾ ਚਾਹੁੰਦੇ ਆ ਭਾਜੀ? ਇਹ ਆ ਵੀ ਹਾਂਜੀ ਜੀ ਭਾਜੀ, ਇਹ ਆ ਵੀ ਸ਼੍ਰੋਮਣੀ ਕਮੇਟੀ ਆਪਣੀ ਜੋ ਵੀ ਅਕਾਲੀ ਦਲ ਦੀ ਹੈ ਗਵਰਨਮੈਂਟ ਆ, ਇਹ ਸਾਰ ਆਪਾਂ ਨੂੰ ਧੱਕਾ ਕਰ ਰਹੀ ਆ ਜੀ। ਸੋ ਮੈਂ ਭਾਈ ਸਾਹਿਬ ਆਪ ਜੀ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਸਾਡਾ ਅੱਜ ਦਾ ਵਿਸ਼ਾ ਨਾ ਤਾਂ ਸ਼੍ਰੋਮਣੀ ਕਮੇਟੀ ਦਾ ਹੈ ਤੇ ਨਾ ਹੀ ਆਪਾਂ ਅਕਾਲੀ ਦਲ ਦੇ ਉੱਪਰ ਗੱਲ ਕਰ ਰਹੇ ਹਾਂ। ਸੋ ਮੈਂ ਆਪ ਜੀ ਦੇ ਸੁਝਾਵਾਂ ਦਾ ਸਤਿਕਾਰ ਵੀ ਕਰਦਾ, ਤੁਹਾਡੇ ਸਵਾਲ ਦਾ ਜਵਾਬ ਵੀ ਅਸੀਂ ਜ਼ਰੂਰ ਦੇਵਾਂਗੇ। ਸੋ ਪਰ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਮੁੱਦੇ ਦੇ ਉੱਪਰ ਰਹਿ ਕੇ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੋਵੇ ਉਸ ਦੇ ਬਾਬਤ ਹੀ ਗੱਲਬਾਤ ਕਰੀਏ, ਕਿਉਂਕਿ ਨਹੀਂ ਤਾਂ ਕਈ ਵਾਰ ਸਾਡਾ ਪ੍ਰੋਗਰਾਮ ਦਾ ਵਿਸ਼ਾ ਕੁਝ ਹੋਰ ਹੁੰਦਾ ਹੈ। ਸੋ ਆਪਣੀਆਂ ਗੱਲਾਂ ਬਾਤਾਂ ਦੀ ਲੜੀ ਜਿਹੜੀ ਆ ਉਹ ਪ੍ਰੋਗਰਾਮ ਨੂੰ ਕਿਸੇ ਹੋਰ ਪਾਸੇ ਲੈ ਜਾਂਦੀ ਹੈ। ਸੋ ਇੱਥੇ ਹੀ ਤੁਹਾਡਾ ਧੰਨਵਾਦ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਕਰਨੈਲ ਸਿੰਘ ਜੀ ਤੁਹਾਡੇ ਵੱਲ ਮੈਂ ਬਾਅਦ ਚ ਆਵਾਂਗਾ। ਭਾਈ ਕਪਤਾਨ ਸਿੰਘ ਜੀ ਤੁਸੀਂ ਇਸ ਦੇ ਬਾਬਤ ਜਵਾਬ ਦੇ ਦਿਆਂ ਤੇ ਭਾਈ ਕਰਨੈਲ ਸਿੰਘ ਜੀ ਫਿਰ ਤੁਸੀਂ ਇਹਨਾਂ ਕੋ ਵਿਚਾਰ ਲਓ ਜੀ। ਇਹਦਾ ਇਹ ਆ ਵੀ ਜੇ ਸ਼੍ਰੋਮਣੀ ਕਮੇਟੀ ਉੱਥੇ ਆਈ ਆ ਤੇ ਪਿੰਡ ਦਾ ਗੁਰਦੁਆਰਾ ਸੀ, ਪਿੰਡ ਦੀ ਸੰਗਤ ਨੂੰ ਵਿਰੋਧ ਕਰਨਾ ਚਾਹੀਦਾ। ਜਿੱਥੇ ਸਾਰਾ ਪਿੰਡ ਖੜਾ ਹੋ ਜੇ ਉੱਥੇ ਸ਼੍ਰੋਮਣੀ ਕਮੇਟੀ ਕੁਝ ਨਹੀਂ ਕਰ ਸਕਦੀ। ਜਿਹੜਾ ਗੁਰੂ ਨਾਨਕ ਨੇ ਸਾਨੂੰ ਸੰਵਿਧਾਨ ਦਿੱਤਾ, ਮੀਰੀ ਪੀਰੀ ਦੇ ਮਾਲਕ ਨੇ ਦਿੱਤਾ, ਕਲਗੀਧਰ ਸੱਚੇ ਪਾਤਸ਼ਾਹ ਨੇ ਭਗਤੀ ਤੇ ਸ਼ਕਤੀ ਦੋ ਚੀਜ਼ਾਂ ਸਾਨੂੰ ਦਿੱਤੀਆਂ। ਜਿਹੜਾ ਇਹ ਮਤਲਬ ਜਾਂ ਤੇ ਫਿਰ ਇਹ ਪਿੰਡ ਜਿਹੜਾ ਇਹਨਾਂ ਨੂੰ ਮੈਂ ਕੀ ਲਫ਼ਜ਼ ਵਰਤ ਸਕਦਾ, ਜੇ ਸਾਰਾ ਪਿੰਡ ਇਕੱਠਾ ਹੋ ਕੇ ਇੱਕ ਬੰਨੇ ਹੋ ਜਾਂਦਾ, ਗੁਰੂ ਘਰ ਦੀ ਜ਼ਮੀਨ ਸ਼੍ਰੋਮਣੀ ਕਮੇਟੀ ਨੂੰ ਅਸੀਂ ਨਹੀਂ ਅਧੀਨ ਹੋਣ ਦੇਣਾ। ਤੇ ਕਦੀ ਵੀ ਜਿੱਥੇ ਸਾਰਾ ਪਿੰਡ ਇਕੱਠਾ ਹੋ ਜਾਏ ਉੱਥੇ ਨਾ ਸਰਕਾਰ ਕੁਛ ਕਰ ਸਕਦੀ ਤੇ ਨਾ ਉਹੀ ਕੁਛ ਕਰ ਸਕਦੇ। ਸਰਕਾਰਾਂ ਨੂੰ ਵੋਟਾਂ ਦੀ ਲੋੜ ਹੁੰਦੀ ਆ ਤੇ ਜੇ ਪਿੰਡ ਸਾਰਾ ਇੱਕ ਬੰਨੇ ਇਕੱਠਾ ਹੋ ਜਾਏ ਤੇ ਇਹ ਕੁਛ ਨਹੀਂ ਸੀ ਹੋ ਸਕਦਾ। ਤੇ ਇਹਨਾਂ ਨੂੰ ਇਹ ਕਰਨ ਜਿਹੜਾ ਸਟੈਪ ਇਹਨਾਂ ਨੂੰ ਕਰਨਾ ਚਾਹੀਦਾ ਉਹ ਇਹਨਾਂ ਨੇ ਮੇਰਾ ਖਿਆਲ ਨਹੀਂ ਲੈ ਸਕੇ। ਸੋ ਖੈਰ ਸਾਡਾ ਵਿਸ਼ਾ ਨਹੀਂ, ਤੁਸੀਂ ਵਿਸ਼ੇ ਤੇ ਰਹੋ ਜੀ। ਇਸੇ ਗੱਲ ਤੇ ਮੈਂ ਭਾਈ ਕਰਨੈਲ ਸਿੰਘ ਹੁਣਾਂ ਵੱਲ ਚੱਲਾਂਗਾ। ਸੋ ਭਾਈ ਸਾਹਿਬ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਨਾਮ ਦਾ ਜਿਹੜਾ ਸਿਧਾਂਤ ਹੈ ਉਸ ਨੂੰ ਫੋਲੋ ਨਹੀਂ ਕੀਤਾ ਜਾ ਰਿਹਾ, ਪਰ ਕਿਤੇ ਨਾ ਕਿਤੇ ਇਹਦੀ ਕਮੀ ਜਿਹੜੀ ਹੈ ਉਹ ਸਾਡੇ 'ਚ ਨਹੀਂ ਆ ਜਾਂਦੀ। ਜੇਕਰ ਚੜ੍ਹਦੀ ਕਲਾ ਵਾਲੇ ਸਿੰਘ ਹੋਣ, ਬਾਣੀ ਦੇ ਨਾਲ ਜੁੜੇ ਹੋਏ ਹੋਣ ਤੇ ਸਾਨੂੰ ਆਪ ਹੀ ਪਤਾ ਲੱਗ ਜਾਂਦਾ ਹੈ ਕਿ ਕਿੰਨਾ ਕੁ ਗੁਰਮਤ ਦਾ ਸਤਿਕਾਰ ਕਰਦੇ ਹਨ ਜਾਂ ਕਿੰਨਾ ਕੁ ਗੁਰਮਤ ਤੇ ਪਹਿਰਾ ਦਿੰਦੇ ਹਨ। ਸੋ ਆਪਾਂ ਉਹਨਾਂ ਦੇ ਵਿਸ਼ੇ ਨੂੰ ਆਪਾਂ ਜਿਹੜਾ ਸਾਈਡ ਤੇ ਰੱਖਾਂਗੇ, ਪਰ ਨਾਲ ਦੀ ਨਾਲ ਹਲਕਾ ਜਿਹਾ ਜ਼ਰੂਰ ਉਹਨੂੰ ਜੋੜਨਾ ਚਾਹਾਂਗੇ। ਸੋ ਮੇਰਾ ਨਹੀਂ ਖਿਆਲ ਕਿ ਕੋਈ ਵੀ ਕਮੇਟੀ ਜਾਂ ਕੋਈ ਵੀ ਜਿਹੜੀ ਧਾਰਮਿਕ ਸੰਸਥਾ ਆਣ ਕੇ ਤੁਹਾਨੂੰ ਕਹੇਗੀ ਕਿ ਪ੍ਰਬੰਧ ਸਾਨੂੰ ਚਾਹੀਦਾ ਹੈ, ਜੇਕਰ ਉਹਨਾਂ ਨੂੰ ਦਿਸਦਾ ਹੈ ਕਿ ਪ੍ਰਬੰਧ ਬੜਾ ਸੁਚੱਜਾ ਚੱਲ ਰਿਹਾ ਹੈ ਤੇ ਗੁਰਮਤ ਅਨੁਸਾਰ ਚੱਲ ਰਿਹਾ ਹੈ। ਕੀ ਕਹਿਣਾ ਚਾਹੋਗੇ? ਠੀਕ ਹੈ ਜੀ, ਗੱਲ ਤੁਹਾਡੀ ਜੀ। ਤੇ ਵੈਸੇ ਮੈਂ ਇਸ ਤੁਹਾਡਾ ਜਵਾਬ ਦੇਣ ਤੋਂ ਪਹਿਲਾਂ ਨਾ ਜੀ ਭੋਗਲ ਸਾਹਿਬ ਦਾ, ਰੰਧਾਵਾ ਸਾਹਿਬ ਤੇ ਗੁਰਦਿਆਲ ਸਿੰਘ ਹੁਣਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗਾ ਇਸ ਗੱਲ ਲਈ। ਜੀ। ਮੈਂ ਜਦੋਂ ਵੀ ਕਿਤੇ ਮੌਕਾ ਮਿਲਦਾ ਕਥਾ ਵਿਚਾਰ ਕਰਨ ਦਾ ਤਾਂ ਮੇਰਾ ਇਹ ਵਿਸ਼ਾ ਜ਼ਰੂਰ ਹੁੰਦਾ, ਮੈਂ ਉਹਦੇ ਵਿੱਚ ਇਹ ਗੱਲ ਜ਼ਰੂਰ ਕਰਦਾ ਕਿ ਜਿਹੜਾ ਸਿੱਖ ਧਰਮ ਹੈ, ਸਿੱਖ ਧਰਮ ਦੇ ਵਿੱਚ ਹਰ ਸਿੱਖ ਜਿਹੜਾ ਉਹ ਪ੍ਰਚਾਰਕ ਹੋਣਾ ਚਾਹੀਦਾ। ਹਰ ਸਿੱਖ, ਸਿਰਫ ਇਹੀ ਨਹੀਂ ਗੱਲ ਕਿ ਜਿਹੜੇ ਕਥਾਵਾਚਕ ਜਾਂ ਰਾਗੀ ਢਾਡੀ ਨੇ ਉਹਨਾਂ ਦਾ ਹੀ ਕੰਮ ਹੈ, ਹਰੇਕ ਸਿੱਖ ਪ੍ਰਚਾਰਕ ਹੋਣਾ ਚਾਹੀਦਾ। ਪਰ ਇੱਥੇ ਆ ਕੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਜਿਹੜੇ ਇਹ ਸੱਜਣ ਕਾਲ ਕਰਦੇ ਨੇ, ਇਤਿਹਾਸ ਦੀ ਗੱਲ ਕਰਦੇ ਨੇ, ਬਹੁਤ ਵਧੀਆ ਗੱਲ ਕਰਦੇ ਨੇ, ਜਿਹਦੇ ਨਾਲ ਸਾਨੂੰ ਵੀ ਹੋਰ ਮੈਟਰ ਜਿਹੜਾ ਹੈ ਮਿਲਦਾ। ਇਸ ਗੱਲ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ। ਦੂਜੀ ਬੇਨਤੀ ਇਹ ਕਿ ਜਿੱਥੇ 545 ਸਾਲ ਹੋ ਚੁੱਕੇ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਤੇ ਸਿੱਖ ਧਰਮ ਦੀ ਸ਼ੁਰੂਆਤ ਹੋਇਆ, ਸਿੱਖ ਧਰਮ ਦਾ ਜਿਹੜੀ ਸ਼ੁਰੂਆਤ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਨਾਲ ਹੋਈ ਹੈ। ਤੇ 545 ਸਾਲਾਂ ਦੇ ਵਿੱਚ ਜਿੰਨੀ ਕੁ ਸਾਨੂੰ ਅਧਿਆਤਮਿਕ ਤੌਰ ਤੇ ਤਰੱਕੀ ਕਰਨੀ ਚਾਹੀਦੀ ਸੀ ਉਹ ਅਸੀਂ ਨਹੀਂ ਕਰ ਸਕੇ। ਤੇ ਇਹ ਗੱਲ ਜ਼ਰੂਰ ਹੈ ਕਿ ਜਿੱਥੇ ਪ੍ਰਬੰਧ ਨਹੀਂ ਹੈ ਉੱਥੇ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ
ਵਧੀਆ ਪ੍ਰਬੰਧ ਨਹੀਂ ਹੈ ਤੇ ਉੱਥੇ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਉਹ ਜਾ ਕੇ ਉਸ ਗੱਲ ਦੇ ਉੱਤੇ ਪਹਿਰਾ ਦੇਵੇ। ਤੇ ਹੁਣ ਵੀ ਪੰਜਾਬ ਦੇ ਵਿੱਚ, ਮੈਂ ਪੰਜਾਬ ਦੇ ਵਿੱਚੋਂ ਆਇਆ ਜਿੱਥੇ ਪ੍ਰਬੰਧ ਨਹੀਂ ਹੁੰਦਾ, ਅਸੀਂ ਉਹਨਾਂ ਨੂੰ ਚਿੱਠੀਆਂ ਪਾਣੇ ਕਿ ਪ੍ਰਬੰਧ ਇੱਥੇ ਸਹੀ ਨਹੀਂ ਚੱਲਦਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਹੋ ਰਹੀ ਹੈ। ਤੇ ਉਹ ਆਂਦੇ ਨੇ ਆ ਕੇ, ਸਾਡੀ ਗੱਲ ਤੇ ਇਤਬਾਰ ਨਹੀਂ ਇਕੱਲਾ ਕਰਦੇ, ਉਹ ਆਂਦੇ ਨੇ ਆ ਕੇ ਦੇਖਦੇ ਨੇ, ਆਪਣਾ ਜਿਹੜਾ ਨੁਮਾਇੰਦਾ ਭੇਜਦੇ ਨੇ ਤੇ ਉਹਦੇ ਮੁਤਾਬਕ ਜੇ ਪ੍ਰਬੰਧ ਸਹੀ ਲੱਗਦਾ ਉਹਨਾਂ ਨੂੰ ਤਾਂ ਉਹ ਰਿਪੋਰਟ ਆਪਣੀ ਦਿੰਦੇ ਨੇ ਕਿ ਸਹੀ ਹੈ, ਜੇਕਰ ਸਹੀ ਪ੍ਰਬੰਧ ਨਹੀਂ ਲੱਗਦਾ ਤਾਂ ਉਹ ਕਾਰਵਾਈ ਕਰਦੇ ਨੇ ਜੀ ਉਸ ਗੱਲ ਦੇ ਉੱਤੇ। तो इस करके क्योंकि जिस तरह भाई साहब ने अपने विचार दिते सी, सो पता नहीं कि ਇਹਦੇ ਪਿੱਛੇ ਅਸਲੀ ਕਾਰਨ ਕੀ ਸਨ, ਕਿਉਂਕਿ ਜਿਸ ਤਰ੍ਹਾਂ ਆਪਾਂ ਤਾਂ ਉਹਨਾਂ ਦੀ ਜ਼ੁਬਾਨੀ ਸੁਣਿਆ ਹੈ, ਕਿਉਂਕਿ ਅਸਲ ਪਿਕਚਰ ਕੀ ਸੀ, ਕਿਸ ਕਾਰਨ ਕਰਕੇ ਇਹ ਸਾਰਾ ਕੁਝ ਹੋਇਆ। ਸੋ ਮੈਂ ਭਾਈ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਅਸੀਂ ਆਪਣੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹਰ ਮੁੱਦੇ ਦਾ ਉੱਪਰ ਜ਼ਿਕਰ ਕਰੀਦਾ ਹੈ। ਸੋ ਜੇਕਰ ਆਪ ਜੀ ਇਹਨਾਂ ਪ੍ਰੋਗਰਾਮਾਂ ਨੂੰ ਦੇਖਦੇ ਹੋ, ਸੁਣਦੇ ਹੋ, ਆਪ ਜੀ ਦਾ ਬਿਲਕੁਲ ਦਿਲੋਂ ਸਤਿਕਾਰ ਕਰਦੇ ਹਾਂ, ਤੁਸੀਂ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਸੋ ਉਮੀਦ ਰੱਖਾਂਗੇ ਕਿ ਆਉਣ ਵਾਲੇ ਪ੍ਰੋਗਰਾਮਾਂ ਨੂੰ ਇਸੇ ਤਰ੍ਹਾਂ ਦੇਖਦੇ ਰਹੋਗੇ, ਸੁਣਦੇ ਰਹੋਗੇ ਤੇ ਸਾਡੇ ਨਾਲ ਜਿਹੜਾ ਆਪਣੇ ਵਿਚਾਰ ਉਹ ਸਾਂਝੇ ਕਰਦੇ ਰਹੋਗੇ। ਤੇ ਅਸੀਂ ਇਸ ਜਗ੍ਹਾ ਦੇ ਉੱਪਰ ਬੈਠ ਕੇ ਖਾਸ ਤੌਰ ਤੇ ਮੈਂ ਦੱਸਦਾ ਜਾਵਾਂ, ਕਿਉਂਕਿ ਨਾ ਤਾਂ ਅਸੀਂ ਸ਼੍ਰੋਮਣੀ ਕਮੇਟੀ ਦਾ ਪੱਖ ਲੈਣਾ ਹੈ ਤੇ ਨਾ ਹੀ ਅਸੀਂ ਅਕਾਲੀ ਸਰਕਾਰ ਦਾ ਤੇ ਨਾ ਕਿਸੇ ਹੋਰ ਸਰਕਾਰ ਦਾ, ਕਿਉਂਕਿ ਇਸ ਜਗ੍ਹਾ ਦੇ ਉੱਪਰ ਬੈਠ ਕੇ ਸਾਨੂੰ ਸਤਿਗੁਰੂ ਮਹਾਰਾਜ ਜੀ ਦੇ ਵੱਲੋਂ ਜੋ ਇਹ ਬਖਸ਼ਿਸ਼ ਹੋਈ ਹੈ ਜਾਂ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਮਤਿ ਅਤੇ ਕਰਮਕਾਂਡ ਦਾ ਜਿਹੜਾ ਵਿਸ਼ਾ ਲੈ ਕੇ ਅਸੀਂ ਹਾਜ਼ਰ ਹੋ ਰਹੇ ਹਾਂ। ਸੋ ਅਸੀਂ ਇਹ ਕਿਸੇ ਪਾਰਟੀ ਦੇ ਨਾਲ, ਕਿਸੇ ਕਮੇਟੀ ਦੇ ਨਾਲ ਸੰਬੰਧ ਹੋ ਕੇ ਗੱਲ ਨਹੀਂ ਕਰੀਦੀ। ਜੇਕਰ ਸ਼੍ਰੋਮਣੀ ਕਮੇਟੀ ਕਿਸੇ ਜਗ੍ਹਾ ਤੇ ਗਲਤ ਹੈ ਤਾਂ ਅਸੀਂ ਉਸ ਨੂੰ ਵੀ ਗਲਤ ਕਹਾਂਗੇ, ਭਾਵੇਂ ਉਹ ਅਕਾਲੀ ਪਾਰਟੀ ਹੋਵੇ, ਭਾਵੇਂ ਉਹ ਕਾਂਗਰਸ ਪਾਰਟੀ ਹੋਵੇ, ਕੋਈ ਵੀ ਪਾਰਟੀ ਹੋਵੇ। ਜਿੱਥੇ ਗੁਰੂ ਦੇ ਸਿਧਾਂਤ ਤੋਂ ਉਲਟ ਗੱਲ ਹੋ ਰਹੀ ਹੈ, ਉਹ ਅਕਾਲ ਚੈਨਲ, ਅਸੀਂ ਖਾਸ ਕਰਕੇ ਉਸ ਗੱਲ ਦਾ ਜ਼ਰੂਰ ਵਿਰੋਧ ਕਰਾਂਗੇ। ਹਾਂ, ਉਸ ਤੋਂ ਅੱਗੇ ਸੰਗਤਾਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਸਤਿਕਾਰ ਦੇਣਾ ਹੈ, ਕਿਸ ਤਰ੍ਹਾਂ ਸਹਿਯੋਗ ਦੇਣਾ ਹੈ, ਉਹ ਸੰਗਤਾਂ ਦਾ ਫਰਜ਼ ਬਣ ਜਾਂਦਾ ਹੈ। ਕਿਉਂਕਿ ਜਿਹੜਾ ਕੋਈ ਵੀ ਵਿਸ਼ਾ ਹੁੰਦਾ ਹੈ ਜਾਂ ਕਿਸੇ ਖਾਸ ਵਿਅਕਤੀ ਬਾਰੇ ਜਦੋਂ ਗੱਲ ਹੁੰਦੀ ਹੈ, ਜਿੰਨਾ ਚੱਕ ਉਹ ਵਿਅਕਤੀ ਸਾਡੇ ਵਿੱਚ ਆਪ ਹਾਜ਼ਰ ਨਾ ਹੋਵੇ, ਸੋ ਇੱਕ ਪਾਸੜ ਜਿਹੜੀ ਉਹ ਗੱਲਬਾਤ ਹੋ ਜਾਂਦੀ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਅਸੀਂ ਤਾਲਮੇਲ ਵੀ ਕਰਨਾ ਚਾਹੁੰਦੇ ਹਾਂ ਕਿ ਸਾਡੇ ਨਾਲ ਜਿੰਨੀਆਂ ਵੀ ਪੰਥਕ ਸ਼ਖਸੀਅਤਾਂ ਨਾਲ, ਜਿਹੜੀ ਵੀ ਸੰਸਥਾ ਦੇ ਨਾਲ ਉਹ ਸੰਬੰਧ ਰੱਖਦੀਆਂ ਹਨ, ਪ੍ਰੋਗਰਾਮ ਦੇ ਵਿੱਚ ਆਉਣ, ਉਹਨਾਂ ਨਾਲ ਸਵਾਲ ਜਵਾਬ ਕੀਤੇ ਜਾ ਸਕਣ। ਜਿਸ ਤਰ੍ਹਾਂ ਤੁਸੀਂ ਕਾਲ ਦੇ ਰਾਹੀਂ ਸਾਡੇ ਨਾਲ ਜੁੜੇ ਆ, ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਜਾ ਸਕਣ, ਪਰ ਸਾਡੇ ਨਾਲ ਜਿਹੜਾ ਉਹ ਰਾਬਤਾ ਨਹੀਂ ਹੋ ਪਾਉਂਦਾ। ਸੋ ਆਪ ਜੀ ਨੂੰ ਵੀ ਬੇਨਤੀ ਕਰਨਾ ਚਾਹਾਂਗੇ ਕਿ ਜਦੋਂ ਵੀ ਜਿਹੜੇ ਵੀ ਸਾਡੇ ਸਰਮੌਰ ਜਥੇਦਾਰ ਜਾਂ ਜਿੰਨੇ ਵੀ ਸਾਡੇ ਪੰਥਕ ਬੁਲਾਰੇ ਹਨ, ਜਦੋਂ ਵੀ ਇਸ ਧਰਤੀ ਦੇ ਉੱਪਰ ਆਉਂਦੇ ਹਨ, ਅਕਾਲ ਚੈਨਲ ਦੇ ਨਾਲ ਸੰਪਰਕ ਕਰੋ। ਆਪਾਂ ਉਹਨਾਂ ਨੂੰ ਆਪਣੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸੱਦ ਕੇ ਟੈਲੀਵਿਜ਼ਨ ਦੇ ਰਾਹੀਂ ਪੂਰੀਆਂ ਸੰਗਤਾਂ ਦੇ ਰੂਬਰੂ ਕਰਵਾ ਸਕੀਏ। ਤੇ ਜਿਸ ਤਰ੍ਹਾਂ ਤੁਸੀਂ ਸਾਡੇ ਨਾਲ ਸਵਾਲ ਜਵਾਬ ਕਰ ਰਹੇ ਹੋ, ਆਪਾਂ ਉਹਨਾਂ ਦੇ ਨਾਲ ਜਿਹੜੀ ਸਾਰੀ ਗੱਲ ਹੈ ਬਗੈਰ ਕਿਸੇ ਪੱਖਪਾਤ ਤੋਂ ਸਾਹਮਣੇ ਕੀਤੀ ਜਾ ਸਕੇ ਤੇ ਗੁਰਮਤਿ ਦੇ ਸਿਧਾਂਤ ਨੂੰ ਜਿਹੜਾ ਹੈ ਉਹ ਪ੍ਰਚਾਰਿਆ ਜਾ ਸਕੇ। ਸੋ ਭਾਈ ਸਾਹਿਬ, ਮੈਂ ਤੁਹਾਡੇ ਵੱਲ ਵਾਪਸ ਆਵਾਂਗਾ ਤੇ ਨਾਲ ਦੀ ਨਾਲ ਇਹ ਵੀ ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿ ਜੇਕਰ ਅੱਜ ਦੇ ਸਮੇਂ ਦੇ ਵਿੱਚ ਕੋਈ ਸਾਡੀ ਗਿਰਾਵਟ ਆ ਗਈ ਹੈ ਜਾਂ ਕੁਝ ਐਸੇ, ਮੈਂ ਕਹਾਂਗਾ ਕਿ ਸਿੱਖਾਂ ਦੇ ਭੇਸ ਦੇ ਵਿੱਚ ਬੰਦੇ ਹਨ ਜੋ ਸਿੱਖੀ ਨੂੰ ਢਾਹ ਲਾ ਰਹੇ ਹਨ ਜਾਂ ਗੁਰੂ ਨਾਨਕ ਦਾ ਜਿਹੜਾ ਸੰਦੇਸ਼ ਹੈ ਉਸ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਸੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਤਾਂ ਸੰਗਤਾਂ ਨੇ ਬਖਸ਼ਿਆ ਨਹੀਂ, ਉਹਨਾਂ ਨੂੰ ਵੀ ਵੱਟੇ ਮਾਰੇ ਜਦੋਂ ਖੁਦ ਆਪ ਵਿਚਰ ਰਹੇ ਸਨ। ਸੋ ਇਸ ਦੇ ਸੰਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ ਕਿ ਚੰਗੇ ਦੇ ਨਾਲ ਮੰਦਾ ਜਿਹੜਾ ਹੈ ਉਹ ਤੁਹਾਡੇ ਕੀ ਵਿਚਾਰ ਹੈ? ਬਿਲਕੁਲ ਭਾਈ ਬਗੈਲ ਸਿੰਘ ਜੀ, ਗੁਰੂ ਸਾਹਿਬ ਦੇ ਬਚਨ ਵੀ ਨੇ, ਕੋਈ ਕਹੇ ਭੂਤਨਾ, ਕੋਈ ਕਹੇ ਬਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਕਿਸੇ ਨੇ ਕਿਹਾ ਇਹ ਭੂਤਨਾ, ਕਿਸੇ ਨੇ ਕਿਹਾ ਦੁਨੀਆ ਦੇ ਤਾਲ ਨਾਲੋਂ ਖੁੰਝਿਆ ਹੋਇਆ ਬੇਤਾਲਾ ਵਾ, ਕਿਸੇ ਨੇ ਕਿਹਾ ਤੇ ਆਮ ਹੀ ਆਦਮੀ ਜੇ ਤੁਰਿਆ ਫਿਰਦਾ, ਕਿਸੇ ਨੇ ਕਿਹਾ ਤੇ ਵਿਚਾਰਾ ਫਕੀਰ ਜਾਂ ਦੁਨੀਆ ਨੇ ਨਹੀਂ ਬਖਸ਼ਿਆ। ਦੂਸਰੀ ਗੱਲ, ਅਸਲ ਦੇ ਵਿੱਚ ਜੋ ਮੇਰੀ ਨਿੱਜੀ ਸੋਚਣੀ ਆ ਭਾਈ ਬਘੇਲ ਸਿੰਘ ਜੀ, ਸਾਨੂੰ ਮੈਂ ਸਮਝਦਾ ਵੀ ਸਾਨੂੰ ਚਾਣਕੀਆ ਨੀਤੀ ਪੜ੍ਹਨ ਵਾਲੇ ਲੋਕਾਂ ਨੇ ਜਿਹੜਾ ਨਾ, ਲੋਕਾਂ ਨੇ ਚਾਣਕੀਆ ਨੀਤੀ ਪੜ੍ਹ ਕੇ ਤੇ ਉਹਦੇ ਅਧੀਨ, ਸਾਜ਼ਿਸ਼ ਦੇ ਅਧੀਨ ਸਾਨੂੰ ਵਰਤਿਆ ਜਾ ਰਿਹਾ ਜੀ। ਔਰ ਚਾਣਕੀਆ ਨੀਤੀ 'ਚ ਇਹ ਪੜ੍ਹਿਆ ਗਿਆ, ਸੁਣਿਆ ਗਿਆ ਵਾ ਵੀ ਜਿਸ ਵੀ ਕਮਿਊਨਿਟੀ ਦੇ ਉੱਤੇ, ਜਿਸ ਕੌਮ ਤੇ ਜ਼ਿਆਦਾ ਚਿਰ ਰਾਜ ਕਰਨਾ ਹੋਵੇ ਨਾ ਜੀ, ਉਹਦੇ ਇਤਿਹਾਸ ਬਾਰੇ ਜਾਂ ਉਹਦੇ ਦੇ ਵਿੱਚ ਭੰਬਲ ਭੂਸੇ ਇਹੋ ਜਿਹੇ ਪਾ ਦਿਓ ਵੀ ਉਹ ਆਪਣੇ ਉਸੇ ਚੱਕਰ ਦੇ ਵਿੱਚ ਹੀ ਫਸੇ ਰਹਿਣ, ਆਪਣੀ ਆਜ਼ਾਦੀ ਬਾਰੇ ਸੋਚ ਹੀ ਨਾ ਸਕਣ ਜੀ। ਅੱਜ ਜੇ ਅਸੀਂ ਇਹ ਗੱਲ ਕਰ ਲਈਏ, ਹੋ ਸਕਦਾ ਮੈਂ ਗਲਤ ਹੋਵਾਂ, ਦੁਨੀਆ ਦੇ ਲੋਕ ਇਸ ਵੇਲੇ ਲਾਈਵ ਸੁਣ ਰਹੇ ਨੇ, ਪਰ ਮੈਂ ਜੋ ਸਮਝਦਾ, ਹੋ ਸਕਦਾ ਮੈਂ ਦੁਨੀਆ ਦੀ ਸੋਚ ਅਨੁਸਾਰ ਗਲਤ ਹੋਵਾਂ, ਪਰ ਅੱਜ ਮੈਨੂੰ ਲੱਗਦਾ ਅਸੀਂ ਉਸ ਨੀਤੀ ਦੇ ਅਧੀਨ, ਉਸ ਚੱਕਰ ਵਿਊ ਦੇ ਵਿੱਚ, ਉਸ ਭੰਬਲ ਭੂਸੇ ਦੇ ਵਿੱਚ ਫਸੇ ਹੋਏ ਆ। ਕੇਵਲ ਅਸੀਂ ਕੋਈ ਕਹਿੰਦਾ ਜਿਹੜਾ ਬਾਣੀ ਇੰਨੀ ਪੜ੍ਹਨੀ ਚਾਹੀਦੀ ਜੀ, 5 ਬਾਣੀਆਂ ਨੇ, ਕੋਈ 3 ਬਾਣੀਆਂ ਨਿਤ ਨੇ, ਮੂਲ ਮੰਤਰ ਕਿੱਥੋਂ ਤੱਕ ਆ ਜਾਂ ਕੀ ਆ, ਉਹ ਭਲਿਆ ਤੂੰ ਪੜ੍ਹਦੇ ਸਹੀ। ਭਾਈ ਸਾਹਿਬ, ਮੈਂ ਤੁਹਾਡੇ ਵਿਚਾਰ ਨੂੰ ਇੱਥੋਂ ਹੀ ਸ਼ੁਰੂ ਕਰਾਂਗਾ ਕਿਉਂਕਿ ਸਾਡੇ ਇੱਕ ਸਰੋਤੇ ਸਾਡੇ ਨਾਲ ਕਾਫੀ ਦੇਰ ਤੋਂ ਕਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸੁਖਦੇਵ ਸਿੰਘ ਬੋਲ ਰਿਹਾ ਜੀ, ਇਟਲੀ ਤੋਂ। ਸੁਖਦੇਵ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਦਾ ਜੀ, ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਨਾਰਾਇਣ ਕਲਾ ਧਾਰ ਜਗ ਮੈਂ ਆਪ ਪਰਵਰਿਓ ਜੀ। ਸੋ ਗੁਰੂ ਨਾਨਕ ਪਾਤਸ਼ਾਹ ਆਪ ਰੱਬ ਸੀ, ਪਰ ਅਫਸੋਸ ਕਿ ਸਾਡੀ ਸਿੱਖ ਕੌਮ ਜਿਹੜੀ ਆ, ਜਿਹਨਾਂ ਦੇ ਗੁਰੂ ਨਾਨਕ ਪਾਤਸ਼ਾਹ ਆਪ ਬਾਨੀ ਸੀ ਜੀ, ਅਸੀਂ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਚੱਲੇ ਹੀ ਨਹੀਂ ਜੀ। ਅਸੀਂ ਜੇ ਉਹਨਾਂ ਦੇ ਸਿੱਖਿਆਵਾਂ ਦੇ ਉੱਤੇ ਚੱਲੇ ਹੁੰਦੇ, ਅੱਜ ਵਿਦੇਸ਼ਾਂ ਦੇ ਵਿੱਚ, ਇੰਡੀਆ ਦੇ ਵਿੱਚ ਅਲੱਗ-ਅਲੱਗ ਗੁਰਦੁਆਰੇ ਅਸੀਂ ਬਣਾ ਲਏ
ਜੀ ਅਸੀਂ ਆ ਰਾਮਗੜੀਆਂ ਦਾ ਗੁਰਦੁਆਰਾ, ਜੱਟਾਂ ਦਾ ਗੁਰਦੁਆਰਾ, ਆ ਸੈਣੀਆਂ ਦਾ ਗੁਰਦੁਆਰਾ, ਆ ਲਵਾਣਿਆਂ ਸਿੰਘਾਂ ਦਾ ਗੁਰਦੁਆਰਾ ਜੀ, ਬਾਬਾ ਮੱਖਣ ਸ਼ਾਹ ਦਾ ਗੁਰਦੁਆਰਾ, ਏਦਾਂ ਦੀ ਕੋਈ ਚੀਜ਼ ਵੀ ਨਹੀਂ ਸੀ ਹੋਣੀ ਜੀ। ਇਹੀ ਕਾਰਨ ਹੈ ਕਿ ਸਾਡੀ ਕੌਮ ਦੇ ਵਿੱਚ ਜਿਹੜੀ ਗਿਰਾਵਟ ਆ ਰਹੀ ਆ, ਇਹੀ ਕਾਰਨ ਹੈ ਕਿ ਅਸੀਂ ਇੱਕ ਦੂਜੇ ਦੇ ਵਿਚਾਰਾਂ ਦੇ ਨਾਲ ਸਹਿਮਤ ਨਹੀਂ। ਜੇ ਕੋਈ ਸਾਨੂੰ ਵਿਚਾਰ ਕਰਦਾ ਸਾਡੇ ਨਾਲ ਤੇ ਅਸੀਂ ਉਹਨੂੰ ਟੁੱਟ ਕੇ ਪੈ ਜਾਂਦੇ ਆ, ਨਹੀਂ ਏਦਾਂ ਨਹੀਂ, ਏਦਾਂ ਹੋਣੀ ਚਾਹੀਦੀ ਆ ਜੀ। ਸੋ ਕਹਿਣ ਦਾ ਮਤਲਬ ਹੈ ਕਿ ਅਗਲੇ ਦੀ ਸੁਣੋ, ਆਪਣੀ ਸੁਣਾਓ ਔਰ ਉਸ ਨੂੰ ਦਲੀਲ ਦਿਓ ਕਿ ਗੁਰੂ ਨਾਨਕ ਪਾਤਸ਼ਾਹ ਜਿਹੜੇ ਸੀ ਸਿੱਖ ਧਰਮ ਦੇ ਨਹੀਂ, ਸਮੁੱਚੀ ਦੁਨੀਆ ਦੇ ਬਾਨੀ ਸੀ ਉਹ ਜੀ। ਔਰ ਅੱਜ ਸਾਨੂੰ ਸਾਰੇ ਦੁਨੀਆ ਦੇ ਵਿੱਚ ਉਹਨਾਂ ਦੀਆਂ ਸਿੱਖਿਆਵਾਂ ਨੂੰ ਫੈਲਾਉਣ ਦੀ ਲੋੜ ਹੈ ਜੀ, ਬਿਲਕੁਲ। ਨਾ ਕਿ ਆਪਣੇ ਗੁਰਦੁਆਰਿਆਂ ਦੀ ਖਾਤਰ ਇੱਕ ਦੂਜੇ ਦੇ ਮੋਹਰੇ ਤਲਵਾਰਾਂ ਕੱਢਣ ਦੀ ਲੋੜ ਜੀ। ਔਰ ਮੈਂ ਇੱਥੇ ਤਕਰੀਬਨ ਵਿਦੇਸ਼ਾਂ ਦੇ ਵਿੱਚ ਆਹ ਕੁਛ ਹੀ ਚੱਲਦਾ, ਗੁਰੂ ਦੀ ਗੋਲਕ ਦੀ ਖਾਤਰ ਜੀ, ਔਰ ਇੱਕ ਦੂਜੇ ਦੇ ਨਾਲ ਪ੍ਰਧਾਨਗੀ ਦੀ ਖਾਤਰ ਇੱਕ ਦੂਜੇ ਦੇ ਨਾਲ ਕਿਸ ਤਰੀਕੇ ਦੇ ਨਾਲ ਆਪਾਂ ਪੇਸ਼ ਹੁੰਦੇ ਹਾਂ ਜੀ, ਬਿਲਕੁਲ। ਸੋ ਇਸ ਬਾਬਤ ਮੇਰਾ ਮਤਲਬ ਹੈਗਾ ਕਹਿਣਾ ਕਿ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਦੁਨੀਆ ਵਿੱਚ ਫੈਲਾਓ ਕਿ ਅਸੀਂ ਕੀ ਆ ਤੇ ਅਸੀਂ ਸਾਨੂੰ ਕੀ ਕਰਨਾ ਚਾਹੀਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਜੀਤ ਸਿੰਘ ਜੀ ਦਾ ਬੜਾ ਧੰਨਵਾਦ ਕਰਨਾ ਚਾਹਾਂਗੇ। ਸੋ ਭਾਈ ਸਾਹਿਬ, ਆਪਾਂ ਇਹਨਾਂ ਦੀ ਗੱਲ ਦੇ ਨਾਲ ਹੀ ਮੈਂ ਜ਼ਿਕਰ ਕਰਨਾ ਚਾਹਾਂਗਾ, ਜਿਸ ਤਰ੍ਹਾਂ ਸਾਡੇ ਭਾਈ ਸਾਹਿਬ ਸਾਡੇ ਨਾਲ ਜੁੜੇ ਹਨ, ਜਿਸ ਤਰ੍ਹਾਂ ਕਹਿੰਨੀ ਉਹਨਾਂ ਨੇ ਪਹਿਲਾਂ ਵੀ ਦੱਸਿਆ ਸੀ ਕਿ ਸੰਗਤਾਂ ਬੜੀਆਂ ਅਵੇਅਰ ਨੇ, ਗੁਰੂ ਪੰਥ ਦਾ ਦਰਦ ਰੱਖਦੀਆਂ ਨੇ, ਗੱਲ ਕਰਦੀਆਂ ਨੇ। ਸੋ ਅਸੀਂ ਕਿਤੇ ਨਾ ਕਿਤੇ ਤੁਸੀਂ ਕੀ ਸਮਝਦੇ ਹੋ ਕਿ ਘਾਟ ਹੈ ਕਿ ਅਸੀਂ ਆਪ ਕਿਉਂ ਨਹੀਂ ਪ੍ਰਬੰਧ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ, ਜਾਂ ਜੇਕਰ ਸਾਨੂੰ ਲੱਗਦਾ ਹੈ ਕਿ ਇੱਥੇ ਕੋਈ ਗਲਤ ਕੰਮ ਹੋ ਰਿਹਾ ਹੈ ਤਾਂ ਅਸੀਂ ਉਸ ਦੇ ਖਿਲਾਫ ਬੋਲੀਏ? ਕਿਉਂਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਸੰਗਤਾਂ ਬੋਲਦੀਆਂ ਨਹੀਂ, ਸਾਡੇ ਨਾਲ ਸਰੋਤੇ ਜੁੜੇ ਆ, ਬਾਹਰ ਵੀ ਗੱਲਾਂ ਬਾਤਾਂ ਹੁੰਦੀਆਂ, ਪਰ ਉੱਥੇ ਕਿਤੇ ਨਾ ਕਿਤੇ ਮੈਂ ਜ਼ਰੂਰ ਕਮੀ ਦੇਖੀ ਹੈ ਕਿ ਅਸੀਂ ਉਸ ਜਗ੍ਹਾ ਦੇ ਵਿੱਚ ਵੜਨ ਡਰਦੇ ਆ। ਇਹਦਾ ਕੀ ਕਾਰਨ ਹੈ ਭਾਈ ਸਾਹਿਬ ਜੀ? ਕਈ ਵਾਰੀ ਜਿਹੜਾ ਵਾ ਉੱਥੇ ਅਸੀਂ ਬੋਲਦੇ ਵੀ ਆ ਜਾਂ ਕਈ ਨਹੀਂ ਵੀ ਬੋਲਦੇ, ਜੇ ਆਪਾਂ ਜ਼ਿਕਰ ਕਰ ਲਈਏ। ਸੋ ਪ੍ਰਬੰਧ ਜਿਹੜਾ ਚੁਣਿਆ ਹੁੰਦਾ ਉਹ ਕਈ ਵਾਰੀ ਜਿਹੜਾ ਕਈਆਂ ਥਾਵਾਂ ਦੇ ਉੱਤੇ ਤੇ ਵੇਖੋ ਪ੍ਰਬੰਧ ਜਿਹੜਾ ਉਹ ਤੇ ਬਿਲਕੁਲ ਜਿਹੜਾ ਵਾ ਸੱਚਾਈ ਦੇ ਉੱਤੇ ਪਹਿਰਾ ਦਿੰਦਾ, ਬਿਲਕੁਲ ਮਰਿਆਦਾ ਦੇ ਉੱਤੇ ਜਿਹੜੇ ਚੱਲਦੇ ਆ। ਭਾਵੇਂ ਕਈਆਂ ਥਾਵਾਂ ਤੇ ਕਈ ਵਾਰੀ ਤੁਸੀਂ ਵੇਖੋ, ਹਾਂ ਕਈਆਂ ਥਾਵਾਂ ਤੇ ਜਿਹੜੇ ਆ ਉਹ ਆਪਾਂ ਅਕਾਲ ਤਖਤ ਸਾਹਿਬ ਤੋਂ ਵੀ ਭਾਈ ਰਣਜੀਤ ਸਿੰਘ ਨੇ ਉਦੋਂ ਹੁਕਮਨਾਮੇ ਜਾਰੀ ਕੀਤੇ ਸੀ, ਪਰ ਫਿਰ ਵੀ ਇੱਥੇ ਕੁਰਸੀਆਂ ਮੇਜ਼ ਕਈਆਂ ਥਾਵਾਂ ਤੇ ਲੱਗੇ ਹੋਏ ਨੇ, ਕਈ ਕੁਛ ਆ, ਕਈਆਂ ਥਾਵਾਂ ਨਹੀਂ, ਉਹ ਆਪਣੀ ਮਰਜ਼ੀ ਚ ਕਰਦੇ। ਸੋ ਖੈਰ ਮੈਂ ਨਹੀਂ ਚਾਹੁੰਦਾ ਅੱਜ ਦਾ ਇਹ ਵਿਸ਼ਾ ਜਿਹੜਾ ਉਹ ਤੋਂ ਜਾਵਾਂ, ਮੈਂ ਉਹ ਵਿਸ਼ੇ ਤੇ ਆਪਣੇ ਤੇ ਰਹੀਏ, ਫਿਰ ਅਸੀਂ ਕਿਸੇ ਦਿਨ ਇਸ ਟੌਪਿਕ ਤੇ ਆਵਾਂਗੇ। ਸੋ ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਸਾਨੂੰ ਚਾਣਕੀਆ ਨੀਤੀ ਦੇ ਅਧੀਨ ਜਿਹੜਾ ਵਾ ਉਹ ਸਾਨੂੰ ਵਰਤਿਆ ਜਾ ਰਿਹਾ। ਮੈਂ ਇਹ ਬੇਨਤੀ ਕਰਨੀ ਚਾਹੁੰਦਾ, ਸਭ ਤੋਂ ਪਹਿਲਾਂ ਕੌਮ ਦਾ ਕੋਈ ਨਿਸ਼ਾਨਾ ਹੋਣਾ ਚਾਹੀਦਾ, ਕੌਮ ਦੀ ਆਪਣੀ ਆਜ਼ਾਦੀ ਹੋਣੀ ਚਾਹੀਦੀ। ਇਹ ਮਸਲੇ ਬਹਿ ਕੇ ਤੇ ਆਪਾਂ ਇੱਕ ਘਰ ਦੇ ਵਿੱਚ ਬੈਠ ਕੇ ਜੇ ਤੁਹਾਡੇ ਕੋਲ ਆਪਣਾ ਕੁਛ ਹੈਗਾ ਤੇ ਅਸੀਂ ਜਿਹੜਾ ਉਹ ਵਿਚਾਰ ਸਕਦੇ ਹਾਂ। ਬਾਕੀ ਜੋ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਭਾਈ ਕਰਨੈਲ ਸਿੰਘ ਜੀ ਨੇ ਆਪ ਜੀ ਨੂੰ ਵਿਚਾਰ ਦੱਸਿਆ। ਭਾਈ ਕਰਨੈਲ ਸਿੰਘ ਜੀ, ਮੈਂ ਮਾਫੀ ਚਾਹੁੰਦਾ ਕਿ ਆਪਾਂ ਤੁਹਾਡੇ ਨਾਲ ਵੀ ਜ਼ਿਆਦਾ ਗੱਲਬਾਤ ਨਹੀਂ ਕਰ ਸਕੇ। ਸੋ ਆਪਣੇ ਸਰੋਤੇ ਵੀ ਬੜੇ ਜ਼ਰੂਰੀ ਆ, ਉਹਨਾਂ ਦੀਆਂ ਕਾਲਾਂ ਲੈਣੀਆਂ ਵੀ ਬੜੀਆਂ ਜ਼ਰੂਰੀ ਹੁੰਦੀਆਂ। ਸੋ ਅੱਜ ਦੇ ਇਸ ਵਿਸ਼ੇ ਦੇ ਉੱਪਰ ਜਿੱਥੇ ਆਪਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋਤੀ ਜੋਤ ਸਮਾਗਮ ਜਿਹੜਾ ਹੈ ਮਨਾ ਰਹੇ ਹਾਂ, ਸੰਗਤਾਂ ਦੇ ਨਾਲ ਵਿਚਾਰਾਂ ਸਾਂਝੀਆਂ ਕਰ ਰਹੇ ਹਾਂ। ਸੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਆਪਣੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਕਿ ਗੁਰਮਤਿ ਤੇ ਕਰਮਕਾਂਡ ਜਿਹੜਾ ਸਾਡਾ ਪ੍ਰੋਗਰਾਮ ਹੈ, ਕਿ ਕਰਮਕਾਂਡਾਂ ਦਾ ਬੜੇ ਪੁਰਜ਼ੋਰ ਤਰੀਕੇ ਦੇ ਨਾਲ ਖੰਡਨ ਕੀਤਾ, ਜਗ੍ਹਾ ਜਗ੍ਹਾ ਦੇ ਉੱਪਰ ਵਿਚਰੇ, ਜਿੱਥੇ ਜਿੱਥੇ ਵੀ ਗਏ। ਸੋ ਉਹਨਾਂ ਨੇ ਕਿਸੇ ਦੇ ਨਾਲ ਕੋਈ ਹੱਥੋਂ ਪਾਈ ਹੋ ਕੇ ਜਾਂ ਕੋਈ ਲੜਾਈ ਝਗੜਾ ਨਹੀਂ ਕੀਤਾ, ਇੱਕ ਦਲੀਲ ਦੇ ਕੇ ਤੇ ਕਿਸੇ ਦੇ ਖਾਸ ਤੌਰ ਤੇ ਕਿਸੇ ਦੂਸਰੇ ਧਰਮ ਦੇ ਵਿੱਚ ਜਾ ਕੇ ਜਾਂ ਉਹਨਾਂ ਦੇ ਨਾਲ ਉਹਨਾਂ ਦੇ ਧਰਮ ਬਾਰੇ ਜਿਹੜੀਆਂ ਕਮੀਆਂ ਦੱਸਣੀਆਂ, ਇੱਕ ਬੜਾ ਵੱਡਾ ਜਿਹੜਾ ਇਹ ਹੌਸਲੇ ਦੀ ਜ਼ਰੂਰਤ ਹੁੰਦੀ ਹੈ। ਇਸ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ, ਇਹ ਗੱਲ ਜਿਹੜੀ ਹੈ ਜੀ, ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਹਿੱਸੇ ਆਈ ਜੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੇਕਰ ਹਿੰਦੂ ਵੀਰਾਂ ਦੇ ਤੀਰਥਾਂ ਦੇ ਉੱਤੇ ਗਏ ਜੀ ਤੇ ਉੱਥੇ ਜਾ ਕੇ ਉਹਨਾਂ ਨੇ ਇਹੋ ਜਿਹਾ ਕੰਮ ਕੀਤਾ ਜਿਹੜਾ ਬਾਕੀ ਲੋਕਾਂ ਨੂੰ ਸਮਝ ਆ ਗਿਆ। ਜਦੋਂ ਹਰਿਦੁਆਰ ਦੇ ਵਿੱਚ ਗਏ ਤੇ ਹਰਿਦੁਆਰ ਦੇ ਵਿੱਚ ਜਿਹੜੇ ਫਾਂਡੇ ਸਨ ਉਹ ਸੂਰਜ ਨੂੰ ਪਾਣੀ ਦੇ ਰਹੇ ਸਨ। ਅੱਜ ਇਹਨਾਂ ਦਿਨਾਂ ਦੇ ਵਿੱਚ ਹੀ ਸਰਾਧਾਂ ਦੇ ਦਿਨ ਸਨ ਜੀ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਇਹ ਕੀ ਕਰ ਰਹੇ ਹੋ, ਕਹਿਣ ਲੱਗੇ ਆਪਣੇ ਪਿਤਰਾਂ ਨੂੰ ਪਾਣੀ ਦੇ ਰਹੇ ਹਾਂ ਜੀ। ਤੇ ਕਹਿਣ ਲੱਗੇ ਪਿਤਾ ਤੁਹਾਡੇ ਕਿੰਨੀ ਕੁ ਦੂਰ ਨੇ? ਕਹਿੰਦੇ ਬਹੁਤ ਕਰੋੜਾਂ ਮੀਲ ਦੂਰ ਨੇ ਜੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੂਜੇ ਪਾਸੇ ਨੂੰ ਪੱਛਮ ਵੱਲ ਨੂੰ ਮੂੰਹ ਕਰਕੇ ਪਾਣੀ ਦੇਣ ਲੱਗ ਪਏ ਜੀ। ਜਦੋਂ ਦੂਜੇ ਪਾਸੇ ਨੂੰ ਪਾਣੀ ਦੇਣ ਲੱਗੇ, ਉਹਨਾਂ ਨੇ ਪੁੱਛਿਆ ਕਿ ਤੁਸੀਂ ਤਾਂ ਗਲਤ ਕੰਮ ਕਰ ਰਹੇ ਹੋ, ਕਿੱਧਰ ਨੂੰ ਪਾਣੀ ਦੇ ਰਹੇ ਹੋ? ਉਹ ਕਹਿਣ ਲੱਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਿ ਜੇਕਰ ਮੈਂ ਜਿਹੜਾ ਪਾਣੀ ਦੇ ਰਿਹਾ, ਜਿਹੜੀ ਮੇਰੀ ਇੱਥੋਂ ਤਕਰੀਬਨ 700 ਮੀਲ ਦੇ ਉੱਤੇ ਕਰਤਾਰਪੁਰ ਹੈ, ਖੇਤੀ ਮੇਰੀ ਸੁੱਕ ਰਹੀ ਹੈ, ਮੀਂਹ ਨੇ ਪਿਆ, ਇਸ ਕਰਕੇ ਮੈਂ ਖੇਤੀ ਨੂੰ ਆਪਣੀ ਪਾਣੀ ਦੇ ਰਿਹਾ। ਉਹ ਕਹਿੰਦੇ ਤੁਹਾਡਾ ਪਾਣੀ ਤਾਂ ਇੱਥੇ ਡਿੱਗੀ ਜਾਂਦਾ, ਖੇਤੀ 'ਚ ਨਹੀਂ ਪਹੁੰਚ ਰਿਹਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸਮਝਾਉਣ ਦਾ ਜਿਹੜਾ ਢੰਗ ਸੀ ਇਹੋ ਜਿਹਾ ਸੀ ਕਿ ਦੂਜਾ ਬੰਦਾ ਕੋਈ ਸਵਾਲ ਜਵਾਬ ਕਰ ਹੀ ਨਹੀਂ ਸੀ ਸਕਦਾ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਭੋਲਿਓ, ਜੇਕਰ ਤੁਹਾਡਾ ਪਾਣੀ ਸਿੱਟਿਆ ਹੋਇਆ ਕਰੋੜਾਂ ਮੀਲ ਤੇ ਨਹੀਂ ਪਹੁੰਚ ਸਕਦਾ ਤਾਂ ਮੇਰਾ ਜਿਹੜਾ ਸਿੱਟਿਆ ਹੋਇਆ ਪਾਣੀ 700 ਮੀਲ ਤੇ ਕਿਉਂ ਨਹੀਂ ਪਹੁੰਚ ਸਕਦਾ ਜੀ।
ਸੋ ਇੱਕ ਦਲੀਲ ਦੇ ਤੌਰ ਤੇ ਉਹਨਾਂ ਨੇ ਪ੍ਰਚਾਰ ਕੀਤਾ। ਬੇਸ਼ੱਕ ਆਪਾਂ ਜਿਸ ਤਰ੍ਹਾਂ ਤੁਸੀਂ ਹਿੰਦੂ ਧਰਮਾਂ ਦੀ ਗੱਲ ਕੀਤੀ ਤੇ ਬੇਸ਼ੱਕ ਉਹ ਮੁਸਲਮਾਨਾਂ ਦੇ ਸਥਾਨ, ਪਰ ਜਿਸ ਤਰ੍ਹਾਂ ਆਪਾਂ ਜੇ ਅੱਜ ਗੱਲ ਕਰ ਰਹੇ ਹਾਂ ਕਿ ਜੇਕਰ ਆਪਾਂ ਕਿਸੇ ਖਾਸ ਤੌਰ ਤੇ, ਪਹਿਲਾਂ ਤਾਂ ਸਾਡਾ ਆਪਣਾ ਹੀ ਇਕੱਠ ਨਹੀਂ ਹੋ ਰਿਹਾ, ਅਸੀਂ ਆਪ ਹੀ ਇੱਕ ਦੂਜੇ ਦੇ ਜਿਹੜੇ ਆ ਉਹ ਕੀ ਕਹਿੰਦੇ ਵੀ ਗਲਮੇ ਫੜਨ ਤੱਕ ਜਾਂਦੇ ਆ। ਸੋ ਕਿਸੇ ਦੂਸਰੇ ਨੂੰ ਜਾ ਕੇ ਜਿਹੜੀ ਗੱਲ ਸਮਝਾਉਣੀ ਤਰੀਕਾ, ਤੋਂ ਸਤਿਗੁਰੂ ਮਹਾਰਾਜ ਜੀ ਦੇ ਉੱਪਰ ਆਪ ਅਕਾਲ ਪੁਰਖ ਦੀ ਜਿਹੜੀ ਕਿਰਪਾ ਸੀ ਤੇ ਉਹਨਾਂ ਦੀ ਇੱਕ ਸੋਚ ਜਿਹੜੀ ਸੀ ਉਹ ਬੜੀ ਵਧੀਆ ਸੀ। ਕੀ ਕਹਿਣਾ ਚਾਹੋਗੇ ਕਿ ਜਿਸ ਤਰ੍ਹਾਂ ਭਾਈ ਸਾਹਿਬ ਨੇ ਪਹਿਲਾਂ ਜ਼ਿਕਰ ਕੀਤਾ ਸੀ ਕਿ ਉਹਨਾਂ ਨੇ ਧਰਮ ਦਾ ਵਿਰੋਧ ਨਹੀਂ ਕੀਤਾ ਕਿ ਤੁਹਾਡਾ ਧਰਮ ਮਾੜਾ ਹੈ ਜਾਂ ਤੁਹਾਡਾ ਧਰਮ ਚੰਗਾ ਨਹੀਂ, ਉਹਨਾਂ ਨੇ ਸਿਰਫ ਇੱਕ ਦਲੀਲ ਦਿੱਤੀ ਕਿ ਜਿਹੜਾ ਕਾਰਜ ਕਰ ਰਹੇ ਹੋ ਉਹਨੂੰ ਸੋਚੋ, ਉਹਨੂੰ ਵਿਚਾਰੋ ਤੇ ਫੇਰ ਕਰੋ। ਤੇ ਅੱਜ ਅਸੀਂ ਜਿਹੜਾ ਹੈ ਉਸੇ ਫੇਰ ਗੁੰਝਲ 'ਚ ਫਸ ਗਏ ਆ, ਸੋਚਦੇ ਨਹੀਂ, ਵਿਚਾਰਦੇ ਨਹੀਂ। ਜਿਹੜੀ ਰੀਤ ਚੱਲੀ ਆ ਰਹੀ ਹੈ ਬੇਸ਼ੱਕ ਚੰਗੀ ਹੈ, ਬੇਸ਼ੱਕ ਉਹ ਮਾੜੀ ਹੈ, ਤਾਂ ਅਸੀਂ ਬਸ ਉਸ ਨੂੰ ਕੀ ਕਹਿੰਦੇ ਲਕੀਰ ਤੇ ਫਕੀਰ ਬਣੇ ਹੋਏ ਆ। ਇਸ ਬਾਰੇ ਕੀ ਕਹਿਣਾ ਚਾਹੋਗੇ? ਗੱਲ ਠੀਕ ਹੈ ਜੀ। ਜਿੱਦਾਂ ਤੁਸੀਂ ਨਾ ਇਹ ਸ਼ੁਰੂ ਕੀਤਾ ਪ੍ਰੋਗਰਾਮ ਗੁਰਮਤਿ ਤੇ ਕਰਮਕਾਂਡ ਦਾ, ਜੇਕਰ ਕਰਮਕਾਂਡ ਦੀ ਵਿਆਖਿਆ ਕਰਨੀ ਹੋਵੇ, ਉਹ ਕੰਮ ਜੀ ਜਿਹੜਾ ਕੰਮ ਤਾਂ ਕੀਤਾ ਜਾਵੇ ਪਰ ਉਹਦਾ ਰਿਜ਼ਲਟ ਕੁਝ ਵੀ ਨਾ ਨਿਕਲੇ ਜੀ, ਉਹ ਕਰਮਕਾਂਡ ਹੈ ਜੀ। ਤੇ ਜਿਹੜੀ ਗੁਰਬਾਣੀ ਹੈ, ਗੁਰਬਾਣੀ ਜਿਹੜੀ ਹੈ ਉਹ ਇਹ ਸਾਰੇ ਜਿਹੜੇ ਫੋਕਟ ਕਰਮ ਨੇ ਉਹਨਾਂ ਨੂੰ ਨਿੰਦਦੀ ਹੈ ਜੀ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਵੀ ਇਹਨਾਂ ਦਾ ਵਿਰੋਧ ਕੀਤਾ। ਆਸਾ ਦੀ ਵਾਰ ਦੀ ਬਾਣੀ ਜਿਹੜੀ ਇਹੋ ਜਿਹੀ ਬਾਣੀ ਹੈ ਜਿਹਦੇ ਵਿੱਚ ਜਿੰਨੇ ਵੀ ਕਰਮਕਾਂਡ ਉਸ ਵੇਲੇ ਚੱਲ ਰਹੇ ਸਨ ਤੇ ਸਾਰਿਆਂ ਦਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਿਰੋਧ ਕੀਤਾ। ਆਸਾ ਦੀ ਵਾਰ ਦਾ ਜੀ, ਆਸਾ ਦੀ ਵਾਰ ਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੇ ਕਰਮਕਾਂਡਾਂ ਦਾ ਵਿਰੋਧ ਕੀਤਾ ਜੀ। ਤੇ ਅੱਜ ਇਹ ਜ਼ਰੂਰ ਹੈ ਗੱਲ, ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ ਕਿ ਅੱਜ ਅਸੀਂ ਉਹਨਾਂ ਕਰਮਕਾਂਡਾਂ ਦੇ ਵਿੱਚੋਂ ਨਹੀਂ ਨਿਕਲ ਰਹੇ ਜੀ, ਨਹੀਂ ਨਿਕਲ ਰਹੇ। ਭਾਵੇਂ ਅੱਜ 545 ਸਾਲ ਸਿੱਖ ਧਰਮ ਨੂੰ ਪੈਦਾ ਹੋਇਆ ਹੋ ਗਏ ਨੇ, ਫਿਰ ਵੀ ਅਸੀਂ ਬਾਰ-ਬਾਰ ਉਹਨਾਂ ਕਰਮਕਾਂਡਾਂ ਦੇ ਵਿੱਚ ਜਾਈ ਜਾਂਦੇ। ਕਈਆਂ ਨੂੰ ਤਾਂ ਨਹੀਂ ਪਤਾ ਜੀ, ਉਹ ਅਣਜਾਣਪੁਣ ਦੇ ਵਿੱਚ ਜਾਈ ਜਾਂਦੇ ਨੇ, ਕਈ ਜਾਣ ਬੁੱਝ ਕੇ ਹੀ ਕਰੀ ਜਾਂਦੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਫਲਸਫਾ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਪ੍ਰਕਾਸ਼ ਹੋਵੇ, ਸਿਰਫ ਤੇ ਸਿਰਫ ਸਿੱਖ ਦਾ ਜਿਹੜਾ ਸੀਸ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਝੁਕਣਾ ਚਾਹੀਦਾ ਜੀ। ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਿਹੜੀਆਂ ਹੋਰ ਵੀ ਕਈ ਚੀਜ਼ਾਂ ਪਈਆਂ ਹੁੰਦੀਆਂ, ਆਪਾਂ ਉਹਨਾਂ ਨੂੰ ਵੀ ਮੱਥਾ ਟੇਕੀ ਜਾਂਦੇ ਆ ਜੀ, ਜਿਹਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਰਾਦਰੀ ਹੈ ਜੀ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸਿਧਾਂਤ ਹੈ ਜਿਹੜਾ ਇੱਕ ਤੋਂ ਸ਼ੁਰੂ ਹੁੰਦਾ ਹੈ ਜੀ, ਇੱਕ ਓੰਕਾਰ ਤੋਂ ਸ਼ੁਰੂ ਹੁੰਦਾ ਕਿ ਇੱਕ ਦੇ ਨਾਲ ਹੀ ਪਰਮੇਸ਼ਰ ਦੇ ਨਾਲ ਹੀ ਜੁੜਨਾ ਜੀ। ਤੇ ਭਾਈ ਸਾਹਿਬ ਇੱਥੇ ਆਪ ਜੀ ਨੂੰ ਇਸ ਵਿਚਾਰ ਦੇ ਬਿਲਕੁਲ ਆਪ ਬੜੀਆਂ ਚੰਗੀਆਂ ਗੱਲਾਂ ਸੰਗਤਾਂ ਨਾਲ ਸਾਂਝੀਆਂ ਕਰ ਰਹੇ ਹੋ, ਤੇ ਪਰ ਜੇ ਇਸ ਤਰ੍ਹਾਂ ਹੁਣ ਬਹੁਤ ਸਾਰੇ ਪ੍ਰੋਗਰਾਮਾਂ ਦੇ ਰਾਹੀਂ ਆਪਾਂ ਇਹਨਾਂ ਗੱਲਾਂ ਤੇ ਵਿਚਾਰ ਕਰਦੇ ਰਹੀਦਾ, ਸੰਗਤਾਂ ਨੂੰ ਦੱਸਦੇ ਰਹੀਦਾ, ਸੋ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗਾ ਕਿ ਤੁਹਾਡੇ ਅਨੁਸਾਰ ਆਪਾਂ ਨਿਕਲ ਕਿੱਦਾਂ ਸਕਦੇ ਆ, ਇਹਨਾਂ ਦੇ ਵਿੱਚ ਕਿੱਦਾਂ ਪ੍ਰਚਾਰਿਆ ਜਾਵੇ ਜਾਂ ਕਿੱਦਾਂ ਸਮਝਾਇਆ ਜਾਵੇ ਤਾਂ ਜੋ ਆਪਾਂ ਇਹਨਾਂ ਦੀ ਸਹੀ ਜਾਣਕਾਰੀ ਸਾਨੂੰ ਮਿਲ ਸਕੇ? ਕਿਸ ਤਰ੍ਹਾਂ ਆਪਾਂ ਜਿਹੜਾ ਸੰਗਤਾਂ ਨੂੰ ਅਵੇਅਰ ਕਰ ਸਕਦੇ ਆ? ਸੰਗਤਾਂ ਨੂੰ ਅਵੇਅਰ ਕਰਨ ਦਾ ਇੱਕ ਹੀ ਤਰੀਕਾ ਹੈ ਕਿ ਸ਼ਬਦ ਵਿਚਾਰ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਬਦ ਵਿਚਾਰ ਕੀਤੀ ਜਾਵੇ। ਜਿੱਥੇ ਆਪਾਂ ਨਿਤਨੇਮ ਕਰਦੇ ਆ ਜਾਂ ਕਈ ਸੱਜਣ ਇਹੋ ਜਿਹੇ ਵੀ ਮਿਲਦੇ ਨੇ ਕਿ ਅਸੀਂ ਤਾਂ ਜੀ 21 ਪਾਠ ਜਪਜੀ ਸਾਹਿਬ ਦੇ ਕਰਦੇ ਹਾਂ ਜਾਂ 5 ਪਾਠ ਸੁਖਮਨੀ ਸਾਹਿਬ ਦੇ ਕਰਦੇ ਹਾਂ। ਠੀਕ ਹੈ, ਮੁਬਾਰਕ ਹੈ ਉਹਨਾਂ ਨੂੰ ਬਾਣੀ ਪੜ੍ਹਨੀ, ਜਿਸ ਤਰ੍ਹਾਂ ਭਾਈ ਸਾਹਿਬ ਨੇ ਪਹਿਲਾਂ ਵੀ ਗੱਲ ਕੀਤੀ, ਬਾਣੀ ਪੜ੍ਹਨੀ ਬਹੁਤ ਵਧੀਆ ਗੱਲ ਹੈ ਜੀ। ਪਰ ਕੱਲੀ ਬਾਣੀ ਪੜ੍ਹਨੀ ਹੀ ਸਭ ਕੁਝ ਨਹੀਂ, ਬਾਣੀ ਵਿਚਾਰਨੀ ਵੀ ਜ਼ਰੂਰ ਹੈ। ਮੇਰੀ ਇਹ ਬੇਨਤੀ ਹੈ ਸੰਗਤ ਪ੍ਰਤੀ, ਕਈ ਵਾਰ ਮੈਂ ਇਹ ਬੇਨਤੀ ਕਰ ਵੀ ਚੁੱਕਾ ਕਿ ਜਿਹੜਾ ਅਸੀਂ ਜਪਜੀ ਸਾਹਿਬ ਦਾ ਪਾਠ ਕਰਨਾ, ਕਿੰਨਾ ਚੰਗਾ ਹੋਵੇ ਜੇਕਰ ਜਪਜੀ ਸਾਹਿਬ ਦੇ ਪਾਠ ਦੀ ਇੱਕ ਪੌੜੀ ਦੀ ਵਿਚਾਰ ਹਰ ਰੋਜ਼ ਕਰ ਲਈ ਜਾਵੇ ਨਾ ਆਪਣੇ ਨਿਤਨੇਮ ਦੇ ਨਾਲ। ਜਿਹੜੀ ਬਾਣੀ ਆਪਾਂ ਨਿਤਨੇਮ ਦੀ ਕਰਦੇ ਆ, ਨਿਤਨੇਮ ਗੁਰੂ ਦਾ ਹੁਕਮ ਹੈ, ਜ਼ਰੂਰ ਸਿੱਖ ਨੇ ਕਰਨਾ। ਉਹਦੇ ਨਾਲ ਨਾਲ ਜੇਕਰ ਅਸੀਂ ਜਪਜੀ ਸਾਹਿਬ ਦੇ ਬਾਕੀ ਜਿਹੜੀਆਂ ਬਾਣੀਆਂ ਹਨ ਉਹਨਾਂ ਦੀ ਵਿਚਾਰ ਵੀ ਨਾਲ ਦੀ ਨਾਲ ਕਰੀਏ। 38 ਪੌੜੀਆਂ ਨੇ ਜਪਜੀ ਸਾਹਿਬ ਦੀਆਂ, 2 ਸ਼ਲੋਕ ਨੇ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਲਾ, ਤੇ ਆਖਰੀ ਪਵਨ ਗੁਰੂ ਪਾਣੀ ਪਿਤਾ 2 ਸ਼ਲੋਕ ਨੇ। 40 ਜੇਕਰ 40 ਦਿਨਾਂ ਦੇ ਵਿੱਚ ਅਸੀਂ ਇੱਕ ਪੌੜੀ ਦੀ ਵਿਚਾਰ ਕਰੀਏ ਤਾਂ ਸਾਨੂੰ ਪਤਾ ਲੱਗ ਜਾਵੇਗਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸਿਧਾਂਤ ਕੀ ਹੈ। ਤੇ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਜਪਜੀ ਸਾਹਿਬ ਜਿਹੜੀ ਇਹੋ ਜਿਹੀ ਬਾਣੀ ਹੈ ਜਿਹਦੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਗੇ ਵਿਆਖਿਆ ਜਪਜੀ ਸਾਹਿਬ ਦੀ ਹੀ ਹੈ। ਜਿਸ ਮਨੁੱਖ ਨੂੰ, ਜਿਸ ਗੁਰਸਿੱਖ ਨੂੰ, ਜਿਸ ਗੁਰਮੁਖ ਪਿਆਰੇ ਨੂੰ ਜਪਜੀ ਸਾਹਿਬ ਦੀ ਵਿਚਾਰ ਬਾਰੇ ਪਤਾ ਲੱਗ ਗਿਆ ਤੇ ਜਿਹੜੀ ਬਾਕੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਮਝਣੀ ਬਿਲਕੁਲ ਸੌਖੀ ਹੋ ਜਾਂਦੀ ਹੈ ਜੀ। ਤੇ ਜੇਕਰ ਆਪਾਂ ਦੇਖੀਏ ਤਾਂ ਜਪਜੀ ਸਾਹਿਬ ਜੀ ਦੀ ਬਾਣੀ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਆਰੰਭ ਦੇ ਵਿੱਚ ਆਪਾਂ ਨਿਤਨੇਮ ਦੇ ਵਿੱਚ ਸਾਡੀ ਝੋਲੀ ਚ ਪਾਈ। ਜਿਸ ਤਰ੍ਹਾਂ ਕਈ ਵਾਰੀ ਜਿਸ ਤਰ੍ਹਾਂ ਹੁਣ ਜਾਪ ਸਾਹਿਬ ਜੀ ਬਾਣੀ ਦਾ ਜੇ ਆਪਾਂ ਜ਼ਿਕਰ ਕਰੀਏ ਤਾਂ ਸੰਗਤਾਂ ਨੂੰ ਕਈ ਵਾਰੀ ਲੱਗਦਾ ਜੀ ਪੜ੍ਹਨਾ ਥੋੜਾ ਜਿਹਾ ਔਖਾ ਆ ਜਾਂ ਅਰਥ ਸਮਝਣੇ ਕਠਿਨ ਹੋ ਜਾਂਦੇ, ਤਾਂ ਜਪਜੀ ਸਾਹਿਬ ਜੀ ਦੀ ਬਾਣੀ ਤਾਂ ਬੜੀ ਸਰਲ ਤੇ ਸੌਖੀ ਆ। ਕੀ ਕਹਿਣਾ ਚਾਹੋਗੇ? ਮੇਰਾ ਖਿਆਲ ਜੇਕਰ ਆਪਾਂ ਥੋੜਾ ਜਿਹਾ ਆਪਣੀ ਸਪੀਡ ਨੂੰ ਘੱਟ ਕਰਕੇ ਸਲੋਲੀ ਜੇ ਇੱਕ ਤੁਕ ਨੂੰ ਪੜ੍ਹ ਕੇ ਆਪਾਂ ਵਿਚਾਰ ਕਰੀਏ ਤਾਂ ਮੇਰੇ ਖਿਆਲ ਆਪ ਹੀ ਸਮਝ ਆ ਜਾਂਦੀ ਹੈ। ਕੀ ਕਹਿਣਾ ਚਾਹੋਗੇ? ਜਪ ਸਾਹਿਬ ਦੀ ਬਾਣੀ ਦੀ ਗੱਲ ਕਰਦੇ ਹੋ ਤੁਸੀਂ? ਜਪਜੀ ਸਾਹਿਬ ਜੀ ਦੀ ਮੈਂ ਗੱਲ ਕਰਕੇ, ਕਿਉਂਕਿ ਜਪ ਸਾਹਿਬ ਜੀ ਦੀ ਬਾਣੀ ਕਈ ਵਾਰੀ ਆਪਾਂ ਨੂੰ ਲੱਗਦਾ ਹੈ ਕਿ ਜ਼ਿਆਦਾ ਔਖੀ ਆ, ਕਠਿਨ ਹੈ।
ਸੰਗਤਾਂ ਬਹੁਤ ਵਾਰੀ ਕਹਿ ਦਿੰਦੀਆਂ, ਪਰ ਜਪਜੀ ਸਾਹਿਬ ਦੀ ਬਾਣੀ ਤਾਂ ਇੰਨੀ ਕਠਿਨ ਨਹੀਂ ਹੈ, ਬਿਲਕੁਲ ਸਿੱਧੇ ਸਾਦੇ ਅਰਥ ਜੇ ਆਪਾਂ ਇੱਕ ਇੱਕ ਤੁਕ ਦੀ ਵਿਚਾਰ ਕਰੀਏ ਤਾਂ ਆਪਣੇ ਆਪ ਹੀ ਸਾਨੂੰ ਸਮਝ ਆ ਜਾਂਦੀ ਹੈ। ਆਪਣੇ ਆਪ ਬਿਲਕੁਲ। ਹੁਣ ਤਾਂ ਇਸ ਵੇਲੇ ਤਾਂ ਸੰਗਤਾਂ ਦੀ ਸਹੂਲਤਾਂ ਦੇ ਲਈ ਬਹੁਤ ਅੱਗੇ ਤੋਂ ਅੱਗੇ ਜਿਹੜੀ ਟੈਕਨੋਲੋਜੀ ਨਵੀਂ ਆਈ ਹੈ ਉਹਦੇ ਵਿੱਚ ਤੁਸੀਂ ਸਾਰਾ ਕੁਝ ਕਰ ਸਕਦੇ ਹੋ। ਪਿਛਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਸਨ ਉਹਨਾਂ ਨੇ ਬਹੁਤ ਬਾਣੀ ਜ਼ਿਆਦਾ ਕੰਠ ਕੀਤੀ ਹੁੰਦੀ ਸੀ, ਬਹੁਤ ਜ਼ਿਆਦਾ ਬਾਣੀ, ਸਿਰਫ ਅਨਪੜ੍ਹ ਹੁੰਦੇ ਸਨ, ਸੁਣ ਕੇ ਹੀ ਬਾਣੀ ਕੰਠ ਕੀਤੀ ਹੁੰਦੀ ਸੀ। ਤੇ ਅੱਜ ਦੇ ਸਮੇਂ ਦੇ ਵਿੱਚ ਤਾਂ ਬਹੁਤ ਸਹੂਲਤਾਂ ਨੇ, ਤੁਹਾਡੇ ਕੋਲ ਸੀਡੀਆਂ ਨੇ, ਪੈਨ ਡਰਾਈਵ ਹੈ, USB ਗੱਡੀ ਦੇ ਵਿੱਚ ਜਾਂਦੇ ਤੁਸੀਂ ਲਾ ਸਕਦੇ ਹੋ, ਸੁਣ ਸਕਦੇ ਹੋ ਸਾਰਾ ਕੁਝ। ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਸਾਂਝੀ ਕਰਨੀ ਚਾਹੁੰਦਾ ਕਿ ਮਲੇਸ਼ੀਆ ਦੇ ਵਿੱਚ ਮੈਨੂੰ ਗੁਰੂ ਪਿਆਰੇ ਇੱਕ ਮਿਲੇ ਤੇ ਉਹ ਕਹਿਣ ਲੱਗੇ ਕਿ ਮੇਰੀ 5 ਸਾਲ ਦੀ ਉਮਰ ਸੀ ਜਦੋਂ ਮੈਨੂੰ 5 ਬਾਣੀਆਂ ਦਾ ਨਿਤਨੇਮ ਜਿਹੜਾ ਮੂੰਹ ਜ਼ਬਾਨੀ ਕੰਠ ਹੋ ਗਿਆ। ਤੁਸੀਂ ਹੁਣ ਅੰਦਾਜ਼ਾ ਲਾਓ 5 ਸਾਲ ਦੀ ਉਮਰ ਦਾ ਜਿਹੜਾ ਬੱਚਾ ਉਹ ਤਾਂ ਸਹੀ ਤਰ੍ਹਾਂ ਬੋਲ ਵੀ ਨਹੀਂ ਸਕਦਾ। ਤੇ ਮੈਂ ਉਹਨਾਂ ਨੂੰ ਪੁੱਛਿਆ, ਬੇਨਤੀ ਕੀਤੀ ਕਿ ਕਿਸ ਤਰ੍ਹਾਂ ਇਹ ਜਿਹੜਾ ਗੁਰੂ ਸਾਹਿਬ ਨੇ ਕਿਰਪਾ ਤੁਹਾਡੇ ਤੇ ਕੀਤੀ ਕਿਸ ਤਰ੍ਹਾਂ ਹੋਈ? ਕਹਿਣ ਲੱਗੇ ਕਿ ਮੇਰੀ ਮਾਂ ਜਿਹੜੀ ਅਨਪੜ੍ਹ ਸੀ ਤੇ ਮੇਰੀ ਮਾਤਾ ਨੇ ਇੱਕ ਗੁਰਮੁਖ ਪਿਆਰੇ ਦੇ ਕੋਲੋਂ ਬਾਣੀ ਸੁਣ ਕੇ ਕੰਠ ਕਰ ਲਈ 5 ਬਾਣੀਆਂ ਦੀ। ਤੇ ਜਦੋਂ ਉਹਨਾਂ ਨੇ ਕੋਈ ਵੀ ਕੰਮ ਕਰਨਾ, ਘਰ ਦੁੱਧ ਰਿੜਕਣਾ ਜਾਂ ਹੋਰ ਕੰਮ ਆਪਣੇ ਨਿੱਤ ਦੇ ਕਿਰਿਆ ਕਰਮ ਤੋਂ ਵਿਹਲੇ ਹੋ ਕੇ, ਤਾਂ ਮੈਨੂੰ ਆਪਣੀ ਗੋਦੀ ਦੇ ਵਿੱਚ ਪਾ ਲੈਣਾ, ਗੋਦੀ ਦੇ ਵਿੱਚ ਪਾ ਕੇ ਸੁਣਾ ਕੇ ਬਾਣੀ ਪੜ੍ਹਨੀ। 5 ਸਾਲ ਦੀ ਉਮਰ ਸੀ ਜਦੋਂ ਮੈਨੂੰ 5 ਬਾਣੀਆਂ ਦਾ ਨਿਤਨੇਮ ਜਿਹੜਾ ਕੰਠ ਹੋ ਗਿਆ। ਜੇਕਰ ਇੱਕ ਮਾਤਾ ਜਿਹੜੀ ਉਸ ਵੇਲੇ ਅਨਪੜ੍ਹ ਸੀ ਉਹਨੇ ਇੱਕ ਸੁਣ ਕੇ ਬਾਣੀ ਤੇ ਨਿਤਨੇਮ ਜਿਹੜੀ ਹੈ ਉਹ ਬਿਲਕੁਲ ਕੰਠ ਕਰ ਲਈ, ਤੇ ਅੱਜ ਦੇ ਸਮੇਂ ਦੇ ਵਿੱਚ ਤਾਂ ਆਪਾਂ ਬਿਲਕੁਲ ਸਮਝ ਸਕਦੇ ਹਾਂ ਕੋਈ ਬਿਲਕੁਲ ਔਖਾ ਕੰਮ ਨਹੀਂ, ਹਰੇਕ ਮਨੁੱਖ ਕਰ ਸਕਦਾ। ਤੇ ਬਾਣੀ ਦੀਆਂ ਜਿਹੜੀਆਂ ਕੈਸਟਾਂ ਨੇ ਵਧੀਆ ਜਿਹੜੇ ਕਥਾਵਾਚਕ ਨੇ, ਵਿਚਾਰਵਾਨ ਨੇ, ਉਹਨਾਂ ਦੀਆਂ ਕੈਸਟਾਂ ਨੇ, ਸੀਡੀਆਂ ਨੇ, ਪੈਨ ਡਰਾਈਵ, ਤੁਸੀਂ ਉਹਦੇ ਵਿੱਚ ਉਸ ਚੀਜ਼ ਦਾ ਲਾਹਾ ਲੈ ਸਕਦੇ ਹੋ ਤੇ ਖਾਸ ਤੌਰ ਤੇ ਜਿਸ ਤਰ੍ਹਾਂ ਆਪਣੇ ਅਕਾਲ ਚੈਨਲ ਦੇ ਰਾਹੀਂ ਵੀ ਵੱਖ-ਵੱਖ ਪ੍ਰੋਗਰਾਮ ਆਪਾਂ ਸਰਵਣ ਕਰਾਈਦੇ ਆ, ਇੰਗਲਿਸ਼ ਦੇ ਵਿੱਚ ਵੀ ਕਥਾ ਸੰਗਤਾਂ ਨੂੰ ਸਰਵਣ ਕਰਾਈ ਜਾਂਦੀ ਹੈ। ਸੋ ਬਹੁਤ ਸਾਰੇ ਪ੍ਰੋਗਰਾਮ ਚੱਲ ਰਹੇ ਹਨ ਜਿਨ੍ਹਾਂ ਦੇ ਰਾਹੀਂ ਜਿਹੜਾ ਗਿਆਨ ਦੀ ਜਿਹੜੀ ਵਿਆਖਿਆ ਸਤਿਗੁਰੂ ਮਹਾਰਾਜ ਜੀ ਦੇ ਸ਼ਬਦਾਂ ਦੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕੋਈ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਸਾਡੇ 'ਚ ਇੰਨੀ ਸੋਝੀ ਨਹੀਂ ਕਿ ਅਸੀਂ ਉਹਨਾਂ ਦੇ ਬਾਰੇ ਵਿਚਾਰ ਕਰ ਸਕੀਏ, ਪਰ ਸਤਿਗੁਰੂ ਮਹਾਰਾਜ ਜੀ ਦਾ ਸੁਨੇਹਾ ਹੀ ਜਿਹੜਾ ਉਹ ਇੱਕ ਮਾਧਿਅਮ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ। ਸੋ ਭਾਈ ਕਪਤਾਨ ਸਿੰਘ ਜੀ, ਆਪਣਾ ਸਮਾਂ ਵੀ ਜਿਹੜਾ ਉਹ ਅੰਤਿਮ ਕਰਨ ਤੱਕ ਪਹੁੰਚ ਚੁੱਕਾ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੰਗਤਾਂ ਦਾ ਵੀ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਬੜੇ ਸਹਿਯੋਗ ਦਿੱਤਾ, ਆਪਾਂ ਨੂੰ ਪ੍ਰੋਗਰਾਮ ਦੇਖਿਆ ਤੇ ਸੁਣਿਆ, ਗੁਰਬਾਣੀ ਦੀਆਂ ਵਿਚਾਰਾਂ ਹੋਈਆਂ, ਸਤਿਗੁਰੂ ਮਹਾਰਾਜ ਜੀ ਦੇ ਸਿਧਾਂਤ ਦੇ ਉੱਪਰ ਆਪਾਂ ਗੱਲਬਾਤ ਜਿਹੜੀ ਸੰਗਤਾਂ ਦੇ ਨਾਲ ਸਾਂਝੀ ਕੀਤੀ। ਸੋ ਕੁਛ ਐਸੀ ਗੱਲ ਜਿਹੜੀ ਮੈਂ ਪੁੱਛਣੋਂ ਰਹਿ ਗਿਆ ਤੇ ਤੁਸੀਂ ਸੰਗਤਾਂ ਦੇ ਨਾਲ ਸਾਂਝੀ ਕਰਨਾ। ਦੇਖੋ ਭਾਈ ਬਲਹਾਰ ਸਿੰਘ ਜੀ ਹੁਣਾਂ ਨੇ ਬਹੁਤ ਵਧੀਆ ਗੱਲ ਸ਼ੁਰੂ ਕੀਤੀ ਸੀ, ਉਲਟੀ ਗੰਗ ਵਹਾਈ ਉਹਨ ਦੁਨਿਆਵੀ ਆਖੇ ਕਿ ਕਿਉਂ ਨਾ ਪੀ। ਗੁਰੂ ਨਾਨਕ ਨੇ ਉਲਟੀ ਗੰਗਾ ਵਹਾਤੀ। ਦੁਨੀਆ ਦੇ ਲੋਕਾਂ ਨੇ ਚੇਲਿਆਂ ਨੂੰ ਗੁਰੂਆਂ ਦੇ ਪੈਰਾਂ ਤੇ ਮੱਥੇ ਟੇਕਦੇ ਵੇਖਿਆ ਸੀ, ਪਰ ਗੁਰੂ ਚੇਲੇ ਦੇ ਪੈਰਾਂ ਤੇ ਮੱਥਾ ਟੇਕ ਗਿਆ ਪਹਿਲੀ ਵਾਰੀ ਹੋਇਆ। ਜਿਹੜੇ ਕੁੜਮ ਹੁੰਦੇ ਨਾ, ਕੁੜਮਾਚਾਰੀ ਤੇ ਮੁੰਡੇ ਵਾਲਿਆਂ ਦਾ ਹੱਥ ਉਤੋਂ ਦੀ ਹੁੰਦਾ ਦੁਨੀਆ ਦੇ ਹਿਸਾਬ ਨਾਲ। ਜੇ ਪੰਜਾਬ ਦੀ ਧਰਤੀ ਨਾਲ ਵੇਖੀਏ ਤੇ ਕੁੜੀ ਵਾਲੇ ਵਿਚਾਰੇ ਉਹਨਾਂ ਦੇ ਗਾੜੀ ਹੱਥ ਹੀ ਜੋੜਦੇ ਰਹਿੰਦੇ, ਪਰ ਉਹ ਕਦੇ ਪਹਿਲੀ ਵਾਰੀ ਹੋਇਆ ਜਦੋਂ ਬਾਬਾ ਅਮਰਦਾਸ ਆਣ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਜਿਹੜਾ ਸੀ ਉਹ ਗਾੜੀ ਹੱਥ ਜੋੜਦੇ ਪਏ ਨੇ। ਔਰ ਸਹੁਰੇ ਤੇ ਜਵਾਈਆਂ ਨੂੰ ਮੱਥੇ ਟੇਕਦੇ ਵੇਖੇ, ਪਰ ਜਿਹੜਾ ਸੀ ਜਵਾਈ ਤੇ ਸਹੁਰਿਆਂ ਨੂੰ ਮੱਥੇ ਟੇਕਦੇ ਵੇਖੇ, ਪਰ ਜਦੋਂ ਸਹੁਰੇ ਨੇ ਜਵਾਈ ਨੂੰ ਮੱਥਾ ਟੇਕਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਹੜੇ ਸੀ ਪੁੱਤਰ ਤੇ ਪਿਓਾਂ ਨੂੰ ਮੱਥੇ ਟੇਕਦੇ ਸੀ, ਪਰ ਗੁਰੂ ਰਾਮਦਾਸ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸਿਰ ਤੇ ਮੱਥਾ ਰੱਖਤਾ। ਇਹ ਪਹਿਲੀ ਵਾਰੀ ਹੋਇਆ। ਦੂਸਰੀ ਗੱਲ ਮੈਂ ਬੇਨਤੀ ਇਹ ਕਰਨੀ ਚਾਹੁੰਦਾ, ਅੱਜ ਗੁਰੂ ਨਾਨਕ ਦਾ ਅਸੀਂ ਜਿਹੜਾ ਜੋਤੀ ਜੋਤ ਦਿਵਸ ਮਨਾ ਰਹੇ ਹਾਂ, ਕਈ ਵਾਰੀ ਇਤਿਹਾਸ ਦੀ ਰਵਾਇਤ ਅਨੁਸਾਰ ਅਸੀਂ ਕਈ ਵਾਰੀ ਪੜ੍ਹਦੇ ਸੁਣਦੇ ਵੀ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਅਖੀਰੀ ਸਮਾਂ ਉਹਨਾਂ ਨੇ ਚੋਲਾ ਛੱਡਿਆ, ਸਮਾਂ ਮੇਰਾ ਖਿਆਲ ਸਮਾਪਤੀ ਤੇ ਮੈਂ ਛੇਤੀ ਸਮਾਪਤੀ ਕਰ ਦਿਆਂ, ਤੇ ਕਹਿੰਦੇ ਵੀ ਉਦੋਂ ਹਿੰਦੂ ਮੁਸਲਮਾਨ ਸਿੱਖ ਮੁਸਲਮਾਨ ਲੜ ਪਏ ਤੇ ਉਹ ਜੀ ਉਹਨਾਂ ਨੇ ਮਹਾਰਾਜ ਦੇ ਚਾਦਰ ਪਾਈ ਤੇ ਵਿੱਚੋਂ ਚਾਦਰ ਗਾਇਬ, ਉਹ ਥੱਲੇ ਫੁੱਲ ਨਿਕਲਿਆ, ਦੇਹ ਅਲੋਪ ਹੋ ਗਈ ਤੇ ਚਾਦਰ ਅੱਧੀ ਵੰਡ ਲਈ, ਉਹਨਾਂ ਨੇ ਉਹ ਦਫਨਾਤੀ, ਉਹਨਾਂ ਨੇ ਸੰਸਕਾਰ ਕਰਤਾ। ਗੁਰੂ ਨਾਨਕ ਨੇ ਬੜਾ ਸਮਾਂ ਵਿਚਰ ਕੇ ਸਿੱਖੀ ਸਾਜੀ। ਬਾਬਾ ਬੁੱਢਾ ਜੀ ਵਰਗੇ ਜਿਹੜੇ ਸੀ ਉਹ ਵਿਦਵਾਨ ਸੱਜਣ, ਔਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਉਹਨਾਂ ਨੇ ਗੁਰਤਾ ਗੁਰਗੱਦੀ ਉਸ ਸਮੇਂ ਦਿੱਤੀ, ਐਸੇ ਵਿਦਵਾਨ ਸਨ। ਅੱਜ ਵੀ ਰਵਾਇਤ ਹੈ ਜੋ ਇਤਿਹਾਸ, ਕਈ ਵਾਰੀ ਅਸੀਂ ਕੁਛ ਏਦਾਂ ਹੁੰਦਾ, ਮੈਂ ਦੋਵੇਂ ਪੱਖ ਨਾ ਰੱਖਣ ਡਿਆ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਾਨੂੰ ਕਰਮਕਾਂਡ ਇਹਨਾਂ ਚੀਜ਼ਾਂ ਚੋਂ ਕੱਢਿਆ, ਪਰ ਉਹ ਚੀਜ਼ ਨੂੰ ਅਸੀਂ ਕਈ ਵਾਰੀ ਪ੍ਰਚਾਰਦੇ ਹਾਂ। ਇਸ ਕਰਕੇ ਉਹ ਰਵਾਇਤ ਅਨੁਸਾਰ ਜੋ ਅੱਜ ਵੀ ਸਿੱਖ ਧਰਮ ਵਿੱਚ ਚੱਲਦਾ ਐਸਾ ਇਤਿਹਾਸ ਹੈ। ਤੇ ਸੋ ਉਹੀ ਸਮੇਂ ਦੇ ਨਾਲ ਮੈਂ ਇਹੋ ਹੀ ਬੇਨਤੀ ਕਰਨੀ ਚਾਹੁੰਦਾ ਵੀ ਗੁਰੂ ਨਾਨਕ ਆਏ ਤੇ ਉਹ ਗਏ ਨਹੀਂ, ਉਹ ਅੱਜ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਨੇ, ਅਸੀਂ ਦਰਸ਼ਨ ਕਰ ਸਕਦੇ। ਦੂਸਰੀ ਗੱਲ, ਜਿਵੇਂ ਆਪਾਂ ਮੱਥੇ ਟੇਕਣ ਦੀ ਗੱਲ ਕੀਤੀ, ਮੱਥਾ ਟੇਕਣਾ ਉਹ ਹੁੰਦਾ ਵੀ ਅਸੀਂ ਸਤਿਗੁਰੂ ਤੇਰਾ ਹੀ ਬਚਨ ਮੰਨੇ, ਤੇਰੀ ਆਗਿਆ 'ਚ ਸਾਡਾ ਮੱਥਾ ਟੇਕਿਆ ਤਾਂ ਪ੍ਰਵਾਨ ਆ ਜੇ ਅਸੀਂ ਗੁਰੂ ਨੂੰ ਉਹਨਾਂ ਦੇ ਬਚਨ ਮੰਨ ਕੇ ਗੁਰਬਾਣੀ ਦੇ ਚੱਲਦੇ ਆ। ਬਾਕੀ ਸਾਰੇ ਸੱਜਣ ਜਿਨ੍ਹਾਂ ਕਾਲਾਂ ਕੀਤੀਆਂ ਉਹਨਾਂ ਦਾ ਧੰਨਵਾਦ। ਭਾਈ ਬਲਹਾਰ ਸਿੰਘ ਨੂੰ ਮੈਂ ਬੇਨਤੀ ਕਰੂੰ, ਜਿਵੇਂ ਕਹਿੰਦੇ ਸੀ ਬੈਠਦੇ ਨੇ, ਸਤਿਗੁਰਾਂ ਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਗਿਆਨੀ ਕਰਨਾਲ ਸਿੰਘ ਜੀ, ਤੁਹਾਡੇ ਨਾਲ ਵੀ ਅਸੀਂ ਗੱਲ ਕਰਨਾ ਚਾਹਾਂਗੇ। ਸੋ ਅੰਤ ਦੇ ਵਿੱਚ ਆਪਣਾ ਸਮਾਂ ਬਿਲਕੁਲ ਸਮਾਪਤ ਹੋਣੀ ਵਾਲਾ, ਸੰਗਤਾਂ ਦੇ ਨਾਲ ਹੋਰ ਕੀ ਸਾਂਝਾ ਕਰਨਾ ਚਾਹੋਗੇ? ਤੇ ਇੱਕ ਬੇਨਤੀ ਮੈਂ ਜ਼ਰੂਰ ਹੋਰ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ। ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲ ਸ਼ੁਰੂ ਕੀਤੀ ਕਿ ਮੱਥੇ ਟੇਕਣੇ, ਕਿਉਂਕਿ ਸਾਡੇ ਸਰੀਰ ਦਾ ਜਿਹੜਾ ਸਭ ਤੋਂ ਮਹੱਤਵਪੂਰਨ ਅੰਗ ਜਿਹੜਾ ਸਾਡਾ ਸਿਰ ਮੰਨਿਆ ਗਿਆ ਹੈ,
ਕਿਉਂਕਿ ਸਾਡਾ ਦਿਮਾਗ ਜਿਹੜਾ ਸਾਰੀ ਬੋਡੀ ਨੂੰ ਕੰਟਰੋਲ ਕਰਦਾ ਹੈ। ਜਦੋਂ ਅਸੀਂ ਆਪਣਾ ਸਿਰ ਕਿਸੇ ਦੇ ਅੱਗੇ ਰੱਖ ਦਿੱਤਾ ਤੇ ਇਹਦਾ ਮਤਲਬ ਕਿ ਅਸੀਂ ਆਪਣੀ ਮੱਤ, ਆਪਣੇ ਵਿਚਾਰ, ਆਪਣਾ ਸਾਰਾ ਕੁਝ ਉਹਨੂੰ ਸੌਂਪ ਦਿੱਤਾ। ਸੋ ਜੇਕਰ ਅਸੀਂ ਸਿਰਫ ਸ਼ੋਅ ਵਾਸਤੇ ਜਾਂ ਇੱਕ ਉੱਪਰੀ ਸਤਿਕਾਰ ਵਾਸਤੇ ਮੱਥਾ ਟੇਕ ਦਿੰਦੇ ਹਾਂ ਕਿ ਕਿਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਕਿ ਬਿਲਕੁਲ ਸੱਚੇ ਦਿਲੋਂ ਅਸੀਂ ਮੱਥਾ ਟੇਕ ਕੇ ਆਪਣੀ ਮੱਤ ਸਤਿਗੁਰੂ ਦੇ ਚਰਨਾਂ 'ਚ ਅਰਪਣ ਕਰ ਦਈਏ, ਤੇ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਗੁਰੂ ਨਾਨਕ ਕਿਤੇ ਗਏ ਨਹੀਂ, ਬਲਕਿ 10 ਗੁਰੂਆਂ ਦੀ ਜੋਤ ਅੱਜ ਵੀ ਬਿਰਾਜਮਾਨ ਸਾਡੇ ਵਿੱਚ ਹਾਜ਼ਰ ਹੈ। ਇਸ ਦੇ ਸੰਬੰਧ ਦੇ ਵਿੱਚ ਆਖਰੀ 2 ਮਿੰਟਾਂ ਦੇ ਵਿੱਚ ਕੀ ਕਹਿਣਾ ਚਾਹੋਗੇ? ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਆਸਾ ਦੀ ਵਾਰ ਦੇ ਵਿੱਚ ਇਸ ਗੱਲ ਦਾ ਗੁਰੂ ਸਾਹਿਬ ਨੇ ਜਵਾਬ ਦਿੱਤਾ ਜੀ, ਸੀਸ ਨਿਵਾਇਆ ਕਿਆ ਥੀਐ ਜੇ ਹਿਰਦੈ ਕਸ਼ੁੱਧੇ ਜਾਏ ਜੀ। ਜੇ ਤੁਹਾਡਾ ਮੱਥਾ ਟੇਕਿਆ ਸਿਰਫ ਇੱਕ ਮਹਿਜ ਇਹੀ ਹੈ ਕਿ ਗੁਰੂ ਦੀ ਗੱਲ ਮੰਨਣੀ ਨਹੀਂ, ਫਿਰ ਮੱਥਾ ਟੇਕਣਾ ਮਹਿਜ ਪਖੰਡਿਕ ਹੋਵੇਗਾ ਜੀ। ਉਹਨੂੰ ਵੀ ਆਪਾਂ ਕਰਮਕਾਂਡ 'ਚ ਫਿਰ ਲੈ ਸਕਦੇ ਉਹ ਕਰਮਕਾਂਡ ਹੈ ਜੀ। ਜੇਕਰ ਸ਼ਰਧਾ ਦੇ ਨਾਲ ਦਿਲੋਂ ਅਸੀਂ ਨਹੀਂ ਮੰਨਦੇ, ਜੇ ਨਹੀਂ ਮੰਨਦੇ ਤਾਂ ਉਹ ਕਰਮਕਾਂਡ ਹੈ ਜੀ। ਮੱਥਾ ਟੇਕਣਾ ਜਿੱਦਾਂ ਤੁਸੀਂ ਬੇਨਤੀ ਕੀਤੀ ਸੰਗਤ ਪ੍ਰਤੀ ਕਿ ਮੱਥਾ ਟੇਕਣਾ ਹੈ ਆਪਣੀ ਮੱਤ ਨੂੰ ਤਿਆਗ ਕੇ ਗੁਰੂ ਦੀ ਮੱਤ ਗ੍ਰਹਿਣ ਕਰਨੀ ਜੀ। ਗੁਰੂ ਦੀ ਮੱਤ। ਜੇਕਰ ਅਸੀਂ ਗੁਰਦੁਆਰੇ ਆਨੇ ਆ, ਸਾਨੂੰ ਆਂਦਿਆਂ ਨੂੰ 18 ਸਾਲ ਹੋ ਗਏ, ਕੋਈ ਕਹਿੰਦਾ 20 ਸਾਲ ਹੋ ਗਏ, ਪਰ 20 ਸਾਲਾਂ ਦੇ ਵਿੱਚ ਵੀ ਆਪਾਂ ਜਪਜੀ ਸਾਹਿਬ ਦਾ ਪਾਠ ਵੀ ਕਰੀ ਜਾਂਦੇ, ਝੂਠ ਵੀ ਬੋਲੀ ਜਾਂਦੇ ਆ ਜੀ, ਪਰ ਆਪਣੀ ਮੱਤ ਜਿਹੜੀ ਆ ਫਿਰ ਵੀ ਰੱਖੀ ਤੇ ਗੁਰੂ ਦੀ ਮੱਤ ਗ੍ਰਹਿਣ ਨਹੀਂ ਕੀਤੀ ਤੇ ਸਾਡਾ ਜਿਹੜਾ ਉਹ ਸਾਰਾ ਨਿਫਲ ਹੋ ਜਾਂਦਾ। ਹਾਂਜੀ, ਆਪਣੀ ਮੱਤ ਵੀ ਮਾਫੀ ਚਾਹੁੰਦਾ, ਤੁਹਾਡੀ ਗੱਲ ਨੂੰ ਮੈਨੂੰ ਵਿੱਚੇ ਕੱਟਣਾ ਪੈ ਰਿਹਾ। ਸੋ ਆਪ ਜੀ ਦਾ, ਭਾਈ ਕਪਤਾਨ ਸਿੰਘ ਜੀ ਦਾ, ਦੋਨਾਂ ਵੀਰਾਂ ਦਾ ਬੜਾ ਧੰਨਵਾਦ ਹੈ। ਸੋ ਸਭ ਤੋਂ ਜ਼ਿਆਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਸੂਝੀ ਬਖਸ਼ੀ ਜਾਂ ਜਿਹੜਾ ਸਮਾਂ ਬਣਾਇਆ ਆਪ ਸੰਗਤਾਂ ਦੇ ਰੂਬਰੂ ਹੋਣ ਦਾ। ਸੋ ਆਪ ਸੰਗਤਾਂ ਦਾ ਵੀ ਧੰਨਵਾਦ। ਸੋ ਉਮੀਦ ਕਰਾਂਗੇ ਕਿ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਆਪ ਜੀ ਵੱਧ ਚੜ ਕੇ ਇਸੇ ਤਰ੍ਹਾਂ ਸਹਿਯੋਗ ਦੇਵੋਗੇ। ਤੇ ਜੇਕਰ ਆਪ ਜੀ ਨੂੰ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਕੋਈ ਜਾਣਕਾਰੀ ਮਿਲ ਰਹੀ ਹੈ, ਆਪ ਜੀ ਨੂੰ ਪ੍ਰੋਗਰਾਮ ਚੰਗੇ ਲੱਗਦੇ ਹਨ, ਸੋ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਇਹਨਾਂ ਪ੍ਰੋਗਰਾਮਾਂ ਨੂੰ ਵੀ ਜਰੂਰ ਸਪਾਂਸਰ ਕਰਿਆ ਕਰੋ, ਤਾਂ ਜੋ ਬਹੁਤ ਸਾਰੇ ਐਪੀਸੋਡ ਜਾਂ ਬਹੁਤ ਸਾਰੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਇਸੇ ਤਰ੍ਹਾਂ ਆਪਾਂ ਵਿਚਰਦੇ ਰਹੀਏ। ਸੋ ਬੋਲਦਿਆਂ ਚੱਲਦਿਆਂ ਤਾਂ ਕੋਈ ਵਿਚਾਰ ਐਸਾ ਕਿਹਾ ਗਿਆ ਹੋਵੇ ਜਾਂ ਕੋਈ ਗੱਲਬਾਤ ਐਸੀ ਕਹੀ ਹੋਈ ਹੋਵੇ ਜੇ ਤਾਂ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ, ਸੋ ਮੈਂ ਆਪਣੇ ਵੱਲੋਂ, ਸਾਡੇ ਵੀਰਾਂ ਵੱਲੋਂ ਆਪ ਜੀ ਦੇ ਪਾਸੋਂ ਹੱਥ ਜੋੜ ਕੇ ਉਸ ਦੀ ਖਿਮਾ ਚਾਹਾਂਗਾ। ਪਰ ਸਤਿਗੁਰੂ ਮਹਾਰਾਜ ਜੀ ਦੇ ਸਿਧਾਂਤ ਦੇ ਉੱਪਰ ਪਹਿਰਾ ਦੇਣਾ, ਉਹਨਾਂ ਦੇ ਵਚਨਾਂ ਨੂੰ ਤੁਹਾਡੇ ਨਾਲ ਸਾਂਝਾ ਕਰਨਾ, ਜਿਸ ਤਰਤੀਬ ਦੇ ਰਾਹੀਂ, ਜਿਸ ਢੰਗ ਦੇ ਰਾਹੀਂ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੀ ਵਿਆਖਿਆ ਕੀਤੀ ਹੈ, ਉਹ ਆਪ ਜੀ ਦੇ ਤੱਕ ਲੈ ਕੇ ਹਾਜ਼ਰ ਹੋਈਦਾ ਹੈ। ਇੰਨਾ ਹੀ ਕਹਿੰਦੇ ਪ੍ਰੋਗਰਾਮ ਦੇ ਵਿੱਚ ਆਪ ਜੀ ਤੋਂ ਲਵਾਂਗੇ ਵਿਦਾ। ਆਉਣ ਵਾਲੇ ਪ੍ਰੋਗਰਾਮਾਂ ਤੱਕ ਲਈ ਆਗਿਆ ਬਖਸ਼ੋ। ਆਪ ਜੀ ਦਾ ਧੰਨਵਾਦ, ਸੰਗਤਾਂ ਦਾ ਧੰਨਵਾਦ। ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।